ਲਓ ਜੀ, ਸਵਾਗਤ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਪ੍ਰੋਗਰਾਮ ਹੈ ਜੀ ਪ੍ਰਾਈਮ ਫੋਕਸ। ਇਸ ਵੇਲੇ ਯਾਨੀ ਕਿ ਇਸ ਵਕਤ ਆ ਜਦੋਂ ਪੰਜਾਬ 'ਚ ਹੁੰਦਾ ਉਦੋਂ ਗੱਲਬਾਤ ਆਪ ਜੀ ਨਾਲ ਕਰ ਲਈਦੀ। ਇੱਕ ਤਾਂ ਪੰਜਾਬ 'ਚ ਜਿਹੜੀ ਜਲਥਲ ਹੋਈ ਪਈ ਹੈ ਉਹ ਸਮਝੋ ਬਾਹਰਲੀ ਕਹਾਣੀ ਹੈ, ਪਰ ਚਲੋ ਕੀ ਕਰ ਸਕਦੇ ਹਾਂ। ਹੁਣ ਬਾਬੇ ਦੇ ਰੰਗ ਨੇ ਜੀ, ਉਹਦਾ ਕਰਕੇ ਹੁਣ ਅੱਗੇ ਨਾਲੋਂ ਕੁਛ ਅੱਗਾ ਪਿੱਛਾ ਜਿਹਾ ਚੱਲੀ ਜਾਂਦਾ, ਪਰ ਅਸੀਂ ਆਸ ਕਰਦੇ ਹਾਂ ਵੀ ਹੁਣ ਜੇ ਬਾਬਾ ਬਚਾ ਹੀ ਰੱਖੇਗਾ ਤਾਂ ਠੀਕ ਆ। ਤੇ ਨਾਲ ਆਪਣੇ ਵੀਰ ਪਰਮਵੀਰ ਬਾਠ ਹੋਰੀ ਨੇ। ਕੀ ਹਾਲ ਨੇ? ਬਸ ਚੜ੍ਹਦੀ ਕਲਾ ਜੀ। ਸੰਧਾਲੀਆ ਸਾਹਿਬ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਬਸ ਸਤਿ ਸ਼੍ਰੀ ਅਕਾਲ ਮਹਾਰਾਜ, ਠੀਕ ਠਾਕ ਆ। ਤੁਸੀਂ ਸੁਣਾਓ ਕਿੱਦਾਂ? ਇੱਧਰ ਆਪਣਾ ਵੀ ਵਧੀਆ। ਮੈਂ ਕਦੀ ਕਦੀ ਆਪਣਾ ਵੀ ਘੱਟੋ ਘੱਟ ਸਾਂਝਾ ਪ੍ਰੋਗਰਾਮ ਲੱਗਦਾ ਨਾ, ਕਾਮਨ ਮਿਨੀਮਮ ਪ੍ਰੋਗਰਾਮ। ਜਾਣੀ ਆਪਾਂ ਇੱਕ ਦਿਨ ਪਹਿਲਾਂ ਵੀ ਇਕੱਠੀਆਂ ਜੀ ਝੱਗੇ ਪਾਏ ਸੀ, ਅੱਜ ਵੀ ਇਕੱਠੇ ਜਾਂ ਨੀਲੇ ਪਾਏ ਆ। ਪਤਾ ਹੀ ਕਾਰਨ ਹੈ, ਇਹ ਨਿਸ਼ਾਨੀ ਹੁੰਦੀ ਆ ਬੈਂਡ ਦੀ। ਕਹਿੰਦਾ ਇਹ ਪੱਕੀ ਵਾਜਿਆਂ ਵਾਲੇ, ਮਤਲਬ ਇਹਨਾਂ ਨੂੰ ਜਦੋਂ ਪ੍ਰੋਗਰਾਮ ਮਿਲ ਜਾਂਦਾ ਨਾ ਫਿਰ ਉਹ ਫਿਰ ਮਤਲਬ ਡਰੈਸ ਪਾ ਕੇ ਫਿਰ ਠੀਕ ਕਰਦੇ ਪ੍ਰੋਗਰਾਮ। ਵੀ ਟਾਈਮ ਨਾਲ ਤਿਆਰ ਹੁੰਦੇ ਆ ਇਹ, ਕਹਿ ਰਹੇ ਮੌਕੇ ਤੇ ਪ੍ਰੋਗਰਾਮ ਮਿਲਦਾ। ਆਹੋ, ਉਹ ਕਹਿੰਦਾ ਵੀ ਤੁਸੀਂ ਤਿਆਰੀ ਰੱਖਣੀ ਹੈ, ਕੁਛ ਨਹੀਂ ਪਤਾ ਕਦੋਂ ਫੋਨ ਆ ਜਾਏ। ਤੁਸੀਂ ਦੇਖਿਆ ਨਹੀਂ ਜਿਹੜੇ ਆਪਣੇ ਜਿਹੜੇ ਵੀਰ ਅੱਜ ਕੱਲ੍ਹ ਤਾਂ ਵੈਸੇ ਉਹਨਾਂ ਦਾ ਕੰਮ ਘੱਟ ਗਿਆ ਅੱਜ ਕੱਲ੍ਹ, ਤੇ ਦੂਜੇ ਫੌਜੀ ਬੈਂਡ ਬਾਹਲੇ ਲੈ ਕੇ ਜਾਣ ਲੱਗ ਪਏ, ਜਾਂ ਉਦੋਂ ਬਾਅਦ ਅੱਜ ਕੱਲ੍ਹ ਉਹ ਬੋਲੀਆਂ ਵਾਲਿਆਂ ਦਾ ਬੜਾ ਦੌਰ ਚੱਲ ਗਿਆ, ਮਲਵਾਈ ਗਿੱਧੇ ਵਾਲਿਆਂ ਦਾ ਕੰਮ ਚੱਲ ਪਿਆ ਬਰਾਤਾਂ 'ਚ। ਪਰ ਜਿਹੜਾ ਸਭ ਤੋਂ ਪਹਿਲਾਂ ਜਿਹਨੂੰ ਆਮ ਤੌਰ 'ਤੇ ਬਰਾਤ ਵਾਲਾ ਬੈਂਡ ਹੀ ਮੰਨਿਆ ਜਾਂਦਾ ਹੈ ਨਾ, ਉਹ ਤੁਸੀਂ ਵੇਖੋ ਵੀ ਉਹ ਬੰਦੇ ਮਤਲਬ ਜਿੱਥੇ ਜੇ ਕਿਤੇ ਉਹਨੇ ਉਹ ਚਬਾਰਾ ਕਿਰਾਏ 'ਤੇ ਲਿਆ ਹੁੰਦਾ ਨਾ ਜੀ, ਉੱਥੇ ਤੀਜੇ ਚੌਥੇ ਤੇ ਸ਼ਾਮਾਂ ਜਿਹਨੂੰ ਪੌਂ 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 ਦਗੜ ਦਗੜ ਡਮ ਡਮ ਪੂਰਾ ਔਰਕੈਸਟਰਾ ਚੱਲਦਾ ਹੁੰਦਾ ਸੀ ਉਹਨਾਂ। ਤੁਸੀਂ ਇੱਕ ਹੋਰ ਸੰਧਾਲੀਆ ਸਾਹਿਬ ਦੇਖੋ, ਮੈਂ ਜਿੱਥੋਂ ਬੱਸੇ ਚੜ੍ਹਦਾ ਹੁੰਦਾ ਸੀ ਨਾ, ਉਹਦੇ ਨੇੜੇ ਜਾਣੀ ਇੱਧਰਲੇ ਪਾਸਿਓਂ ਖੜੇ ਹੋ ਕੇ ਬੱਸੇ ਚੜ੍ਹਨਾ, ਜਿਹੜਾ ਸੜਕ ਦਾ ਪਰਲਾ ਪਾਸਾ ਤੇ 3 ਦੁਕਾਨਾਂ ਛੱਡ ਕੇ ਇੱਦਾਂ ਦਾ ਚਵਾਰਾ ਹੁੰਦਾ ਸੀ। ਉਹਦੇ ਵਿੱਚ ਟੋਪੀਆਂ ਟੰਗੀਆਂ, ਉਹਨਾਂ ਦੀ ਵਰਦੀ, ਇੱਕ ਦਾ ਛੋਟਾ ਬਾਜਾ ਟੰਗਿਆ ਕੀ ਲੀਹ ਦੇ ਨਾਲ, ਉਹ ਦਿਸਣਾ, ਤੇ ਉਹ ਰੋਜ਼ ਦਿਸਣਾ। ਯਾਨੀ ਬਹੁਤ ਘੱਟ ਇੱਕ ਉਹਨਾਂ ਦੇ ਵਿੱਚੋਂ ਹੁੰਦਾ ਸੀ, ਹੋਰ ਨਹੀਂ ਕੋਈ ਬਾਹਰ ਦਿਸਣਾ। ਉਹਨੇ ਬਾਹਰ ਪ੍ਰਸ਼ਤੀ ਜੀ ਨੂੰ ਆ ਕੇ ਤੁਹਾਨੂੰ ਸਿਗਰਟ ਲਾਈ ਹੁੰਦੀ ਸੀ, ਜਾਣੀ ਉਹ ਇੱਕੋ ਹੀ ਹੁੰਦਾ ਸੀ। ਬਾਕੀ ਮੈਨੂੰ ਲੱਗਦਾ ਬਾਕੀ ਪੀਂਦੇ ਵੀ ਨਹੀਂ ਸੀ। ਆਹੋ, ਉਹਦਾ ਨਾਂ ਸਰਦਾ ਉਹ ਗਰੀਬ ਦਾ। ਦੂਜੀ ਗੱਲ ਇਹ ਵੀ ਆ, ਮੈਂ ਜਿੰਨੀ ਵਾਰ ਵੇਖਿਆ ਉਹਨਾਂ ਦਾ ਜਿਹੜਾ ਵਰਦੀ ਦਾ ਨਾਪਾ ਹੁੰਦਾ ਇੱਕੋ ਹੁੰਦਾ ਹੈ। ਜੇ ਹੋ ਸਕਦਾ ਬਹੁਤ ਘੱਟ ਲੋਕਾਂ ਨੂੰ ਪਤਾ, ਪਰ ਤੁਸੀਂ ਕਿਤੇ ਪੁੱਛਿਓ ਵੀ ਵਰਦੀ ਦਾ ਨਾਪਾ ਇੱਕ ਰੱਖਣ ਪਿੱਛੇ ਕਾਰਨ ਇਹ ਹੁੰਦਾ ਹੈ ਵੀ ਜੇ ਕੋਈ ਵੱਧ ਗਿਆ ਕੋਈ ਘੱਟ ਗਿਆ ਉਹ ਕਿਹੜਾ ਰੋਜ਼ ਲਈ ਜਾਂਦੇ ਸੀ, ਤੇ ਉਹ ਬਾਕੀ ਬੰਦਿਆਂ ਦੇ ਨਾਪ ਦੀ ਹੁੰਦੀ। ਜਿਹੜਾ ਵਿਚਾਰਾ ਉਹ ਵੱਡੇ ਛਣਕਣਿਆਂ ਜਿਹਾ ਵਾਲਾ ਹੁੰਦਾ, ਉਹਦੇ ਕੋਟ ਇੱਥੇ ਤੱਕ ਹੀ ਹੁੰਦਾ ਜਾਂਦਾ, ਤੇ ਉਹ ਕੱਲੇ ਛਣਕਣੇ ਦੀਦੇ ਹੁੰਦੇ। ਅਸਲ 'ਚ ਉਹਦੇ ਪਿੱਛੇ ਕਾਰਨ ਆ। ਹਾਂ, ਆਮ ਤੌਰ ਦੇ ਉੱਤੇ ਜਿਹੜਾ ਉਹ ਇੱਦਾਂ ਵਾਲਾ ਜਿਹੜਾ ਮੁੜ ਕੇ ਐਂ ਜਿਹੜਾ ਵਾਜਾ, ਉਹ ਤੁਹਾਡੇ ਵਰਗੇ ਦੇ ਕੋਲ ਹੁੰਦਾ ਸੀ। ਉਹ ਵੀ ਉਹ ਮਤਲਬ ਹੁੰਦਾ ਵੀ ਤੂੰ ਹਰ 40 ਸਕਿੰਟਾਂ ਬਾਅਦ ਕਰੇ 'ਚ ਫੂਕ ਮਾਰ ਦੇਣੀ ਆ। ਮੈਨੂੰ ਤਾਂ ਇੰਨੀ ਕੀ ਸਮਝ ਆਈ। ਜਾਂ ਇੱਕ ਜਿਹੜਾ ਬਹੁਤ ਵੱਡਾ ਇਹਦਾ ਢੋਲ ਹੁੰਦਾ ਸੀ, ਜਾਂ ਤੁਹਾਡੇ ਵਰਗੇ ਬੰਦੇ ਦੇ ਕੋਲੇ ਉਹ ਹੁੰਦਾ ਸੀ। ਤੁਹਾਡੇ ਨਾਪ ਦੀਆਂ ਵਰਦੀਆਂ ਹੁੰਦੀਆਂ ਸੀ, ਉਹ ਮੇਰੇ ਵਰਗਾ ਛੈਣੇ ਵਾਲਾ ਜਿਹੜਾ ਮਰਜ਼ੀ ਫੜ ਕੇ ਉਹਨੇ ਉਹਨਾਂ ਦਾ ਵੀ ਯਾਰ ਤੂੰ ਕੁਛ ਨਹੀਂ ਕਰਨ, ਤੂੰ ਬਾਅਦ ਉੱਥੇ ਵਿੱਚ ਸ਼ਾਮਲ ਵਾਜਾ ਜਿਹਾ ਕਰ ਲੈਣਾ, ਸ਼ਾਮਲ ਵਾਜਾ ਕਰ ਲੈਣਾ। ਪਰ ਚਲੋ ਇੱਕ ਗੱਲ, ਉਹ ਤੁਸੀਂ ਜਿਹੜੇ ਵੱਡੇ ਵਾਜੇ ਵਾਲੇ ਦੀ ਗੱਲ ਕਰਦੇ ਨਾ, ਉਹ ਕਈ ਵਾਰ ਬੰਦੇ ਗੱਲ ਕਰਦੇ ਹੁੰਦੇ ਆ ਵੀ ਜਿਹਨੂੰ ਤਾਂ ਕਿਸੇ ਨੂੰ ਪਤਾ ਲੱਗ ਜਾਣਾ ਨਾ ਵੀ ਉਹ ਸਿਗਰਟ ਵਾਲੀ ਗੱਲ ਤੋਂ, ਉਹਨੂੰ ਪੀਣ ਨਹੀਂ ਦਿੰਦੇ ਹੁੰਦੇ। ਵੀ ਤੇਰੇ ਫੇਫੜਿਆਂ ਦਾ ਜ਼ੋਰ ਲੱਗਣਾ, ਤੂੰ ਇਹ ਕੰਮ ਨਾ ਕਰ। ਫਿਰ ਮੈਨੂੰ ਯਾਦ ਆ ਇੱਥੇ ਕਿਤੇ ਬੈਠਿਆਂ ਕਿਤੇ ਨਾ, ਉਹਨਾਂ ਦੀ ਮੈਂ ਗੱਲ ਸੁਣਾ, ਉਹ ਗੱਲ ਕਰਦੇ ਆਪਸ ਪਤਾ ਹੀ ਕਹਿੰਦੇ, ਉਹ ਕਹਿੰਦੇ ਵੀ ਦੋ ਬੰਦਿਆਂ ਦੀ ਇਸ ਗੱਲੋਂ ਲੜਾਈ ਹੁੰਦੀ ਵੀ ਮੈਂ ਇਹ ਵਜਾਉਣਾ। ਅੱਛਾ। ਹਾਂ, ਵੀ ਉਹਦਾ ਕਾਰਨ ਕਿ ਉਹਨੂੰ ਕਿਸੇ ਨੇ ਇੱਕ ਨੇ ਵਹਿਮ ਪਾਤਾ ਵੀ ਇਹਦੇ ਨਾਲ ਫੇਫੜੇ ਬੜੇ ਮਜ਼ਬੂਤ ਹੁੰਦੇ ਆ, ਵੀ ਬੰਦਾ ਬਿਮਾਰ ਨਹੀਂ ਹੁੰਦਾ, ਵੀ ਉਹਨੂੰ ਗਾਂ ਸਾਹ ਦੀਆਂ ਪ੍ਰੋਬਲਮਾਂ ਨਹੀਂ ਲੱਗਦੀਆਂ। ਹੁਣ ਪਤਾ ਨਹੀਂ ਵੀ ਇਹ ਸੱਚ ਆ ਝੂਠ ਹੈ, ਪਰ ਉਹਨਾਂ ਦੀ ਲੜਾਈ ਇਸੇ ਗੱਲਾਂ ਹੁੰਦੀ। ਉਹ ਮੇਰਾ ਖਿਆਲ ਬਾਅਦ 'ਚ ਉਹਨਾਂ ਸਮਝੌਤਾ ਹੈ ਵੀ ਇੱਕ ਪ੍ਰੋਗਰਾਮ 'ਤੇ ਇੱਕ ਨੇ ਪਾ ਕੇ ਜਾਣਾ, ਉਹ ਦੂਜੇ ਦੇ ਦੂਜੇ। ਚਲੋ ਸੰਧਾਲੀਆ ਸਾਹਿਬ 2-4 ਮਿੰਟ ਇਸ ਮੁੱਦੇ 'ਤੇ ਆਪਾਂ ਹੋਰ ਗੱਲ ਕਰਦੇ ਹਾਂ, ਕਿਉਂਕਿ ਇਹ ਸਾਡੇ ਸਮਾਜ ਦਾ ਇੱਕ ਐਸਾ ਵਰਗ ਆ ਜਿਹੜੇ ਬਾਜੇ ਵਾਲੇ ਬੈਂਡ ਵਾਲੇ ਹੋਣ ਵਾਲੇ ਨਹੀਂ, ਜਿਹੜੇ ਵਧੀਆ ਪੈਸੇ ਲੈਂਦੇ ਆ, ਜਿਨ੍ਹਾਂ ਦੀਆਂ ਵਧੀਆ ਡਰੈਸਅਪ ਹੁੰਦੇ। ਆਪਾਂ ਪਹਿਲਿਆਂ ਦੀ ਗੱਲ ਕਰਦੇ ਹਾਂ, ਜਿਹੜਾ ਸਧਾਰਨ ਵਾਜਾ ਸੀ। ਤੁਸੀਂ ਇਹ ਦੇਖੋ, ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਕਿਰਤੀ ਬੰਦੇ, ਚਾਹੇ ਬਰਾਤ ਸਵੇਰੇ 11 ਵਜੇ ਤੁਰੇ ਤੇ ਉਹ ਵੀ ਲੜ ਕੇ, ਇਹਨਾਂ ਨੂੰ 8 ਵਜੇ ਲਿਆ ਜਿਹੜਾ ਤੁਸੀਂ 8 ਵਜੇ ਆ ਜਾਓ, ਤੁਸੀਂ ਲੇਟ ਹੋ ਗਏ ਜੇ, ਜਾਣੀ ਜੇ ਤਾਂ ਇਹ 8 ਵਜੇ ਆ ਗਏ, ਬਰਾਤ ਚਾਹੇ ਪੌਣਾ 3 ਘੰਟੇ ਲੇਟ ਤੁਰੀ, ਇਹਨਾਂ ਨੂੰ ਜਾਣੀ ਕੋਈ ਕਿਸੇ ਨੇ ਕਹਿਣਾ ਨਹੀਂ ਯਾਰ ਤੁਸੀਂ ਪਹਿਲਾਂ ਆ ਗਿਆ, ਬਰਾਤ ਸਾਡੇ ਤੋਂ ਲੇਟ ਤੁਰੀ ਹੈ। ਪਰ ਜੇ ਕਿਤੇ 2-2.5 ਮਿੰਟ 8 ਤੋਂ 8:15 ਇਹਨਾਂ ਨੇ ਕਰ ਦਿੱਤੇ, ਤਾਂ ਤੁਹਾਡੇ ਵਰਗੇ ਕਈ ਬੋਲਣ ਲੱਗੇ ਨਹੀਂ ਦੇਖ ਦਿੰਦੇ। ਠੀਕ ਹੈ, ਤੁਸੀਂ ਜਿਹੜੀ ਗੱਲ ਇੱਕ ਬਹੁਤੀ ਮਤਲਬ ਇਹਨਾਂ ਨੂੰ ਹਮਦਰਦੀ ਵਾਲੀ ਮੈਂ ਕਰਾਂ, ਤੁਸੀਂ ਦੇਖੋ ਵੀ ਜਿਹੜੇ ਉਹ ਫੌਜੀ ਬੈਂਡ ਵਾਲੇ ਵੀਰ ਨੇ ਉਹਨਾਂ ਦੀ ਆਪਣੀ ਸੁੰਮ ਹੁੰਦੀ ਹੈ ਜੀ। ਜਿਹੜੇ ਅੱਜ ਕੱਲ੍ਹ ਦੂਜੇ ਉਹ ਭੰਗੜੇ ਵਾਲੇ ਗਰੁੱਪ ਵਾਲੇ ਆ ਗਏ, ਮਲਵਾਈ ਗਿੱਧੇ ਵਾਲੇ ਅੱਗੇ ਬੋਲੀਆਂ ਪਾਉਂਦੇ ਮੁੰਡੇ, ਉਹਨਾਂ ਨੇ ਗੱਡੀ ਚੰਗੀ ਰੱਖੀ ਹੁੰਦੀ। ਇਹ ਮੈਂ ਸਾਰੀ ਉਮਰ ਵਿਚਾਰੇ ਬੱਸ ਦੀ ਛੱਤ 'ਤੇ ਵੇਖਿਆ, ਇਹਨਾਂ ਨੂੰ ਗੱਡੀ ਨਹੀਂ ਮਿਲੀ। ਕੱਲੀ ਬੱਸ ਦੀ ਛੱਤ ਨਹੀਂ, ਸੁਮੋ ਦੀ ਡਿੱਗੀ 'ਚ ਵੀ। ਉਹਦੇ ਜੇ ਕੋਈ ਆਖੇ ਵੀ ਮੈਨੂੰ ਇਹਨੂੰ ਇਹ ਥੋੜ੍ਹਾ ਢਿੱਲਾ, ਇਹਨੇ ਠੰਡ 'ਚ ਬੈਠਾ ਨਹੀਂ ਜਾਣਾ ਇਹਦੇ ਕੋਲੋਂ, ਉਹਨੂੰ ਮਤਲਬ ਜਦੋਂ ਬੱਸਾਂ ਵਾਲੀ ਆਮ ਬੱਸਾਂ 'ਤੇ ਜਾਂਦੀਆਂ, ਬੱਸ ਦੀ ਛੱਤ 'ਤੇ ਵਿਚਾਰੇ ਉਹੀ ਹੁੰਦੇ। ਤੁਸੀਂ ਦੇਖੋ ਵੀ ਇੱਕ ਤਾਂ ਉਹਨੇ ਉਹ ਟੋਪੀਆਂ ਸਾਹਮਣੇ ਵੀ ਉਹ ਨਾ ਉੱਡ ਜਾਣਾ, ਦੂਜਾ ਵਾਜੇ ਢੋਲਕੀਆਂ ਸਾਹਮਣੇ,
ਤੇ ਜਾਏ ਵੀ ਖਿਆਲ ਰੱਖਣਾ ਪੜ ਗਿਆ ਵੀ ਕੋਟ 'ਚ ਹਵਾ ਨਾ ਭਰ ਜਾਏ। ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਹੁੰਦਾ। ਮੈਂ ਇਹਨਾਂ ਨੂੰ ਬੱਸ ਦੇ ਵਿੱਚ ਚੜ੍ਹਦੇ ਦੇਖਿਆ, ਜਾਣੀ ਵਿਆਹ ਦੇ ਉੱਤੇ ਜਿੰਨਾ ਮਰਜ਼ੀ ਖਰਚ ਹੋ ਜਾਵੇ ਪਰ ਇਹਨਾਂ ਦੇ ਲਈ ਸੀਟਾਂ ਨਹੀਂ ਕਦੇ ਹੋਈਆਂ। ਇਹਨਾਂ ਦੇ ਲਈ ਕਦੇ, ਇਹ ਸਾਡੇ ਸਮਾਜ ਦੀ ਤਰਾਸਦੀ ਹੈ। ਇਹ ਪੈਸੇ ਵਾਲੇ ਬੰਦਿਆਂ ਦੀ ਜਿਹੜੀ ਹੈ ਉਹ ਇਹਨਾਂ ਦੇ ਨਾਲ ਧੱਕੇ। ਮੈਂ ਨਾਂ ਲਿਆ ਮੈਨੂੰ ਜਾਗਿਆ ਹੁਣ ਸੰਧਾਲੀਆ ਸਾਹਿਬ ਤੁਸੀਂ ਦੇਖੋ, ਜਾਂਦੇ ਹੀ ਇਹਨਾਂ ਨੇ ਪਹਿਲਾਂ ਤਾਂ ਜਦੋਂ ਚੜ੍ਹਨਾ ਪਿੱਛੋਂ ਦੀ ਬੱਸ ਦੇ ਪਿੱਛੋਂ ਦੀ ਜਿਹੜਾ ਹੁਣ ਤਾਂ ਅੱਜ ਤਾਂ ਚੜ੍ਹਨਾ ਨਹੀਂ ਪੈਂਦਾ ਬਹੁਤੇ ਲੋਕਾਂ ਨੂੰ, ਇਹਨਾਂ ਦੇ ਵਿੱਚੋਂ ਪਹਿਲਾਂ ਇੱਕ ਨੇ ਚੜ੍ਹਨਾ, ਦੂਸਰੇ ਨੇ ਪਹਿਲਾਂ ਬਾਜੇ ਫੜਾਉਣੇ ਸਾਰਿਆਂ ਦੇ, ਉਹਨੇ ਬਾਜੇ ਫੜ ਕੇ ਉੱਥੇ ਰੱਖਣੇ, ਫਿਰ ਇਹਨੇ ਆਪ ਚੜ੍ਹਨਾ। ਜਾਂਦੇ ਸਰ ਸਭ ਤੋਂ ਪਹਿਲਾਂ ਟੋਪੀਆਂ ਲਾ ਕੇ ਥੱਲੇ ਸੈੱਟ ਰੱਖਣੀਆਂ ਵੀ ਟੋਪੀ ਨਾ ਉੱਡ ਜਾ, ਕਿਉਂਕਿ ਟੋਪੀ ਹਾਰਡ ਜੀ ਹੁੰਦੀ ਸੀ। ਫਿਰ ਉਹ ਤੁਹਾਡੀ ਗੱਲ ਠੀਕ ਹੈ ਕਿ ਕੋਟ ਦੇ ਵਿੱਚ ਹਵਾ ਨਾ ਭਰ ਜਾਏ। ਤੇ ਸੰਧਾਲੀਆ ਸਭ ਆਮ ਤੌਰ ਤੇ ਵਿਆਹ ਸਿਆਲਾਂ 'ਚ ਹੁੰਦੇ ਆ, ਧੁੰਦ ਕਿੰਨੀ ਹੁੰਦੀ ਹੈ, ਠੰਡ ਕਿੰਨੀ ਹੁੰਦੀ ਹੈ, ਤੇ ਇਹ ਬਾਜਿਆਂ ਵਾਲੇ ਜਿਹੜੇ ਸਧਾਰਨ ਬਾਜੇ ਵਾਲੇ ਬੰਦੇ ਸੀ ਇੰਨੇ ਅਮੀਰ ਨਹੀਂ ਸੀ ਹੁੰਦੇ ਕਿ ਬਹੁਤ ਗਰਮ ਟੋਪੀਆਂ ਲੈ ਲੈਣ, ਬਹੁਤ ਬਿਨਾਂ ਦਸਤਾਨਿਆਂ ਤੋਂ, ਬਿਨਾਂ ਗਰਮ ਟੋਪੀਆਂ ਤੋਂ, ਜਿੱਦਾਂ ਠੁਰ ਠੁਰ ਕਰਦੇ ਜ਼ਿੰਦਗੀ ਪੰਜਾਬ ਦੇ ਵਿਆਹਾਂ ਦੇ ਵਿੱਚ ਠੰਡ ਜਿੰਨੀ ਇਹਨਾਂ ਨੂੰ ਲੱਗੀ ਹੈ ਉਨੀ ਕਿਸੇ ਨੂੰ ਲੱਗੀ ਹੋਣੀ। ਮੈਂ ਉਹੀ ਸੋਚਦਾ ਤੁਸੀਂ ਕਹਿਣਾ ਕਿਹੜੀ ਗੱਲ ਛੇੜ ਕੇ ਬਹਿ ਗਏ ਵੀ ਤੁਸੀਂ ਦੇਖੋ ਵੀ ਹੁਣ ਵੀ ਆਪਣੇ ਦਿਮਾਗ 'ਚ ਉਹਨਾਂ ਦਾ ਜਿਹੜਾ ਚਿਹਰਾ ਆਊਗਾ ਜੀ, ਉਹ ਤੁਹਾਡੇ ਦਿਮਾਗ 'ਚ ਇੱਕ ਵੀ ਐ ਪ੍ਰੋਪਰ ਟਿਚਨ ਵਿੱਚ ਤਿਆਰ ਸ਼ਿਆਰ ਹੋਇਆ ਬਾਜੇ ਵਾਲਾ ਨਹੀਂ ਨਜ਼ਰ ਆਉਂਦਾ। ਉਹੋ ਹੀ ਓਵਰ ਸਾਈਜ਼ ਜਿਹਾ ਕੋਟ, ਓਵਰ ਸਾਈਜ਼ ਦੀ ਟੋਪੀ, ਲੰਮੀ ਜੀ ਪੈਂਟ, ਬੂਟ ਆਪੋ ਆਪਣੇ, ਉਹ ਬੂਟ ਕਿਹੜਾ ਉਹਦੇ ਵਿੱਚ ਸ਼ਾਮਲ ਹੁੰਦੇ, ਤੇ ਉਦੋਂ ਬਾਅਦ ਉਸੇ ਹਿਸਾਬ ਨਾਲ ਵਿਚਾਰਾ ਉਹਦਾ ਜ਼ੋਰ ਪੂਰਾ ਲੱਗਾ ਹੁੰਦਾ। ਵਿਆਹ ਦੇ ਵਿੱਚ ਅਗਲਾ ਭਾਵੇਂ ਨਾਗਨ ਡਾਂਸ ਕਰਨ ਡਿਆ ਉਹਨਾਂ ਦੀ ਧੁੰਨ ਦੇ ਉੱਪਰ, ਉਹਨਾਂ ਦੇ ਚਿਹਰੇ ਤੇ ਬਹੁਤਾ ਮੁਸਕਰਾਏ ਨਹੀਂ ਹੁੰਦਾ ਕਿਉਂਕਿ ਉਹਨਾਂ ਦਾ ਤਾਂ ਕੰਮ ਹੈ ਵਿਚਾਰਿਆਂ ਦਾ। ਬਿਲਕੁਲ। ਫਿਰ ਸੰਧਾਲੀਆ ਸਾਹਿਬ ਤੁਸੀਂ ਹੋਰ ਦੇਖੋ, ਇਹਨਾਂ ਦਾ ਮਸਲਾ ਇਹ ਨਹੀਂ ਕਿ ਜਿਵੇਂ ਇਹਨਾਂ ਨੇ 8 ਵਜੇ ਤੁਹਾਡੇ ਘਰ ਪਹੁੰਚਣਾ ਨਾ, ਆਮ ਤੌਰ ਦੇ ਉੱਤੇ ਇਹ ਸਵੇਰੇ 5 ਵਜੇ ਉੱਠਦੇ ਆ। ਆਮ ਤੌਰ ਤੇ 5 ਵਜੇ ਉੱਠ ਕੇ ਇਹਨਾਂ ਨੇ 5:30 ਵਜੇ ਤਿਆਰ ਹੋ ਕੇ, ਸਾਧਨਹੀਣ ਲੋਕ ਨੇ, ਇਹਨਾਂ ਨੇ ਫਿਰ ਤੁਰ ਕੇ ਆਪਣੇ ਪਿੰਡੋਂ 3-4 ਕਿਲੋਮੀਟਰ ਦੂਰ ਜੀਟ ਰੋਡ ਤੇ ਜਾਣਾ, ਉੱਥੋਂ ਫਿਰ ਬੱਸ ਫੜਨੀ, ਉੱਥੋਂ ਫਿਰ ਬਾਅਦ 6:30 ਵਜੇ ਜਿਹੜਾ ਅੱਡਾ ਜਿੱਥੇ ਇਹਨਾਂ ਦੇ ਸਾਰੇ ਜਣੇ ਨੇ ਇਕੱਠੇ ਹੋਣਾ, ਉੱਥੋਂ ਚੱਲ ਕੇ ਫਿਰ ਪ੍ਰਬੰਧ ਹੋਣਾ, ਫਿਰ ਇਹਨਾਂ ਨੇ ਭੱਜ ਜਾਣਾ ਉੱਥੇ ਵਿਆਹ ਵਾਲਿਆਂ ਦੇ ਘਰ ਪਹੁੰਚਣਾ। ਤੇ ਸਭ ਤੋਂ ਅਹਿਮ ਗੱਲ, ਕਈ ਲੋਕ ਤਾਂ ਹੁੰਦੇ ਆ ਯਾਰ, ਉਹ ਕੋਈ ਸਿਆਣੀ ਬੀਬੀ ਹੋਵੇ ਨਾ ਘਰ ਦੇ ਵਿੱਚ, ਉਹਨੇ ਜਦੋਂ ਕਹਿਣਾ ਵੀ ਘਰੇ ਬਾਜਾ ਵਜਾ ਦਿਓ ਵੀ ਤੁਸੀਂ, ਤੇ ਫਿਰ ਕਹਾਂ ਬਾਜੇ ਵਾਲੇ ਆ ਗਿਆ, ਚਾਹ ਧਰੋ ਸ਼ਗਨ ਹੋਇਆ। ਤੇ ਕਈ ਤਾਂ ਇੱਦਾਂ ਦੇ ਹੁੰਦੇ, ਇਹਨਾਂ ਨੂੰ ਕਾਹਦੀ ਚਾਹ, ਇਹਨਾਂ ਨੇ ਪੈਸੇ ਲੈਣੇ, ਚਾਹ ਆਪਣੀ ਪੀਣ। ਨਹੀਂ ਯਾਰ, ਕਈਆਂ ਦੇ ਇਹ ਵੀ ਆਖਣਾ ਹੁੰਦਾ ਵੀ ਜੇ ਮੰਨ ਲਓ ਜਦੋਂ ਤੁਸੀਂ ਪਹਿਲਾਂ ਕਹਿਣਾ ਵੀ ਉਹ ਮੰਨ ਲਓ 8 ਵਜੇ ਦੇ ਆਏ ਆ, ਉਹਨਾਂ ਦੀਆਂ ਰਗਾਂ ਰਹਿ ਗਈਆਂ ਪੌਣੇ 9 ਵਜੇ ਤੱਕ ਡੰਮ ਹੁੰਦੇ ਆ ਨਾ, ਉਹਨੇ ਕਿਉਂ ਵੇਖਿਆ ਵੀ ਚਲੋ ਯਾਰ ਨਹਾ ਨੂੰ ਹੋ ਕੇ ਤੁਰ ਹੁਣ, ਉਹ ਵਿਚਾਰੇ ਅਜੇ ਸਵੇਰ ਦੇ ਠਰੂ ਕਰਦੇ ਮਹਾਂ ਕਿਤੇ ਬੂੰਦੀ ਨਾਲ ਚਾਹ ਜੁੜੀ ਹੁੰਦੀ ਮਾੜੀ ਮੋਟ, ਇੱਕ ਅੱਧੇ ਨੇ ਕਿਤੇ ਵੀ ਸਵੇਰੇ ਚੱਲ ਯਾਰ ਗਰਮ ਚਾਹ ਤੇ ਪੀ ਲਈਏ, ਇੰਨੇ ਚ ਨੂੰ ਜਿਹੜਾ ਫੁੱਫੜ ਟਾਈਮ ਨਾਲ ਤਿਆਰ ਹੋ ਜਾਂਦਾ ਉਹ ਛੂਟ। ਤੁਸੀਂ ਬੈਠੇ ਚਾਹਾਂ ਪੀਣ ਡਏ, ਕੋਈ ਤੁਹਾਨੂੰ ਚਾਹ ਪੀ ਹੋਰ ਨਹੀਂ ਹੁੰਦਾ, ਤੁਹਾਡੇ ਵਰਗਾ ਹੀ ਹੁੰਦਾ ਚਾਹਾਂ ਉਹਦੇ ਬਾਜੇ 'ਚ ਲੱਤਾਂ ਮਾਰੀ ਜਾਣੀਆਂ ਆ ਕੇ, ਤੁਹਾਨੂੰ ਚਾਹਾਂ ਸੋਈਦੀਆਂ, ਤੁਹਾਨੂੰ ਚਾਹ ਪੀਣ ਲਈ ਸੱਦਿਆ ਤੇ ਤੁਹਾਨੂੰ ਪੈਸੇ ਚਾਹ ਦੇ ਦੇਣੇ ਆ। ਹੈ ਹੋਰ ਸੁਣੋ, ਜਦੋਂ ਜਾਣੀ ਬੱਸ ਜਾ ਕੇ ਰੁਕੀ ਆ, ਮੁੰਡਾ ਚਾਹੇ ਚਲਿੱਤਰ ਜਿਹਾ ਕਰਦਾ ਅੱਧਾ ਘੰਟੇ ਬਾਅਦ ਉਤਰੇ, ਉਹ ਤੁਸੀਂ ਅਜੇ ਉੱਪਰ ਹੀ ਬੈਠੇ ਆ, ਉਹ ਤੁਸੀਂ ਮੋਰੇ ਆ ਕੇ ਬਾਜਾ ਵਜਾਓ, ਸਭ ਤੋਂ ਮੋਰੇ ਹੋਵੋ। ਉਹ ਫਿਰ ਟੋਪੀਆਂ ਸਾਂਭਦੇ ਸੰਧਾਲੀਆ ਸਭ ਉੱਥੇ। ਤੇ ਜਦੋਂ ਸਾਰੀ ਬਰਾਤ ਚਾਹ ਪੀ ਹਟੀ, ਸਾਰਾ ਮੇਲ ਚਾਹ ਪੀ ਹਟਿਆ, ਉਹਦੇ ਤੋਂ ਬਾਅਦ ਮੈਂ ਕਈ ਵਾਰ ਮਹਿਸੂਸ ਕੀਤਾ, ਕਿਉਂਕਿ ਆਦਤ ਹੁੰਦੀ ਆ ਆਪੋ ਆਪਣੀ, ਮੈਂ ਪਿੱਛੇ ਜਾਣੀ ਕਦੇ ਖੜ ਜਾਣਾ, ਇੱਕ ਦੂਜੇ ਨੂੰ, ਇਹ ਪਿੱਛੇ ਬੈਠੇ ਹੁੰਦੇ ਉੱਥੇ ਢੇਰ ਜਿਹਾ ਦੇ ਕੋਲ ਸੜਕ ਦੇ ਉੱਤੇ, ਇਹਨਾਂ ਨੇ ਪੈਰਾਂ ਭਰ ਫੇਰਨਾ, ਸਾਹ ਲੈਣਾ, ਇਹਨਾਂ ਦੇ ਲਈ ਕਿਹੜਾ ਕੁਰਸੀਆਂ, ਕਿਉਂਕਿ ਜੇ ਪਹਿਲਾਂ ਚਲੇ ਗਿਆ ਤੁਹਾਡੇ ਵਰਗੇ ਫੁੱਫੜ ਨੇ ਫੇਰ ਨਹੀਂ ਜੀਣ ਦੇਣਾ, ਤੁਸੀਂ ਮੂੰਹ ਚੱਕਿਆ ਇੱਧਰ ਨੂੰ, ਪਹਿਲਾਂ ਪ੍ਰਾਹੁਣਿਆਂ ਨੂੰ ਪੀਣ ਦਿਓ ਚਾਹ। ਇਹ ਇੱਕ ਦੂਜੇ ਨੂੰ ਕਹਿੰਦੇ ਹੁੰਦੇ, ਦੇਖ ਕੇ ਆ ਤਾਂ ਪੀ ਲਈ ਸਾਰਿਆਂ ਨੇ, ਠੰਡ ਲੱਗੀ ਹੁੰਦੀ, ਕੰਬਦੇ ਹੁੰਦੇ ਆ, ਦੇਖ ਕੇ ਆ ਤਾਂ ਪੀ ਲਈ ਸਾਰਿਆਂ ਨੂੰ, ਕਹਿਣਾ ਯਾਰ ਜੇ ਹੈਗੇ ਆ ਉੱਥੇ ਉਹ ਜਨਾਨੀਆਂ ਚਾਹ ਪੀਂਦੀਆਂ, ਫਿਰ ਐਵੇਂ ਕੋ ਆਵਾ ਤਵਾ ਬੋਲੂਗਾ। ਜਾਣੀ ਜਦੋਂ ਤੱਕ ਇਹ ਜਾਂਦੇ ਆ, ਗੁਲਾਬ ਜਾਮਣਾ ਦੀ ਜਿਹੜੀ ਟਰੇ ਹੁੰਦੀ ਆ, ਤੁਹਾਡੇ ਵਰਗਾ ਫੁੱਫੜ ਸਾਰੀ ਢਿੱਡ 'ਚ ਰੱਖ ਹਟਿਆ ਹੁੰਦਾ, ਤਰੀ ਜਿਹੀ ਹੁੰਦੀ, ਉਹ ਵਿੱਚ ਉਹਦੇ ਸੀਰਾ ਜਿਹਾ ਤੁਰਿਆ ਫਿਰਦਾ ਹੁੰਦਾ। ਜਦੋਂ ਤੱਕ ਇਹ ਜਾਂਦੇ ਆ, ਉਦੋਂ ਤੱਕ ਕੌਫੀ ਵਾਲਾ ਜਿਹੜਾ ਆ, ਉਹ ਜਦ ਤੱਕ ਉਹਦੇ ਉੱਤੋਂ ਭੱਠੀ ਜਿਹੀ ਦੇ ਉੱਤੋਂ ਆਪਣਾ ਸਮਾਨ ਲਾਉਣ ਡਿਆ ਹੁੰਦਾ। ਜਾਣੀ ਸਬੱਬੀ ਹੀ ਆ ਕਿਤੇ ਚਾਹ ਇਹਨਾਂ ਨੂੰ ਪੂਰੀ ਮਿਲ ਜੇ। ਹਾਂ ਨਹੀਂ, ਇਹ ਗੱਲ ਹੈ ਜੀ, ਤੁਸੀਂ ਕਹਿਣਾ ਵੀ ਯਾਰ ਇਹ ਬੰਦੇ ਅੱਜ ਕਿਤੇ ਨੂੰ ਤੁਰ ਪਏ, ਕੁਦਰਤੀ ਚੇਤਾ ਹੀ ਆ ਗਿਆ। ਮਤਲਬ ਆਪਣੇ ਸਮਾਜ 'ਚ ਚੀਜ਼ਾਂ ਹੁੰਦੀਆਂ ਨੇ, ਪਰ ਕਈ ਵਾਰ ਆਪਾਂ ਧਿਆਨ ਨਹੀਂ ਦਿੰਦੇ, ਹੈ ਨਾ। ਇਸ ਕਰਕੇ ਹੁਣ ਕੋਈ ਅਸੀਂ ਇਹ ਵੀ ਨਹੀਂ ਆਉਂਦੇ ਵੀ ਤੁਸੀਂ ਅਗਲੇ ਰੱਖ ਵੀ ਬਹੁਤ ਸਤਿਕਾਰ, ਅਸੀਂ ਹੁਣ ਇਹਨਾਂ ਨੂੰ ਸਤਿਕਾਰ ਦੇ ਲਈਏ, ਵਿਆਹ ਨਾ ਕਰੀਏ, ਹੈ ਅਸੀਂ ਨਹੀਂ ਆਉਂਦੇ, ਪਰ ਅਸੀਂ ਆਉਂਦੇ ਵੀ ਜਿਹਦਾ ਜੋ ਥਾਂ ਬਣਦਾ ਉਹ ਜ਼ਰੂਰ ਹੋਵੇ, ਵੀ ਬੰਦੇ ਨੂੰ ਬੰਦਾ ਸਮਝੋ, ਬੰਦੇ ਨੂੰ ਬੰਦਾ। ਯਾਨੀ ਜਿਹੜਾ ਫੁੱਫੜ ਕਾਹੇ ਜੋਗਾ ਨਹੀਂ ਹੁੰਦਾ, ਮੈਂ ਗੱਲ ਕਰਦਾ, ਉਹਨੂੰ ਵੀ ਤਾਂ ਸਤਿਕਾਰ ਦਿੰਦੇ ਹੀ ਹੋ। ਵੇਖੋ ਫੁੱਫੜ ਜਿਹੜਾ ਉਹ ਬਾਅਦ 'ਚ ਭਾਵੇਂ ਕਾਹੇ ਜੋਗਾ ਨਾ ਰਵੇ, ਉਹ ਜਦੋਂ ਫੁੱਫੜ ਬਣਿਆ ਉਦੋਂ ਦੀ ਫੁੱਲ ਚੜਾਈ ਹੁੰਦੀ, ਉਹ ਵੀ ਬਾਜੇ ਵਾਲੇ ਲੈ ਕੇ ਆਇਆ ਹੁੰਦਾ। ਅੱਛਾ ਸੰਧਾਲੀਆ ਸਾਹਿਬ, ਇੱਕ ਹੋਰ
ਅੱਜ ਇਹੋ ਕਰੀ ਜਾਣੀਆਂ। ਨਹੀਂ 2 ਮਿੰਟ ਤਾਂ ਲਾ ਲੈਣ ਦਿਓ। ਹੁਣ ਮੈਂ ਕਦੀ ਆਪਾਂ ਮੁੜ ਕੇ ਇਹਨਾਂ ਦੀ ਗੱਲ ਕਰਨੀ ਆ, ਕਰ ਲਓ ਯਾਰ, ਕਦੇ ਕਿਸੇ ਮੀਡੀਆ ਅਦਾਰੇ 'ਚ ਇਹਨਾਂ ਦੀ ਗੱਲ ਹੋਣੀ। ਆਪਾਂ ਇਹ ਵੀ ਬੇਨਤੀ ਕਰੀਏ ਵੀ ਜੇ ਕੋਈ ਇਹੋ ਜਿਹਾ ਵੀਰ ਜਿਹੜਾ ਇਸ ਕਾਰੋਬਾਰ ਨਾਲ ਜੁੜਿਆ, ਜੇ ਸਾਨੂੰ ਸੁਣਦਾ ਹੋਵੇ ਤੇ ਟਿੱਪਣੀ ਜ਼ਰੂਰ ਕਰਿਓ ਵੀ ਯਾਰ ਅਸੀਂ ਤੁਹਾਡੀ ਗੱਲ ਕੀਤੀ ਆ, ਜਾਣੀ ਸਾਡੇ ਹੀ ਹੋ ਤੁਸੀਂ। ਗੱਲ ਕਿਹੜੀ ਆ ਸਮਾਜ ਦੇ ਵਿੱਚ ਸੰਧਾਲੀਆ ਸਾਹਿਬ। ਫਿਰ ਦੇਖੋ ਮੈਂ ਸੋਚਦਾ ਹੁੰਦਾ ਜਦੋਂ ਬਰਾਤ ਵਾਪਸ ਆ ਗਈ ਆ, ਉਹਦੇ ਤੋਂ ਬਾਅਦ ਜਿਨ੍ਹਾਂ ਦੇ ਕੋਲ ਤਾਂ ਆਪਣੀ ਗੱਡੀ ਹੈ, ਜਿਹੜੇ ਤਾਂ ਆਪਣੀ ਗੱਡੀ ਲੈ ਕੇ ਆਏ ਉਹ ਤਾਂ ਠੀਕ ਹੈ, ਮੁੜ ਕੇ ਜਦੋਂ ਬਰਾਤ ਵਾਪਸ ਆ ਗਈ ਇਹਨਾਂ ਨੂੰ ਫੇਰ ਕਹੀ ਜਾਣਾ ਤੁਹਾਡੇ ਆਪਣੇ 4 ਫੈਕ ਲਾ ਕੇ ਵਿਆਹ ਹੋਏ ਨਹੀਂ ਜਾਣਾ। ਫਿਰ ਇਹਨਾਂ ਨੇ ਪੈਸੇ ਭਾਲਣੇ ਆ, ਪੈਸੇ ਤਾਂ ਮਿਹਨਤ ਕੀਤੀ ਹੈ। ਤੇ ਉਸ ਵੇਲੇ ਜਦੋਂ ਪੈਸੇ ਭਾਲਣੇ ਆ, ਉਹਨਾਂ ਨੇ ਕਿਹਾ ਅਜੇ ਤਾਂ ਪਾਣੀ ਬਾਹਰ ਹੁੰਦਾ ਆ, ਅਜੇ ਅੰਦਰੋਂ ਦੁੱਧ ਦਾ ਜਿਹਾ ਗਲਾਸ ਜਿਹਾ ਪੀਂਦੇ ਹੁੰਦੇ, ਅਜੇ ਉਹ ਆਦੇ ਕੰਗਣਾ ਖੇਲਦੇ ਹੁੰਦੇ ਆ ਬੰਦੇ, ਜਣੀ ਆਹ ਕਰਦੇ ਆ ਅਜੇ ਯਾਰ ਹੁਣ ਤੁਹਾਨੂੰ ਪਹਿਲਾਂ ਪ੍ਰਾਹੁਣੇ ਦਾ ਤੋਰ ਲਈਏ। ਕਈ ਵਾਰੀ 2-2 2.5-2.5 ਘੰਟੇ ਇਹ ਪੈਸਿਆਂ ਨੂੰ ਬੈਠ ਰਹਿੰਦੇ ਉੱਥੇ, ਤੇ ਬਾਅਦ ਵਿੱਚ ਜੀਟੀ ਰੋਡ ਨੂੰ ਤੁਰੇ ਜਾਂਦੇ ਹੁੰਦੇ ਕਿ ਹਲੇ ਬੱਸ ਕਿਹੜੀ ਮਿਲੂਗੀ। ਨਹੀਂ ਉਹ ਠੀਕ ਗੱਲ ਆ, ਪਰ ਦੇਖੋ ਕਾਰਨ ਹੈ ਵੀ ਇਹ ਸਾਰੇ ਬੰਦੇ ਮਤਲਬ ਸਹੀ ਹੁੰਦੇ ਆ, ਕਦੀ ਕਦਾਈ ਦੂਜੇ ਵੀ ਆ ਜਾਂਦੇ ਬੰਦੇ। ਮੈਨੂੰ ਇੱਕ ਚੇਤੇ ਆ ਗਿਆ, ਉਹ ਇੱਕ ਵਿਆਹ 'ਚ ਨਾ ਅੱਛਾ ਸਾਰਾ ਉਹ ਵਧੀਆ ਚੱਲੇ, ਮਤਲਬ ਮੇਰਾ ਖਿਆਲ ਦੁਪਹਿਰ ਦੀ ਰੋਟੀ ਤੱਕ ਵੀ ਠੀਕ ਚੱਲੇ। ਜਦੋਂ ਕੰਮ ਸੀ ਨਾ ਡੋਲੀ ਤੁਰਨ ਵਾਲਾ, ਉਹਨੇ ਕੁ ਚਿਰ ਨੂੰ ਉਹ ਆਖਣ ਵੀ ਵਜਾਉਂਦੇ ਵੀ ਆਉਂਦੇ ਨੇ ਕੀ ਗੱਲ ਹੋ ਗਈ, ਤੇ ਜਿਹੜਾ ਉਹਨਾਂ ਦਾ ਮੇਨ ਵਾਜਾਵਾਜ ਵੱਜ ਹਟਿਆ ਸੀ ਆਪ ਹੌਲੀ ਦਿਨ ਵੱਜ ਹਟਿਆ, ਉਹਦਾ ਕਿਤੇ ਦੂਰ ਨੇੜੇ ਦਾ ਰਿਸ਼ਤੇਦਾਰ ਉੱਥੇ ਕਿਤੇ ਵੇਟਰ ਹੋਊਗਾ ਵਿੱਚ, ਉਹਨੇ ਨੂੰ ਥੋੜਾ ਆਸੇ ਪਾਸੇ ਕਰਤਾ ਕੰਮ, ਉਹਨੇ ਜਿਹਨੂੰ ਸੈੱਟ ਹੋਇਆ ਉਹਦੇ ਵਾਜੇ ਆਪਣੇ ਵੱਜੇ, ਤਾਂ ਫਿਰ ਉਹਨਾਂ ਦੇ ਵਾਜੇ ਫਿਰ ਵਜਾਏ ਲੋਕਾਂ ਨੇ, ਉਹਨਾਂ ਦੇ ਫਿਰ ਵਾਜੇ ਵੱਜੇ। ਉਹ ਫਿਰ ਵਿਚਾਰੇ ਮਤਲਬ ਮੈਨੂੰ ਨਹੀਂ ਲੱਗਦਾ ਵੀ ਉਹ ਜਿਹੜੀ ਬੱਸ ਤੇ ਗਏ ਸੀ ਉੱਤੇ ਮੁੜੇ, ਉਹ ਫਿਰ ਕਿਤੇ ਹੋਰ ਗਏ। ਅਸੀਂ ਚਲੋ ਇੱਕੋ ਬੇਨਤੀ ਕਰਦੇ ਹਾਂ ਕਿ ਭਾਈ ਹੁਣ ਨਿਬੇੜਦੀ ਇੱਥੇ ਕਿ ਇਹਨਾਂ ਨੂੰ ਭਾਈ ਠੰਡ ਨਾ ਲੱਗੇ, ਇਹਨਾਂ ਨੂੰ ਚਾਹ ਚੂ ਆਉਂਦਿਆਂ ਨੂੰ ਪਿਲਾਓ, ਇਹਨਾਂ ਨੂੰ ਪੈਸੇ ਵੇਲੇ ਸਿਰ ਦਿਓ। ਤੇ ਸਭ ਤੋਂ ਵੱਡੀ ਗੱਲ ਵਾਰਨੇ ਕਰਦੇ ਹੁੰਦੇ ਆਪਣੇ ਲੋਕ ਸੰਧਾਲੀਆ ਸਾਹਿਬ, ਤੇ ਬਹੁਤ ਵਾਰ ਤੁਹਾਡੇ ਵਰਗਾ ਫੁੱਫੜੇ ਇਹਨਾਂ ਦੇ ਲੱਤਾਂ ਮਾਰਦਾ, ਤੁਸੀਂ ਕੀ ਵਿੱਚ ਤੁਰੇ ਫਿਰਦੇ ਆ। ਸੰਧਾਲੀਆ ਸਾਹਿਬ ਉਹਨਾਂ ਦੀ ਉਹੀ ਕਮਾਈ ਹੈ, ਤੁਸੀਂ ਕਰਨੋਂ ਹਟ ਜਾਓ ਇੱਦਾਂ, ਜਾਂ ਉਹਨਾਂ ਨੂੰ ਪਹਿਲਾਂ ਕਹਿ ਦਿਓ ਕਿ ਭਾਈ ਕਿਸੇ ਨੇ ਪੈਸੇ ਨਹੀਂ ਫੜਨੇ। ਹੁਣ ਪੈਸੇ ਤਾਂ ਅਗਲਾ ਬੰਦਾ ਜਿਹੜਾ ਨਾ ਇੱਧਰਲੇ ਪਾਸੇ ਆ ਕੇ ਹੀ ਫੜੂਗਾ, ਤੇ ਉਹ ਇੰਨੇ ਜੋਗਾ ਨਹੀਂ ਹੁੰਦਾ ਕਿ ਕੋਈ ਮਾੜੀ ਚੰਗੀ ਉੱਥੇ ਹਰਕਤ ਕਰ ਦੇਊਗਾ। ਥੋੜ੍ਹਾ ਜਿਹਾ ਇਹਨਾਂ ਨਾਲ ਠੀਕ ਤਰੀਕੇ, ਠੀਕ ਵਿਹਾਰ, ਕਿਉਂਕਿ ਬਾਬੇ ਨੇ ਕਿਹਾ ਨਾ, ਬਾਬਾ ਨਾਨਕ ਗੁਰੂ ਨਾਨਕ ਦੇਵ ਜੀ ਨੇ ਤਾਂ ਸਾਰੀ ਉਮਰ ਇਹੀ ਕਿਹਾ ਵੀ ਬੰਦੇ ਨੂੰ ਆਪਾਂ ਬੰਦਾ ਸਮਝਣਾ, ਤੇ ਕਦੇ ਕਦੇ ਅਸੀਂ ਸਮਝਣੋਂ ਹਟ ਜਾਂਦੇ ਹਾਂ, ਤੇ ਬਾਬੇ ਦਾ ਉਲਟਾ ਅਸਰਾ ਇੱਕ ਦਿਨ ਪਹਿਲਾਂ ਹੀ ਲੈ ਕੇ ਹਟੇ ਹੁੰਦੇ ਆਹ। ਚਲੋ ਖੈਰ, ਜਦੋਂ ਅਸੀਂ ਗੱਲ ਕਰਨ ਡਏ ਉਦੋਂ ਅਜੇ ਹੋ ਸਕਦਾ ਵੀ ਅਜੇ ਕੋਈ ਵਿਆਹ ਵਾਲੀ ਬਹੁਤੀ ਗੱਲਬਾਤ ਨਾ ਹੋਵੇ। ਕੈਨੇਡਾ 'ਚ ਹੈਗੀ ਹੈ, ਕੈਨੇਡਾ 'ਚ ਤਾਂ ਇਹਨਾਂ ਦਿਨਾਂ ਜਵਾਬ ਹੁੰਦੀ ਵਿਆਹ ਹੁੰਦੇ। ਖੈਰ ਆਪਾਂ ਹੁਣ ਚੱਲੀਏ ਜੀ। ਪਰ ਮੈਂ ਇੱਕ ਗੱਲ ਸੋਚਦਾ ਜੇ ਤੁਸੀਂ ਲੜ ਪਿਆ ਕਰਨਾ ਮੂਹਰੇ ਕਿਤੇ ਕੈਨੇਡਾ 'ਚ ਜਿੱਥੇ ਵੀ ਹੁੰਦੇ, ਹਾਂ ਤੁਸੀਂ ਟਾਈਮ ਨਾਲ ਲੜ ਪਿਆ ਕਰਨਾ ਯਾਰ। ਮੁੰਡਾ ਜਾਣੀ ਮੰਨ ਲਓ ਮੈਂ ਸੋਚਦਾ ਵੀ ਆਪਣੀ ਬਾਜਾ ਮੰਡਲੀ ਹੁੰਦੀ, 8 ਵਜੇ ਉਹਨਾਂ ਨੇ ਕਹਿ ਦਿੱਤਾ, ਤੁਸੀਂ ਕਹਿੰਦੇ ਠੀਕ ਹੈ ਜੀ 8 ਵਜੇ ਤਾਂ ਆਮ ਤੌਰ 'ਤੇ ਕਹਿੰਦੇ ਸਰਦਾਰ ਜੀ ਬਰਾਤ 8 ਵਜੇ ਤੁਰਦੀ ਨਹੀਂ ਹੁੰਦੀ, ਤੁਸੀਂ ਕਹਿੰਦੇ ਉਹਨਾਂ ਕਹਿੰਦੇ ਨਹੀਂ ਅਸੀਂ 8 ਵਜੇ ਜਾਣਾ, ਅਸੀਂ ਪੱਕਾ ਕੀਤਾ ਆ, ਇੱਦਾਂ ਦੀ ਗੱਲ ਨਹੀਂ, ਠੀਕ ਹੈ ਜੀ ਅਸੀਂ ਫਿਰ 8:30 ਤੱਕ ਦੇਖ ਲਾਂਗੇ, 8:30 ਵਜੇ ਤੁਸੀਂ ਆ ਕੇ ਫੁੱਫੜ ਫੜ ਲਿਆ ਕਰਨਾ। ਨਹੀਂ ਹੋ ਸਕਦਾ ਵੀ ਜੋ ਹਿਸਾਬ ਨਾਲ ਜੇ ਮੰਨ ਲਓ ਵੀ 8:30 ਪੌਣੇ 9 ਵਜੇ ਕਿਤੇ ਬੈਠੇ ਚਾਹ ਪੀਂਦੇ, ਉਧਰ ਤੁਹਾਨੂੰ ਚਾਹ ਸੁੱਜਣ ਡਈ ਹੈ, ਉਹ ਜਿਹੜਾ ਵੱਡਾ ਹਾਰਾ ਵਾਜਾ ਉਹ ਫੁੱਫੜ ਦੇ ਬਾਅਦ ਗਲ 'ਚ ਪਾਇਆ ਆ ਚੱਕ ਲੋ ਕਹਿੰਦਾ ਵਜਾਵਾ ਆਪੇ ਵਜਾਉਂਦੇ ਰਹੋ ਹੀ ਚੱਲੇ ਆ। ਚਲੋ ਆਪਾਂ ਇਸ ਚੱਕਰ 'ਚ ਨਾ ਪਈਏ, ਬੰਦੇ ਸਾਊ ਨੇ ਉਹ, ਆਪਾਂ ਅੱਜ ਕਰਨੀ ਹੈ WhatsApp ਗੱਲ, ਕਰਨੀ ਨਹੀਂ ਬਾਜਾ ਵੱਜਣ ਵਾਲਾ ਆ ਲੋਕ ਸਭਾ ਚੋਣਾਂ ਦਾ। ਹਾਂ ਉਹੀ ਮੈਂ ਗੱਲ ਕਰ ਲੱਗਿਆ ਵੀ ਲੋਕ ਸਭਾ ਚੋਣਾਂ ਜਿਹੜੀਆਂ ਹੁਣ ਹੋ ਸਕਦਾ ਕਿਸੇ ਨੂੰ ਲੱਗਦਾ ਹੋ ਵੀ ਯਾਰ ਤੁਸੀਂ ਹੁਣ ਤੋਂ ਲੋਕ ਸਭਾ ਚੋਣਾਂ 2024 ਦੀ ਗੱਲ ਕਰਨ ਲੱਗ ਪਏ। ਅਸੀਂ ਮੈਨੂੰ ਲੱਗਦਾ ਵੀ ਆਪਾਂ ਜੇ ਲੇਟ ਆ, ਜੇ ਆਪਾਂ ਪੋਲੀਟੀਕਲ ਪਾਰਟੀਆਂ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਉਹਨਾਂ ਦੇ ਹਿਸਾਬ ਨਾਲ ਗੱਲ ਕਰੀਏ ਤੇ ਉਹਦੇ ਮੇਰਾ ਖਿਆਲ ਹੁਣ ਤੋਂ 6 ਮਹੀਨੇ ਪਹਿਲਾਂ ਦੇ ਸ਼ੁਰੂ ਹੋਏ ਆ। 6 ਮਹੀਨੇ ਬਾਅਦ ਜਦੋਂ ਦਾ 2023 ਚੜ੍ਹਿਆ ਉਦੋਂ ਬਾਅਦ ਲਗਭਗ ਉਹਨੂੰ ਲੱਗਿਆ ਵੀ ਉਹ ਇਹੋ ਸਾਲ ਰਹਿ ਗਏ, ਕਰ ਲਓ ਕੁਛ, ਹੈ ਨਾ। ਕਿਉਂਕਿ ਜੇ ਮੈਂ ਗਲਤ ਨਹੀਂ ਤੇ ਅਗਲੇ ਸਾਲ ਚੜ੍ਹਦਿਆਂ ਆ ਫਰਵਰੀ ਦੇ ਸ਼ੁਰੂ ਜੇ ਦੇ ਵਿੱਚ ਹੁੰਦਿਆਂ ਤੇ ਲਗਭਗ ਕੰਮ ਚੱਲਣਾ ਵੀ ਸ਼ੁਰੂ ਹੋਣਾ ਵੀ ਫਲਾਣੇ ਥਾਂ ਜੀ ਚੋਣ ਜਾਬਤਾ ਲੱਗ ਗਿਆ, ਉੱਧਰ ਇਲੈਕਸ਼ਨ ਸ਼ੁਰੂ ਹੋ ਗਈ ਜੀ, ਮੁੜ ਕੇ ਵਾਹਵਾ ਫੇਸ 'ਚ ਚੱਲਦੀ ਹੁੰਦੀ ਉਹ। ਹੁਣ ਮੈਨੂੰ ਇਹ ਆ ਕਿ ਵੀ ਆਪਾਂ ਕਿਉਂ ਨਾ ਲੋਕ ਸਭਾ ਚੋਣਾਂ ਜਿਹਨੂੰ ਲੈ ਕੇ ਹਰੇਕ ਪੋਲੀਟੀਕਲ ਪਾਰਟੀ ਕੁਛ ਪ੍ਰਤੱਖ, ਕੁਛ ਅੰਦਰ ਖਾਤੇ, ਕੁਛ ਇੱਧਰ ਉੱਧਰ ਲੱਗੀ ਆ, ਉਹਦੇ 'ਤੇ ਗੱਲਬਾਤ ਕਰੀਏ ਥੋੜ੍ਹੀ ਜਿਹੀ। ਜ਼ਰੂਰੀ ਹੈ ਸੰਧਾਲੀਆ ਸਾਹਿਬ, ਅਸਲ ਦੇ ਵਿੱਚ ਇਹਨਾਂ ਨੂੰ ਲੋਕ ਸਭਾ ਦੀਆਂ ਚੋਣਾਂ ਨਹੀਂ ਸਮਝਣਾ ਅਸੀਂ। 2024 ਤੋਂ ਬਾਅਦ 2029 ਤੱਕ ਸਾਡੇ ਦੇਸ਼ ਦੀ ਵਾਗਡੋਰ ਕਿਹਨੇ ਸਾਂਭਣੀ ਹੈ, ਕਿਹੜੀਆਂ ਨੀਤੀਆਂ ਦੇ ਨਾਲ ਸਾਂਭਣੀ ਹੈ, ਸਾਡਾ ਦੇਸ਼ ਕਿੱਧਰਲੇ ਪਾਸੇ ਨੂੰ ਜਾਊਗਾ, ਸਾਡੇ ਦੇਸ਼ ਦੇ ਵਿੱਚ ਰੁਜ਼ਗਾਰ ਦੇ ਕੀ ਹਾਲਾਤ ਰਹਿਣਗੇ, ਮਹਿੰਗਾਈ ਦੇ ਕੀ ਹਾਲਾਤ ਰਹਿਣਗੇ, ਅਫਰਾ ਤਫਰੀ ਦੇ ਕੀ ਹਾਲਾਤ ਰਹਿਣਗੇ, ਸਾਡੇ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਨਾਲ ਸੰਬੰਧ ਕਿਹੋ ਜਿਹੇ ਹੋਣਗੇ, ਇਹ ਸਾਰਾ ਕੁਝ ਨਿਰਭਰ ਕਰਨਾ। ਇਹ ਲੋਕ ਸਭਾ ਚੋਣ ਦੇ ਲਈ ਹਰ ਇੱਕ ਭਾਰਤੀ ਵੋਟਰ ਨੇ ਇੱਕ ਵੋਟ ਪਾਉਣੀ ਹੈ, ਪਰ ਉਸ ਇੱਕ ਵੋਟ ਨੇ ਤੁਹਾਡਾ 5 ਸਾਲ ਦਾ ਭਵਿੱਖ ਨਿਰਧਾਰਿਤ ਕਰਨਾ। ਯਾਨੀ ਪ੍ਰਧਾਨ ਮੰਤਰੀ ਕੌਣ ਹੋਊਗਾ, ਪੰਜਾਬ ਦੇ ਕੋਟੇ 'ਚੋਂ ਮਿਨਿਸਟਰ ਕੌਣ ਹੋਊਗਾ, ਹੋਰ ਕਿੱਧਰੋਂ ਮਿਨਿਸਟਰ ਬਣਨਗੇ, ਵਿਰੋਧੀ ਧਿਰ ਦੇ ਵਿੱਚ ਕੌਣ ਬੈਠੂਗਾ, ਵਿਰੋਧੀ ਧਿਰ
ਮਾੜੀ ਮੋਟੀ ਹੋਏਗੀ ਵੀ ਕਿ ਨਹੀਂ ਹੋਏਗੀ। ਜੇ ਨਹੀਂ ਹੋਏਗੀ ਤਾਂ ਸਰਕਾਰਾਂ ਕੀ ਕਰਦੀਆਂ ਹੁੰਦੀਆਂ ਆਪਾਂ ਸਾਰਿਆਂ ਨੂੰ ਪਤਾ। ਜਾਣੀ ਇਹ ਭਾਰਤ ਦੇ ਲੋਕਾਂ ਨੇ ਲੋਕ ਸਭਾ ਦੀਆਂ ਚੋਣਾਂ ਦੇ ਲਈ ਵੋਟ ਨਹੀਂ ਪਾਉਣੀ, ਇਹਨਾਂ ਨੇ ਆਪਣਾ ਭਵਿੱਖ ਲਿਖਣਾ ਬਸ। ਸੋ ਮਤਲਬ ਹੁਣ ਤੱਕ ਤਾਂ ਆਪਾਂ ਇਹ ਮੰਨ ਕੇ ਚੱਲੀਏ ਵੀ ਪਹਿਲੇ 10 ਸਾਲ ਸਰਦਾਰ ਮਨਮੋਹਨ ਸਿੰਘ ਹੋਣੀ ਰਹਿ ਗਏ ਪ੍ਰਧਾਨ ਮੰਤਰੀ, 14 ਤੋਂ ਲੈ ਕੇ ਤੇ 24 ਤੱਕ 10 ਸਾਲ ਹੋ ਜਾਣੇ ਆ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਰਹਿ ਗਏ। ਯਾਨੀ ਕਿ ਭਾਰਤ ਦੇ ਵਿੱਚ ਲਗਾਤਾਰ 20 ਸਾਲਾਂ ਦੇ ਵਿੱਚ ਸਿਰਫ 2 ਪ੍ਰਧਾਨ ਮੰਤਰੀ ਚਿਹਰੇ। ਹੁਣ ਅਗਲਾ ਜਿਹੜਾ 5 ਸਾਲ ਵਾਲਾ ਦੌਰ ਸ਼ੁਰੂ ਹੋਣਾ, ਉਹਦੇ 'ਤੇ ਆਪਾਂ ਜੇ ਧਿਆਨ ਧਰੀਏ ਤੇ ਮੈਨੂੰ ਲੱਗਦਾ ਵੀ ਪਹਿਲਾਂ ਤਾਂ ਰਾਜ ਕਰ ਦੀ ਧਿਰ ਵਾਲੇ ਪਾਸੇ ਸ਼ੁਰੂ ਕਰ ਲੈਣਾ ਚਾਹੀਦਾ, ਕਿਉਂਕਿ ਰਾਜ ਕਰ ਦੀ ਧਿਰ ਕਹਿੰਦੀ ਹੈ ਵੀ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਪੋਲੀਟੀਕਲ ਪਾਰਟੀ, ਸਾਡਾ ਸੰਗਠਨ ਸਭ ਤੋਂ ਵੱਧ ਮਜ਼ਬੂਤ, ਸਭ ਤੋਂ ਵੱਧ ਡਿਸਪਲਿਨਡ ਪਾਰਟੀ ਅਸੀਂ, ਤੇ ਸਭ ਤੋਂ ਵੱਧ ਜੇ ਉਹ ਕਹਿੰਦੇ ਵੀ ਆਜ਼ਾਦੀ ਤੋਂ ਬਾਅਦ ਕਿਸੇ ਪਾਰਟੀ ਨੇ ਜਾਂ ਕਿਸੇ ਸਰਕਾਰ ਨੇ ਜਾਂ ਪ੍ਰਧਾਨ ਮੰਤਰੀ ਨੇ ਦੇਸ਼ ਦੇ ਵਿੱਚ ਸਭ ਤੋਂ ਵੱਧ ਵਿਕਾਸ ਕੀਤਾ ਜਾਂ ਇੰਡੀਆ ਨੂੰ ਕਹਿੰਦੇ ਵੀ ਸਭ ਤੋਂ ਵੱਧ ਉੱਪਰ ਖੜਿਆ, ਇਹ ਉਹਨਾਂ ਦੇ ਅਕੋਰਡਿੰਗਲੀ ਮੈਂ ਕਹਿ ਰਿਹਾ, ਉਹ ਕਹਿੰਦੇ ਵੀ ਬੀਜੇਪੀ ਹੈ। ਤੇ ਅਗਲੀ ਵਾਰ 2024 ਦੇ ਵਿੱਚ ਦੇਸ਼ ਵਾਲਿਆਂ ਨੇ ਦੁਬਾਰਾ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਚੁਣਨਾ, ਇਹ ਉਹਨਾਂ ਦਾ ਦਾਅਵਾ। ਇਹ ਦਾਅਵਾ ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਮੋਦੀ ਸਾਹਿਬ ਦੇ ਕੱਦ ਦਾ ਕੋਈ ਲੀਡਰ ਨਹੀਂ ਇਸ ਲਈ, ਇਹ ਗੱਲ ਪੱਕੀ ਹੈ। ਪਹਿਲੀ ਲੜਾਈ ਤਾਂ ਘਰ ਤੇ ਅੰਦਰੋਂ ਹੁੰਦੀ ਨਾ ਕਿ ਭਾਈ ਜੇ ਬਰਾਤੀ ਇੱਕ ਜਾਣਾ ਤੇ ਕੌਣ ਜਾਊਗਾ, ਤੇ ਜੇ ਕਲੀਅਰ ਹੋਵੇ ਕਿ ਭਾਈ ਪਾਪਾ ਜੀ ਹੀ ਜਾਣਗੇ ਫਿਰ ਤਾਂ ਪਾਪਾ ਜੀ ਹੀ ਜਾਂਦੇ ਆ। ਪਾਪਾ ਜੀ ਢਿੱਲੇ ਮੱਠੇ ਹੋਣ, ਪਾਪਾ ਜੀ ਕਹਿਣ ਕਿ ਮੈਂ ਇੱਥੇ ਨਹੀਂ ਜਾਣਾ, ਸੁੱਕ ਪੁਕਾ ਜਾ ਵਿਆਹ ਤੁਸੀਂ ਜਾਓ, ਤਾਂ ਫਿਰ ਵੱਖਰੀ ਗੱਲ ਆ ਕਿਸੇ ਹੋਰ ਦਾ ਨੰਬਰ ਲੱਗ ਜਾਏ। ਹੁਣ ਆਪਣੇ ਦੋਨਾਂ ਦੇ ਵਿੱਚੋਂ ਜੇ ਕੋਈ ਬਰਾਤੇ ਜਾਊ ਤਾਂ ਸੰਧਾਲੀਆ ਸਾਹਿਬ ਹੀ ਜਾਣਗੇ। ਨਹੀਂ ਮੈਂ ਕਿਉਂ ਜਾਊਂਗਾ। ਤੇ ਜਿੱਥੇ ਤੁਹਾਨੂੰ ਲੱਗਦਾ ਹੋਵੇ ਕਿ ਭਾਈ ਉੱਥੇ ਤਾਂ ਘਰੇ ਆ ਵਿਆਹ, ਪੈਲੇਸ 'ਚ ਨਹੀਂ ਹੈਗਾ, ਫਿਰ ਉੱਥੇ ਤੁਸੀਂ ਕਿਤੇ ਕਹਿ ਸਕਦੇ ਤੂੰ ਜਾਇਆ ਯਾਰ। ਨਹੀਂ ਮੈਂ ਹਮੇਸ਼ਾ ਤੁਹਾਨੂੰ ਭੇਜਦਾ ਵਾ ਨਾ ਵੀ ਤੁਸੀਂ ਜਾਓ, ਜਾ ਕੇ ਦੱਸੋ ਫਿਰ 12 ਵਜੇ ਫਿਰ ਵੇਖਦੇ ਵੀ ਆਉਣ ਵਾਲਾ ਹੈ ਕਿ ਨਹੀਂ। ਹੁਣ ਸੰਧਾਲੀਆ ਸਾਹਿਬ, ਪਹਿਲੀ ਗੱਲ ਹੈ ਕਿ ਨਰਿੰਦਰ ਮੋਦੀ ਸਾਹਿਬ ਨੂੰ ਬੀਜੇਪੀ ਦੇ ਅੰਦਰੋਂ ਕੋਈ ਚੁਣੌਤੀ ਨਹੀਂ। ਹਾਲਾਂਕਿ ਕਦੇ ਕਦੇ ਯੋਗੀ ਆਦਿੱਤਿਆਨਾਥ ਸਾਹਿਬ ਦੀ ਗੱਲ ਚੱਲਦੀ ਆ, ਵਿੱਚ ਵਿਚਾਲੇ ਰਿਪੋਰਟਾਂ ਪਤਾ ਨਹੀਂ RSS ਵਾਲੇ ਖੁਸ਼ ਨੇ ਮੋਦੀ ਸਾਹਿਬ ਤੋਂ ਜਾਂ ਨਹੀਂ, ਪਰ ਉਹਨਾਂ ਨੂੰ ਕੋਈ ਚੁਣੌਤੀ ਨਹੀਂ। ਪਹਿਲੀ ਗੱਲ ਇਹ ਹਾਲ ਦੀ ਘੜੀ ਜੋ ਨਜ਼ਰ ਆਉਂਦਾ ਹੈ, ਬਾਕੀ ਸਿਆਸਤ ਦਾ ਕੁਝ ਨਹੀਂ ਪਤਾ। ਦੂਸਰਾ ਇਹ ਕਿ ਭਾਰਤੀ ਜਨਤਾ ਪਾਰਟੀ ਜਿਸ ਪੱਧਰ ਤੇ ਤਿਆਰੀਆਂ ਲਿਜਾ ਚੁੱਕੀ ਹੈ ਲੋਕ ਸਭਾ ਦੀ ਚੋਣ ਲਈ, ਉਹਨਾਂ ਦੇ ਮੁਕਾਬਲੇ ਕਿਸੇ ਦੀ ਤਿਆਰੀ ਨਹੀਂ, ਇਹ ਗੱਲ ਬੜੀ ਕਲੀਅਰ ਹੈ। ਤੀਸਰੀ ਗੱਲ ਕਿ ਜੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਇਹ ਲੱਗਦਾ ਹੈ ਕਿ ਭਾਰਤ ਦੇ ਲੋਕਾਂ ਨੇ ਸਰਕਾਰ ਸਾਡੀ ਉਹ ਬਣਾਉਣੀ ਹੈ ਤਾਂ ਇਹ ਭੁਲੇਖਾ, ਕਿਉਂਕਿ ਪਿਛਲੀ ਵਾਰ ਵੀ ਉਹਨਾਂ ਨੂੰ ਵੋਟਾਂ ਜਿਹੜੀਆਂ ਆਪਾਂ ਸਾਰਿਆਂ ਨੂੰ ਪਤਾ 50% ਤੋਂ ਉੱਪਰ ਤਾਂ ਨਹੀਂ ਸੀ ਪੈ ਗਈਆਂ, 40% ਵੀ ਨਹੀਂ ਸੀ ਪੈ ਗਈਆਂ। ਹੁਣ ਇਸ ਸਥਿਤੀ ਦੇ ਵਿੱਚ ਇੰਜ ਕਿਉਂ ਲੱਗਦਾ ਹੈ ਕਿ ਭਾਈ ਭਾਰਤੀ ਜਨਤਾ ਪਾਰਟੀ ਦੁਬਾਰਾ ਜਿੱਤ ਸਕਦੀ ਹੈ? ਉਹਨਾਂ ਦੇ ਵਿਰੋਧ ਦੇ ਵਿੱਚ ਕੌਣ ਹੈ? ਕਾਂਗਰਸ। ਤੇ ਕਾਂਗਰਸ ਪਾਰਟੀ ਵਾਲੇ ਅਜੇ ਕਿੱਥੇ ਖਲੋਤੇ, ਉਹਨਾਂ ਨੂੰ ਤਾਂ ਇਹੀ ਨਹੀਂ ਪਤਾ ਲੱਗਦਾ ਕਿ ਜਦੋਂ ਤੱਕ ਇਲੈਕਸ਼ਨ ਹੋਣੀ ਹੈ ਰਾਹੁਲ ਗਾਂਧੀ ਸਾਹਿਬ ਲੋਕ ਸਭਾ ਦੇ ਮੈਂਬਰ ਉਦੋਂ ਹੋਣਗੇ ਕਿ ਨਹੀਂ। ਉਹਨਾਂ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਰਾਹੁਲ ਗਾਂਧੀ ਸਾਹਿਬ ਇਲੈਕਸ਼ਨ ਲੜ ਸਕਣਗੇ ਕਿ ਨਹੀਂ, ਕਿਉਂਕਿ ਮੱਲਿਕਾਰਜੁਨ ਖੜਗੇ ਸਾਹਿਬ ਠੀਕ ਹੈ ਪ੍ਰਧਾਨ ਨੇ ਕਾਂਗਰਸ ਦੇ, ਪਰ ਉਹ ਪ੍ਰਧਾਨ ਨੇ ਤਾਂ ਪ੍ਰਧਾਨ ਨੇ ਬਸ ਵੀ ਪ੍ਰਧਾਨ ਰਹਿਣ, ਪ੍ਰਧਾਨ ਤੋਂ ਪ੍ਰਧਾਨ ਮੰਤਰੀ ਤੱਕ ਦਾ ਸਫ਼ਰ ਖੜਗੇ ਸਾਹਿਬ ਤੋਂ ਤੈਅ ਨਹੀਂ ਕਰ ਹੋਣਾ, ਇਹ ਬੜੀ ਕਲੀਅਰ ਗੱਲ ਹੈ। ਹੁਣ ਬੀਜੇਪੀ ਦੇ ਅੰਦਰ ਸੰਧਾਲੀਆ ਸਾਹਿਬ ਤੁਸੀਂ ਦੇਖੋ, ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਕੁਝ ਸੂਬਾ ਪ੍ਰਧਾਨ ਬਦਲਤੇ, ਕੁਝ ਸੂਬਿਆਂ ਦੇ ਚੋਣ ਇੰਚਾਰਜ ਬਦਲ ਦਿੱਤੇ। ਉਹਨਾਂ ਨੇ ਜਦੋਂ ਇਹ ਦੇਖ ਲਿਆ ਕਿ ਭਾਈ 28 ਸੀਟਾਂ ਵਾਲਾ ਕਰਨਾਟਕ ਸਾਡੇ ਹੱਥੋਂ ਗਿਆ, ਜਦੋਂ ਉਹਨਾਂ ਨੇ ਦੇਖ ਲਿਆ ਕਿ ਭਾਈ ਸਾਡੇ ਹੱਥੋਂ 4 ਸੀਟਾਂ ਵਾਲਾ ਹਿਮਾਚਲ ਗਿਆ, ਤੇ ਉਹਨਾਂ ਨੇ ਨਾਲ ਹੀ ਕੰਮ ਸ਼ੁਰੂ ਕਰ ਦਿੱਤਾ। ਤੁਸੀਂ ਜੇ ਪਿਛਲੇ 1 ਮਹੀਨੇ ਦਾ ਪ੍ਰਧਾਨ ਮੰਤਰੀ ਸਾਹਿਬ ਦਾ ਸਫ਼ਰ ਦੇਖੋ, ਅਮਰੀਕਾ ਤੋਂ ਬਾਅਦ ਵਾਲਾ ਹੀ ਦੇਖ ਲਓ, ਅਮਰੀਕਾ ਦੌਰੇ ਤੋਂ ਬਾਅਦ, ਉਹ ਤੁਹਾਨੂੰ ਮੱਧ ਪ੍ਰਦੇਸ਼ ਦੇ ਵਿੱਚ ਨਜ਼ਰ ਆਉਣਗੇ, ਮੱਧ ਪ੍ਰਦੇਸ਼ 'ਚ, ਉਹ ਤੁਹਾਨੂੰ ਰਾਜਸਥਾਨ ਦੇ ਵਿੱਚ ਨਜ਼ਰ ਆਉਣਗੇ, ਉਹ ਤੁਹਾਨੂੰ ਉੱਤਰ ਪ੍ਰਦੇਸ਼ ਦੇ ਵਿੱਚ ਨਜ਼ਰ ਆਉਣਗੇ, ਉਹ ਤੁਹਾਨੂੰ ਛੱਤੀਸਗੜ੍ਹ ਦੇ ਵਿੱਚ ਨਜ਼ਰ ਆਉਣਗੇ, ਉਹ ਤੁਹਾਨੂੰ ਝਾਰਖੰਡ ਦੇ ਵਿੱਚ ਨਜ਼ਰ ਆਉਣਗੇ। ਇਹ ਜਿਹੜੀ ਸਾਰੀ ਬੈਲਟ ਕੀ ਹੈ? ਹੁਣ ਰਾਜਸਥਾਨ ਦੀਆਂ 25 ਲੋਕ ਸਭਾ ਦੀਆਂ ਸੀਟਾਂ, ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਦੀਆਂ ਸੀਟਾਂ, ਇਸੇ ਤਰੀਕੇ ਮੱਧ ਪ੍ਰਦੇਸ਼ ਵੀ 25 ਤੋਂ ਉੱਪਰ ਲੋਕ ਸਭਾ ਦੀਆਂ ਸੀਟਾਂ ਸਮੋਈ ਬੈਠਾ ਹੈ। ਛੱਤੀਸਗੜ੍ਹ ਲਾ ਲਓ, ਤੇਲੰਗਾਨਾ ਲਾ ਲਓ, ਇਹ ਉਹ ਸੂਬੇ ਨੇ ਜਿੱਥੋਂ ਜਿਹੜੀ ਪਾਰਟੀ ਜਿੰਨੀ ਵੱਧ ਮਾਰ ਕਰ ਜਾਂਦੀ ਹੈ ਉਹ ਕੇਂਦਰ ਦੀ ਸਰਕਾਰ ਬਣਾਉਣ ਦੀ ਉਨਾ ਨੇੜੇ ਹੋ ਜਾਂਦੀ ਹੈ। ਜਾਣੀ ਕਿ ਪ੍ਰਧਾਨ ਮੰਤਰੀ ਸਾਹਿਬ 5.5 ਘੰਟੇ ਆਪਣੀ ਪਾਰਟੀ ਦੀ ਮੀਟਿੰਗ ਕਰਦੇ ਆ। ਪ੍ਰਧਾਨ ਮੰਤਰੀ ਸਾਹਿਬ ਚਾਹੇ ਇੱਕ ਆਲੋਚਨਾ ਹੁੰਦੀ ਹੈ ਕਿ ਮਣੀਪੁਰ ਗਏ ਨਹੀਂ, ਪਰ ਮਣੀਪੁਰ ਦੀਆਂ ਸੀਟਾਂ ਵੀ ਤਾਂ ਉਹ ਕਹਿੰਦੇ ਨੇ 2 ਹੀ ਨੇ, ਆਪਾਂ ਉਧਰ ਇੱਕ ਦਿਨ ਲਾਵਾਂਗੇ ਤੇ ਇੱਧਰ ਲਾ ਲੈਣੇ ਆ। ਯਾਨੀ ਕੁੱਲ ਮਿਲਾ ਕੇ ਬੀਜੇਪੀ ਦੇ ਕੋਲ ਕਲੀਅਰ ਕੱਟ ਇੱਕ ਟਾਰਗੇਟ ਹੈ ਕਿ ਅਸੀਂ ਸਰਕਾਰ ਬਣਾਉਣੀ ਹੈ। ਮੋਦੀ ਸਾਹਿਬ ਦੇ ਕੋਲ ਟਾਰਗੇਟ ਹੈ ਕਿ ਮੈਂ ਕੁਰਸੀ ਤੇ ਬਹਿਣਾ ਹੈ। ਉਹਨਾਂ ਨੂੰ ਇਹ ਵੀ ਪਤਾ ਕਿ ਕਿਹੜਾ ਬੰਦਾ ਕਿਹੜੀ ਥਾਂ ਦੇ ਉੱਤੇ ਕਿੱਦਾਂ ਕੰਮ ਕਰ ਸਕਦਾ। ਕੁਲਦੀਪ ਬਿਸ਼ਨੋਈ ਦੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਜ਼ਿਕਰ ਕੀਤਾ ਕਿ ਉਹ ਬੰਦਾ ਕਾਂਗਰਸੀ ਸੀ, ਉਹ ਬੰਦੇ ਨੇ ਵੱਖਰੀ ਪਾਰਟੀ ਹਰਿਆਣੇ 'ਚ ਬਣਾਈ, ਉਹਨੇ ਬੀਜੇਪੀ ਦੇ ਨਾਲ ਕਦੇ ਗੱਠਜੋੜ ਕੀਤਾ ਸੀ। ਬੀਜੇਪੀ ਨੇ ਜਦੋਂ ਉਹਦੀ ਪਾਰਟੀ ਖਿਲਾਰ ਦਿੱਤੀ, ਉਹ ਬੀਜੇਪੀ ਦੇ ਖਿਲਾਫ ਬਹੁਤ ਬੋਲਿਆ, ਦੁਬਾਰਾ ਕਾਂਗਰਸ 'ਚ ਚਲੇ ਗਿਆ। ਪਰ ਕੁਲਦੀਪ ਬਿਸ਼ਨੋਈ ਨੂੰ ਭਾਰਤੀ ਜਨਤਾ ਪਾਰਟੀ ਵਾਲੇ ਇਸ ਕਰਕੇ
ਹਰਿਆਣੇ ਦੇ ਵਿੱਚ ਉਹ ਬੀਜੇਪੀ ਦੇ ਵਿੱਚ ਲੈ ਆਏ ਦੁਬਾਰਾ ਤੇ ਉਹਨੂੰ ਟਿਕਟ ਦੇ ਕੇ ਐਮਐਲਏ ਵੀ ਬਣਾਇਆ, ਕਿਉਂਕਿ ਹਰਿਆਣੇ ਦੀ ਚੋਣ ਆਉਣੀ ਹੈ। ਪਿਛਲੀ ਵਾਰੀ ਪੂਰਨ ਮੁਹੰਮਦ ਨਹੀਂ ਸੀ ਮਿਲਿਆ ਕਿ ਭਾਈ ਕਿਸੇ ਤਰੀਕੇ ਵੋਟਾਂ ਇਕੱਠੀਆਂ ਕਰੀਏ। ਉਹਨਾਂ ਨੂੰ ਪਤਾ ਸੀ ਕਿ ਬਿਸ਼ਨੋਈ ਭਾਈਚਾਰੇ ਦਾ ਰਾਜਸਥਾਨ ਦੀਆਂ ਬਹੁਤ ਸਾਰੀਆਂ ਸੀਟਾਂ ਦੇ ਉੱਤੇ ਪ੍ਰਭਾਵ ਕਿੰਨਾ, ਤੇ ਉੱਥੇ ਓਪਨ ਚਾਰਜ ਲਾਤਾ ਬੀਜੇਪੀ ਦਾ। ਮੈਨੂੰ ਲੱਗਦਾ 5 ਮਹੀਨੇ ਵੀ ਨਹੀਂ ਹੋਏ ਉਹਨੂੰ ਅਜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਆਏ ਨੂੰ, ਤੇ ਸੁਨੀਲ ਜਾਖੜ ਸਾਹਿਬ ਨੂੰ ਪੰਜਾਬ ਦੇ ਵਿੱਚ ਸਾਲ ਦੇ ਅੰਦਰ ਅੰਦਰ ਪ੍ਰਧਾਨ ਲਾਤਾ। ਜਾਣੀ ਜਿਹੜਾ ਬੰਦਾ ਜਿੱਥੇ ਸੂਤਰ ਆ ਸਕਦਾ ਉਸ ਤਰੀਕੇ ਦੇ ਨਾਲ ਬੀਜੇਪੀ ਨੇ ਉਹਨੂੰ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਇਹ ਨਹੀਂ ਕਹਿੰਦਾ ਕਿ ਇਹਦੇ ਵਿੱਚ ਭਾਰਤ ਨੂੰ ਲਾਹਾ, ਭਾਰਤ ਦੇ ਲੋਕਾਂ ਨੂੰ ਲਾਹਾ, ਪਰ ਬੀਜੇਪੀ ਦੇ ਸਿਆਸੀ ਪੱਖ ਤੋਂ ਅਗਲੇ ਕੰਮ ਖਿੱਚ ਰਹੀ ਹੈ। ਇਹ ਬਿਲਕੁਲ ਸਹੀ ਆ। ਹੋ ਸਕਦਾ ਕਿਸੇ ਨੂੰ ਇਹ ਲੱਗਦਾ ਹੋਵੇ ਵੀ ਯਾਰ ਇਹ ਤਾਂ ਸਾਨੂੰ ਵੀ ਜਾਪਦਾ ਵੀ ਅਗਲੀ ਵਾਰ ਬੀਜੇਪੀ ਨੂੰ ਚੁਣੌਤੀ ਕੋਈ ਨਹੀਂ। ਹੋ ਸਕਦਾ ਬਹੁਤੇ ਲੋਕ ਇਹ ਵੀ ਗੱਲ ਕਰਦੇ ਨੇ ਯਾਰ ਸਾਨੂੰ ਵੀ ਲੱਗਦਾ ਵੀ ਯਾਰ ਪ੍ਰਧਾਨ ਮੰਤਰੀ ਸਾਹਿਬ ਤਾਂ ਹੋਰ ਕੋਈ ਚਿਹਰਾ ਹੋ ਹੀ ਨਹੀਂ ਸਕਦਾ। ਪਰ ਦੇਖੋ ਕਾਰਨ ਇਹ ਆ ਵੀ ਇਹ ਗੱਲਾਂ ਅਸੀਂ ਤਾਂ ਕਰ ਰਹੇ ਹਾਂ ਕਿ ਕੁਛ ਨਹੀਂ ਪਤਾ ਦਾ ਕਦੋਂ ਕਿੱਥੇ ਕੀ ਹੋਵੇ। ਜੇ ਆਪਾਂ ਪੰਜਾਬ ਦੀ ਉਦਾਹਰਨ ਹੀ ਦੇ ਲਈਏ ਵੀ 2017 ਵਾਲੀਆਂ ਇਲੈਕਸ਼ਨਾਂ 'ਚ ਆਮ ਆਦਮੀ ਪਾਰਟੀ ਵਾਲੇ ਸਰਕਾਰ ਬਣਾਉਂਦੇ 100 ਤੋਂ ਵੱਧ ਸੀਟਾਂ ਜਿੱਤਦੇ ਤੇ ਸੀਟਾਂ 20 ਮਿਲੀਆਂ ਮਹਾਂ। ਤੇ ਜਦੋਂ ਆਪਾਂ ਆਹ ਜਿਹੜੀਆਂ ਲੰਘੀਆਂ ਇਲੈਕਸ਼ਨਾਂ ਦੀ ਗੱਲ ਕਰਦੇ ਹਾਂ 2022 ਵਾਲੀਆਂ ਦੀ, ਉਦੋਂ ਆਮ ਆਦਮੀ ਪਾਰਟੀ ਦੀ ਤੁਸੀਂ ਉਹ ਤੋਂ ਠੀਕ 6 ਮਹੀਨੇ ਪਹਿਲਾਂ ਕਿੰਨੀ ਕੁ ਤੂਤੀ ਬੋਲਦੀ ਕਿਹਨੂੰ ਪਤਾ ਥੋੜ੍ਹਾ ਹੈ। ਉਦੋਂ ਇਹ ਜਾਪਦਾ ਲਓ ਜੀ ਬਾਕੀ ਤਾਂ ਕੁਛ ਉੱਠਦਾ ਨਹੀਂ ਜਾਪਦਾ, 40 ਤੋਂ ਉੱਪਰ ਨਹੀਂ ਸੀ ਖੜਦਾ। ਹਾਂ, ਤੇ ਇਹ ਤਾਂ ਹੁਣ ਕਾਂਗਰਸ ਪਾਰਟੀ ਦੁਬਾਰਾ ਸ਼ਾਇਦ ਭਾਈ ਸਾਹਿਬ ਮਾਰਕਾ ਮਾਰ ਜੇ। ਵਿੱਚ ਆਵਾਜ਼ ਇਹ ਵੀ ਆਉਂਦੀ ਸੀ ਨਹੀਂ ਵੀ ਅਕਾਲੀ ਦਲ ਹੁਣ ਤਕੜਾ ਹੋ ਕੇ ਦੋਹਰੇ ਆਊ ਜੇ ਇੱਦਾਂ ਆਊ, ਪਰ ਉਹ ਸਾਰਾ ਕੁਛ ਲਾਂਭੇ ਕਰਕੇ ਇੱਕ ਵੱਖਰੀ ਪਾਰਟੀ ਆ ਗਈ ਸਾਹਮਣੇ। ਹੁਣ ਆਪਾਂ ਗੱਲ ਕਰਦੇ ਹਾਂ ਭਾਰਤ ਦੀ। ਹੁਣ ਜੇ ਆਪਾਂ ਬੀਜੇਪੀ ਦੀ ਗੱਲ ਕਰੀਏ ਤਾਂ ਦੇਖੋ ਬੀਜੇਪੀ ਨੇ ਜੇ ਤੇ ਤਿਕੜਮਾਂ ਵਾਲੇ ਪਾਸਿਓਂ ਆਪਾਂ ਦੇਖੀਏ ਤਾਂ ਕੋਈ ਕਸਰ ਨਹੀਂ ਛੱਡੀ। ਜਿੱਥੇ ਉਹਨਾਂ ਨੂੰ ਜਾਪਦਾ ਸੀ ਵੀ ਕੋਈ ਵਿਰੋਧੀ ਆ ਉਹਨੂੰ ਕਿੱਦਾਂ ਕਮਜ਼ੋਰ ਕਰਨਾ, ਉਹਦੇ ਬੰਦੇ ਕਿੱਦਾਂ ਖਿੱਚਣੇ, ਉਹਦੀ ਪਾਰਟੀ ਕਿੱਦਾਂ ਤੋੜਨੀ, ਉਹ ਵੀ ਕਰ ਲਿਆ। ਜੇ ਉਹਨਾਂ ਨੂੰ ਇਹ ਜਾਪਦਾ ਸੀ ਵੀ ਯਾਰ ਬੰਦਾ ਕੋਈ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਕਿਹਾ ਵੀ ਉਹ ਪਰਟੀਕੂਲਰ ਭਾਈਚਾਰੇ ਦਾ ਹੋ ਸਕਦਾ ਜਾਂ ਕੁਛ ਕਿਸੇ ਖੇਤਰ ਦੇ ਵਿੱਚ ਵੋਟਾਂ ਨੂੰ ਪ੍ਰਭਾਵਿਤ ਕਰ ਸਕਦਾ, ਜਾਂ ਜੇ ਆਪਾਂ ਉਹਨੂੰ ਖਿੱਚ ਕੇ ਲੈ ਕੇ ਆਉਂਦੇ ਹਾਂ ਤਾਂ ਇੱਕ ਏਰੀਆ ਜਿਹੜਾ ਹੈ ਉਹਦੇ ਚਾਹੇ ਥੋੜ੍ਹੀਆਂ ਵਿਧਾਇਕਾਂ ਦੀਆਂ ਸੀਟਾਂ ਹੋਣ ਜਾਂ 1-2 MP ਦੀਆਂ ਸੀਟਾਂ ਹੋਣ, ਉਹਨੂੰ ਖਿੱਚ ਲਓ। ਸੋ ਉਸ ਪਾਸਿਓਂ ਜਿਹੜੀਆਂ ਗੋਟੀਆਂ ਸੀ ਉਹ ਲਗਭਗ ਬੀਜੇਪੀ ਨੇ ਫਿੱਟ ਕਰ ਲਈਆਂ। ਪਰ ਮੈਨੂੰ ਲੱਗਦਾ ਕਿ ਜਿਹੜਾ ਓਵਰਆਲ ਪ੍ਰਭਾਵ ਆ, ਹੁਣ ਤੁਸੀਂ ਦੇਖੋ 2014 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਸਾਹਿਬ ਆਉਂਦੇ ਆ ਤੇ ਉਦੋਂ ਇਸ ਚੀਜ਼ ਦੀ ਚਰਚਾ ਚੱਲਦੀ ਆ ਕਿ ਅੱਛੇ ਦਿਨ ਆने वाले हैं ਤੇ ਹਮ ਮੋਦੀ ਜੀ ਕੋਲ ਆने वाले। ਉਹ PK ਸਾਹਿਬ ਉਦੋਂ ਇੰਟਰੋਡਿਊਸ ਹੋਇਆ ਸੀ ਬੰਦਾ, ਲੋਕਾਂ ਨੂੰ ਲੱਗਿਆ ਵੀ ਅੱਛਾ ਯਾਰ ਹੋ ਜਾਣਾ ਚੇਂਜ ਹੋ ਜਾਣਾ। ਪਰ 19 ਤੱਕ ਜਾਂਦਿਆਂ ਲੋਕਾਂ ਨੂੰ ਲੱਗਣ ਲੱਗ ਪਿਆ ਵੀ ਯਾਰ ਉਹ ਤਾਂ ਗੱਲ ਹੈ ਹੀ ਨਹੀਂ ਸੀ। ਉਹ ਤੁਸੀਂ ਤੇ ਕਹਿੰਦੇ ਆ ਵੀ ਠੀਕ ਹੋ ਜੂ, ਆ ਵੀ ਠੀਕ ਹੋ ਜੂ, ਹੋਇਆ ਤੇ ਕੁਛ ਵੀ ਨਾ। ਪਰ ਉਹ ਸਾਰਾ ਕੁਛ ਜਿਹੜਾ ਸੀ ਉਹ ਇੱਕ ਪਾਸੇ ਲੱਗ ਗਿਆ। ਅਖੀਰ ਗ੍ਰਹਿ ਮੰਤਰੀ ਸਾਹਿਬ ਨੇ ਉਦੋਂ ਮੰਨ ਵੀ ਲਿਆ ਵੀ ਯਾਰ ਉਹ ਤਾਂ ਚੁਣਾਵੀ ਜੁਮਲਾ ਸੀਗਾ, 15 ਲੱਖ ਵਾਲਾ, ਇਸ ਤਰ੍ਹਾਂ ਦੀ ਗੱਲ ਕੋਈ ਨਹੀਂ ਆਪਾਂ ਬਾਕੀ ਦੇਖਦੇ ਕਰਦੇ ਹਾਂ। ਫਿਰ ਇਹ ਵੀ ਚੱਕਰ ਚੱਲਣ ਲੱਗ ਪਿਆ ਵੀ ਯਾਰ ਆ ਜਿਹੜਾ ਕੋਵਿਡ ਆ ਗਿਆ ਇਹਦਾ ਕੋਈ ਪ੍ਰਭਾਵ ਨਾ ਪੈ ਜਾਵੇ, ਵਿੱਚ ਖੇਤੀ ਅੰਦੋਲਨ ਆ ਗਿਆ ਜੀ ਉਹਦਾ ਕੋਈ ਪ੍ਰਭਾਵ ਨਾ ਪੈ ਜਾਵੇ। ਪਰ ਕੋਵਿਡ ਵਾਲਾ ਟਾਈਮ ਸੀ ਉਹ ਵੀ ਲੰਘ ਗਿਆ, ਖੇਤੀ ਅੰਦੋਲਨ ਸੀ ਭਾਵੇਂ ਬੈਕਫੁੱਟ 'ਤੇ ਚੱਲ ਗਈ ਬੀਜੇਪੀ, ਪਰ ਉਹਨਾਂ ਨੂੰ ਲੱਗਿਆ ਵੀ ਇੱਕ ਨਾ ਮੌਕਾ ਸਾਂਭੋ ਬਾਅਦ 'ਚ ਫਿਰ ਦੇਖਦੇ ਵੀ ਕੀ ਕਰਨਾ, ਉਹ ਵੀ ਟਾਈਮ ਟਪਾ ਲਿਆ। ਤੇ ਹੁਣ ਤੱਕ ਜਾਂਦਿਆਂ ਜਿਹੜਾ ਪ੍ਰਭਾਵ ਆ ਉਹ ਇਹ ਬਣਾਇਆ ਜਾ ਰਿਹਾ ਕਿ ਵੀ ਦੇਸ਼ ਤਾਂ ਆਪਣੀ ਥਾਂ 'ਤੇ ਰਹਿ ਗਿਆ, ਠੀਕ ਹੈ। ਦੇਸ਼ 'ਚ ਕੋਈ ਕਹਿੰਦਾ ਮਹਿੰਗਾਈ ਹੋ ਗਈ, ਤੇਲ ਮਹਿੰਗਾ ਹੋ ਗਿਆ ਜੀ, ਸਿਲੰਡਰ ਮਹਿੰਗਾ ਹੋ ਗਿਆ ਜੀ, ਇਹਦੀ ਨਹੀਂ ਸੁਣੀ ਜਾਂਦੀ, ਉਹਦੀ ਨਹੀਂ ਸੁਣੀ ਜਾਂਦੀ। ਪਰ ਓਵਰਆਲ ਦੇਸ਼ ਦੀ ਜਦੋਂ ਅੰਤਰਰਾਸ਼ਟਰੀ ਇਮੇਜ ਦੇ ਉੱਪਰ ਗੱਲ ਆਉਂਦੀ ਹੈ ਉਦੋਂ ਇਹ ਬਿਲਕੁਲ ਚਰਚਾ 'ਚ ਗੱਲ ਆਉਂਦੀ ਹੈ ਵੀ ਯਾਰ ਮੋਦੀ ਸਾਹਿਬ ਦੇ ਸ਼ਾਸਨ ਦੌਰਾਨ ਇਹਨਾਂ 10 ਸਾਲਾਂ ਦੇ ਵਿੱਚ ਭਾਰਤ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਦੇਸ਼ਾਂ ਦੇ ਪੁਆਇੰਟ ਆਫ ਵਿਊ ਤੋਂ ਕਿੱਥੇ ਜਾ ਕੇ ਖੜ ਗਿਆ। ਹੁਣ ਮੈਨੂੰ ਲੱਗਦਾ ਕਿ ਜਿਹੜੀ 14 ਦੇ ਵਿੱਚ ਸਿਰਫ ਦੇਸ਼ ਅੰਦਰਲੇ ਵਿਕਾਸ ਦੀ ਚਰਚਾ ਚੱਲੀ ਸੀ, ਉਹ 2024 ਤੱਕ 10 ਸਾਲ ਬਾਅਦ ਆਉਂਦਿਆਂ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਭਾਰਤ ਕਿੱਥੇ ਖਲੋਤਾ, ਇੱਥੋਂ ਦੀ ਮੇਰਾ ਖਿਆਲ ਪ੍ਰੋਜੈਕਸ਼ਨ ਉਹ ਕਰਨ ਲੱਗ ਪਏ। ਹੁਣ ਇਹਦਾ ਪ੍ਰਭਾਵ ਭਾਰਤ 'ਚ ਬੈਠੇ ਜਾਂ ਭਾਰਤ ਤੋਂ ਬਾਹਰ ਬੈਠੇ ਲੋਕ ਕਿੰਨਾ ਕੁ ਮੰਨ ਕੇ ਦੁਬਾਰਾ ਬੀਜੇਪੀ ਨੂੰ ਅੱਗੇ ਲੈ ਕੇ ਆਉਂਦੇ ਆ, ਇਹਦੀ ਵੀ ਮੇਰਾ ਖਿਆਲ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਹੋਊਗੀ। ਬਿਲਕੁਲ ਸੰਧਾਲੀਆ ਸਾਹਿਬ, ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰਾਂ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਕਿ ਅਸੀਂ ਇਹ ਨਹੀਂ ਕਹਿੰਦੇ ਕਿ ਬੀਜੇਪੀ ਨੇ ਸਰਕਾਰ ਬਣਨੀ ਜਾਂ ਉਹ ਬਣਾਏ। ਅੱਜ ਜੁਲਾਈ ਮਹੀਨੇ ਦੇ ਵਿੱਚ 2023 ਦੇ ਵਿੱਚ ਜੋ ਸਥਿਤੀ ਹੈ ਦੇਸ਼ ਦੀ ਰਾਜਸੀ ਤੌਰ ਦੇ ਉੱਤੇ, ਅਸੀਂ ਉਹਦੀ ਚਰਚਾ ਕਰ ਰਹੇ ਹਾਂ। ਤੁਸੀਂ ਇਹ ਦੇਖੋ ਸੰਧਾਲੀਆ ਸਾਹਿਬ, ਸੀਟਾਂ ਚਾਹੀਦੀਆਂ 272 ਜੇ ਬਹੁਮਤ ਪ੍ਰਾਪਤ ਕਰਨਾ। ਇਹ ਗੱਲ ਮੰਨਣੀ ਪਊਗੀ ਕਿ ਜਿਹੜੀਆਂ 80 ਸੀਟਾਂ ਉੱਤਰ ਪ੍ਰਦੇਸ਼ ਦੇ ਕੋਲ ਨੇ ਉਹਦੇ ਵਿੱਚ ਬੀਜੇਪੀ ਦੇ ਕੋਲੇ ਆਪਣਾ ਇੱਕ ਤਕੜਾ ਵੋਟ ਬੈਂਕ ਹੈ। ਬੀਜੇਪੀ ਵਿਰੋਧੀ ਧਿਰਾਂ, ਕਿਉਂਕਿ ਬੀਜੇਪੀ ਉੱਤਰ ਪ੍ਰਦੇਸ਼ ਦੇ ਵਿੱਚੋਂ ਵੱਡੀ ਪ੍ਰਾਪਤੀ ਕਿਉਂ ਕਰ ਸਕਦੀ ਹੈ? ਇੱਕ ਪਾਸੇ ਅਖਿਲੇਸ਼ ਯਾਦਵ ਕੋ ਵੋਟ ਜਾਣੀ ਹੈ, ਮਾਇਆਵਤੀ ਜੀ ਕੋ ਵੋਟ ਜਾਣੀ ਹੈ, ਇੱਕ ਪਾਸੇ ਕਾਂਗਰਸ ਕੋ ਵੋਟ ਜਾਣੀ ਹੈ, ਜਯੰਤ ਚੌਧਰੀ ਕੋ ਵੋਟ ਜਾਣੀ ਹੈ, ਇੱਕ ਬਹੁਲ ਦੇਵ ਹੋਰਾਂ ਕੋ ਵੋਟ ਜਾਣੀ। ਜਾਣੀ ਕਿ ਵੋਟਾਂ ਬੀਜੇਪੀ ਵਿਰੋਧੀ 5 ਹਿੱਸਿਆਂ 'ਚ ਵੰਡੀਆਂ। ਇੱਥੇ ਜੇ ਉਹ 35% ਵੀ ਬੀਜੇਪੀ ਵੋਟਾਂ ਲੈ ਜਾਂਦੀ ਹੈ, ਸੀਟਾਂ ਹੋ ਸਕਦਾ 80 ਦੇ ਵਿੱਚੋਂ 55-60 ਮਿਲ ਜਾਣ। ਯਾਨੀ ਸੀਟਾਂ ਜਿਹੜੀਆਂ ਨੇ ਉਹ 80% ਮਿਲ ਸਕਦੀਆਂ, ਵੋਟਾਂ ਭਾਵੇਂ 35% ਹੋਣ। ਤੇ ਕੋਈ ਅਸਾਰ ਨਹੀਂ ਹੈ ਉੱਤਰ ਪ੍ਰਦੇਸ਼ ਦੇ ਵਿੱਚ ਕਿ ਬਹੁਜਨ ਸਮਾਜ ਪਾਰਟੀ ਤੇ ਅਖਿਲੇਸ਼ ਯਾਦਵ ਇੱਕ ਪਲੇਟਫਾਰਮ ਤੇ ਆ ਜਾਣ, ਕੋਈ ਅਸਾਰ ਨਹੀਂ। ਤੇ ਸਗੋਂ 3 ਛੋਟੀਆਂ ਪਾਰਟੀਆਂ ਉਹ ਬੀਜੇਪੀ ਨੇ ਨਾਲ ਗੰਢ ਲਈਆਂ ਕਿ ਜੇ ਮਾੜੀ ਮੋਟੀ ਕਿਤੇ ਕਸਰ ਕੁਸਰ ਯੋਗੀ ਆਦਿੱਤਿਆਨਾਥ ਦੀ ਸਰਕਾਰ ਤੋਂ ਰਹਿ ਗਈ ਹੋਵੇ ਤੇ ਆਪਾਂ ਉਹ ਪੂਰੀ ਕਰ ਲਈਏ। ਇਸੇ ਤਰੀਕੇ ਗੁਜਰਾਤ ਦੇ ਵਿੱਚ ਆ ਪਿੱਛੇ ਜਿਹਾ ਇਲੈਕਸ਼ਨ ਹੋਈ ਹੈ,
5 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ, ਕਾਂਗਰਸ ਕਿੱਥੇ ਕੁ ਰਹੀ ਆਪਾਂ ਸਾਰਿਆਂ ਨੂੰ ਪਤਾ ਹੈ। ਪਰ ਜਿੰਨਾ ਪ੍ਰਚੰਡ ਬਹੁਮਤ ਬੀਜੇਪੀ ਨੂੰ ਮਿਲਿਆ ਗੁਜਰਾਤ ਦੇ ਵਿੱਚ, ਮੈਨੂੰ ਤਾਂ ਲੱਗਦਾ ਕਿ 26 ਦੇ ਵਿੱਚੋਂ 25 ਉਹਨਾਂ ਦੀਆਂ ਵੱਟ ਤੇ ਪਈਆਂ, ਜੇ ਕਿਤੇ ਉਸੇ ਹਿਸਾਬ ਨਾਲ ਵੋਟਾਂ ਪੈ ਗਈਆਂ। ਆ ਜੋ ਕੁਛ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਨੇ ਕੀਤਾ, ਜੇ ਏਕਨਾਥ ਸ਼ਿੰਦੇ ਵੀ ਇਹਨਾਂ ਦੇ ਨਾਲ ਹੈ, ਜੇ ਅਜੀਤ ਪਵਾਰ ਵੀ ਇਹਨਾਂ ਦੇ ਨਾਲ ਹੈ, ਤੇ ਜੇ ਸ਼ਰਦ ਪਵਾਰ ਦਾ ਵੀ ਰੌਲਾ ਪਿਆ ਕਿ ਉਹ ਵੀ ਵਿੱਚ ਵਿਚਾਲੇ ਗੱਲਾਂ ਬਾਤਾਂ ਕਰਦਾ ਰਿਹਾ, ਤਾਂ ਫਿਰ ਕਹਾਣੀ ਜਾਊਗੀ ਕਿੱਧਰਲੇ ਪਾਸੇ ਨੂੰ। ਸਭ ਤੋਂ ਵੱਡੀ ਪਾਰਟੀ ਵੈਸੇ ਹੀ ਉੱਥੇ ਬੀਜੇਪੀ ਹੈ। ਮੇਰਾ ਖਿਆਲ ਹੈ, ਜੇ ਮੈਂ ਗਲਤ ਨਹੀਂ ਤਾਂ 48 ਸੀਟਾਂ ਨੇ ਮਹਾਰਾਸ਼ਟਰ ਦੀਆਂ, 48 ਦੇ ਵਿੱਚੋਂ 30-32 ਤਾਂ ਕਿਤੇ ਨਹੀਂ ਛੱਡਦੇ। ਜਾਣੀ ਐਸੇ ਹਿਸਾਬ ਦੇ ਨਾਲ ਇੱਕ ਅੱਧਾ ਸੂਬਾ ਜੇ ਰਾਜਸਥਾਨ ਦਾ ਜਾਂ ਮੱਧ ਪ੍ਰਦੇਸ਼ ਦਾ ਆਪਾਂ ਨਾਲ 150 ਤੋਂ ਵੈਸੇ ਟੱਪ ਜਾਂਦੇ ਆ, ਤੇ ਬਾਕੀ ਸੂਬਿਆਂ ਦੇ ਵਿੱਚ ਕਿਹੜਾ ਉਹ ਘੱਟ ਨੇ। ਜਾਣੀ ਕੁੱਲ ਮਿਲਾ ਕੇ ਜਿੱਥੇ ਉਹਨਾਂ ਨੂੰ ਲੱਗਦਾ ਸੀ ਕਿ ਵਿਰੋਧੀ ਬਹੁਤ ਮਜ਼ਬੂਤ ਨੇ, ਉੱਥੇ ਪਾੜ ਦਿੱਤੇ ਗਏ। ਜਿੱਥੇ ਉਹਨਾਂ ਨੂੰ ਲੱਗਦਾ ਸੀ ਕਿ ਇਹ ਪਾਟ ਕੇ ਸਾਡੇ ਵਾਲੇ ਪਾਸੇ ਨਹੀਂ ਆ ਸਕਦੇ, ਉੱਥੇ ਆਪਸ ਵਿੱਚ ਪਾੜ ਦਿੱਤੇ ਗਏ। ਤੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਬਿਲਕੁਲ ਨਹੀਂ ਗੱਲ ਹੀ ਬਣਦੀ, ਉੱਥੇ ਗੱਠ-ਛੁੱਟ ਕਰ ਲਿਆ। ਸੋ ਇਹਦੇ 'ਚ ਸਭ ਤੋਂ ਵੱਡੀ ਗੱਲ ਮੈਨੂੰ ਲੱਗਦਾ ਇਹ ਆ ਕਿ ਵੀ ਜਦੋਂ ਆਪਾਂ ਵੋਟਾਂ ਦੀ ਗੱਲ ਕਰਦੇ ਹੁੰਦੇ ਆ ਤਾਂ ਮੋਸਟਲੀ ਦੋ ਤਰ੍ਹਾਂ ਦੀ ਗੱਲ ਹੁੰਦੀ ਵੀ ਜਾਂ ਇਹ, ਜੇ ਇਹ ਨਹੀਂ ਤੇ ਇਹ। ਹੁਣ ਜਦ ਆਪਾਂ ਦੁਨੀਆ ਭਰ 'ਚ ਦੇਖਦੇ ਹਾਂ ਤਾਂ ਉਹਦੇ 'ਚ ਕਹਿੰਦਾ ਵੀ ਯਾਰ ਫਲਾਨਾ ਲੀਡਰ ਸੀ, ਉਹ ਬਹੁਤ ਮਜ਼ਬੂਤ ਹੋ ਗਿਆ, ਉਹਦੇ ਵਿਰੋਧ 'ਚ ਹੁਣ ਫਲਾਨੀ ਪਾਰਟੀ ਆ, ਉਹਨਾਂ ਦਾ ਫਲਾਨਾ ਲੀਡਰ ਆ, ਤੇ ਅੱਜ ਕੱਲ੍ਹ ਲੋਕਾਂ ਦਾ ਝੁਕਾਅ ਉਹਦੇ ਵਾਲੇ ਪਾਸੇ ਆ। ਹੁਣ ਜੇ ਆਪਾਂ ਗੱਲ ਕਰੀਏ ਤਾਂ ਬੀਜੇਪੀ ਨੂੰ ਇਸ ਵਕਤ ਮੈਨੂੰ ਲੱਗਦਾ ਸਭ ਤੋਂ ਵੱਡਾ ਬੈਨੀਫਿਟ ਇਹ ਵੀ ਹੈਗਾ ਵੀ ਜਦੋਂ ਆਪਾਂ ਇੱਕ ਪਾਸੇ ਪ੍ਰਧਾਨ ਮੰਤਰੀ ਦੇ ਚਿਹਰੇ ਦੇ ਤੌਰ 'ਤੇ ਨਰਿੰਦਰ ਮੋਦੀ ਜੀ ਨੂੰ ਦੇਖਦੇ ਹਾਂ, ਤੇ ਉਹਦੇ ਸਾਹਮਣੇ ਦੂਸਰਾ ਚਿਹਰਾ ਕਿਹੜਾ, ਉਹ ਇੱਕ ਜਿਹੜਾ ਫਿਲ ਇਨ ਦੀ ਬਲੈਂਕਸ ਆ, ਉਹ ਨਹੀਂ ਇਦਾਂ ਨਹੀਂ, ਦੂਸਰਾ ਚਿਹਰਾ ਕਿਹੜਾ ਉਹ ਮੈਂ ਕਹਿ ਰਿਹਾ ਕਿ ਉਹ ਜਗ੍ਹਾ ਇੱਕ ਆ, ਕੁਰਸੀ ਇੱਕ ਆ, ਪਰ ਉਹਦੇ 'ਤੇ ਬੈਠਣ ਵਾਲੇ ਚਾਹਵਾਨ, ਇੱਛਾਵਾਨ ਉਹ ਅਨੇਕਾਂ ਨੇ। ਉਹ ਹੁਣ ਜਿਹੜੀ ਅਨੇਕਾਂ ਇੱਛਾਵਾਂ ਦੇ ਵਿੱਚ ਫੈਲੀ ਜਾਂ ਵੰਡੀ ਹੋਈ ਵਿਰੋਧੀ ਧਿਰ ਆ, ਉਹ ਵੀ ਮੇਰਾ ਖਿਆਲ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਆਖੀਏ ਵੀ ਇਕਜੁੱਟ ਹੋ ਕੇ ਤੇ ਮੋਦੀ ਸਾਹਿਬ ਨੂੰ ਟੱਕਰ ਦੇ ਲਵੇ, ਸਿਰਫ ਤੇ ਸਿਰਫ ਪ੍ਰਧਾਨ ਮੰਤਰੀ ਦੇ ਪੁਆਇੰਟ ਆਫ ਵਿਊ ਤੋਂ ਮੈਂ ਗੱਲ ਕਰਾਂ ਵੀ ਇੱਕ ਅੱਛਾ ਲੋਕਾਂ ਨੂੰ ਦੱਸਿਆ ਜਾਵੇ ਵੀ ਜਾਂ ਇਹ ਪ੍ਰਧਾਨ ਮੰਤਰੀ ਹੋਣਗੇ ਜਾਂ ਫਿਰ ਫਲਾਨਾ ਹੋਊ। ਉਹ ਫਲਾਨਾ ਕੌਣ ਹੋਊਗਾ ਅਜੇ ਤੱਕ ਉਹੀ ਕਲੀਅਰ ਨਹੀਂ ਹੋਇਆ। ਤੇ ਤੁਸੀਂ ਇਹ ਦੇਖੋ ਵੀ ਜੇ 6 ਮਹੀਨੇ ਦੇ ਆਸ-ਪਾਸ ਰਹਿ ਗਿਆ ਹੋਵੇ, 7 ਮਹੀਨੇ ਰਹਿ ਗਏ ਵੱਡੀ ਦਾ ਆਪਾਂ ਲਾ ਲਈਏ ਇਲੈਕਸ਼ਨਾਂ ਦੇ ਵਿੱਚ, ਤੇ 6-7 ਮਹੀਨਿਆਂ ਦੇ ਵਿੱਚ ਕੋਈ ਅਜੇ ਤੱਕ ਚਿਹਰਾ ਵੀ ਕਲੀਅਰ ਨਾ ਹੋਵੇ, ਤੇ ਇਹ ਮੈਨੂੰ ਲੱਗਦਾ ਹੁੰਦਾ ਵੀ ਅੱਧੀ ਲੜਾਈ ਜਿੱਤਣ ਦੇ ਮੁਕਾਬਲੇ ਤੇ ਹੈਗੀ ਆ। ਸੰਧਾਲੀਆ ਸਾਹਿਬ, ਮੈਨੂੰ ਭੋਰਾ ਅਸਾਰ ਨਹੀਂ ਜੇ ਕੱਲ੍ਹ ਨੂੰ ਵੋਟਾਂ ਹੋਣਗੀਆਂ ਪਹਿਲੇ ਫੇਜ਼ ਦੀਆਂ ਲੋਕ ਸਭਾ ਦੀਆਂ 543 ਸੀਟਾਂ ਦੇ ਲਈ, ਅੱਜ ਵੀ ਚਿਹਰਾ ਕਲੀਅਰ ਨਹੀਂ ਹੋਣਾ। ਜੇ ਜਾਣੀ ਭਲਕ ਨੂੰ ਵੋਟਾਂ ਪੈਣੀਆਂ, ਅੱਜ ਮੰਨ ਲਓ ਤਰਕਾਲਾਂ ਪੈ ਗਈਆਂ, ਅੱਜ ਵੀ ਉਹ ਕਹਿਣਗੇ ਕਿ ਭਾਈ ਪਹਿਲਾਂ ਉਹਨਾਂ ਦਾ ਇੱਕੋ ਮਕਸਦ ਹੋਣਾ ਹੈ ਵਿਰੋਧੀ ਧਿਰਾਂ ਦਾ ਕਿ ਬੀਜੇਪੀ ਨੂੰ ਪਹਿਲਾਂ ਹਰਾਈਏ ਯਾਰ, ਬਾਅਦ 'ਚ ਦੇਖਾਂਗੇ ਕੀ ਹੋਣਾ। ਕਿਉਂਕਿ ਇੱਕ ਗੱਲ ਤਾਂ ਬੜੀ ਕਲੀਅਰ ਹੈ ਨਾ, ਰਾਹੁਲ ਗਾਂਧੀ ਸਾਹਿਬ ਨੂੰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਪ੍ਰੈਜ਼ੀਡੈਂਟ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਤਾਂ ਇਲੈਕਸ਼ਨ ਹੀ ਨਹੀਂ ਲੜ ਸਕਦੇ ਅੱਜ ਦੀ ਤਰੀਕ ਦੇ ਵਿੱਚ ਜੇ ਦੇਖੀਏ। ਤੇ ਦੂਸਰਾ, ਉਹਨਾਂ ਦੇ ਉੱਤੇ ਸਹਿਮਤ ਕੌਣ ਹੋਊਗਾ ਇਹ ਨਹੀਂ ਪਤਾ। ਹਾਲਾਂਕਿ ਸ਼ਰਦ ਪਵਾਰ ਦੀ ਆਪਣੀ ਪਾਰਟੀ ਦੇ ਪੱਲੇ ਕੁਛ ਨਹੀਂ ਰਿਹਾ, ਪਰ 83 ਸਾਲਾਂ ਦੇ ਜੇ ਉਸ ਬਜ਼ੁਰਗ ਨੂੰ ਕੱਲ੍ਹ ਨੂੰ ਕੋਈ ਕਹੇ ਜੀ ਉਹ ਤੁਹਾਡੇ ਤੋਂ ਬਿਨਾਂ ਨਹੀਂ ਗੱਲ ਬਣਦੀ, ਉਹ ਕਹਿਣਗੇ ਚਲੋ ਠੀਕ ਆ, ਜੇ ਤੁਸੀਂ ਸਾਰੇ ਕਹਿੰਦੇ ਆ ਤਾਂ ਫਿਰ ਮੈਂ 5 ਸਾਲ ਦੇ ਲਈ ਔਖਾ ਸੌਖਾ ਹੋ ਲੈਣਾ, ਮੈਂ ਤਾਂ 10 ਬੈਠਕਾਂ ਵੀ ਕੱਢ ਲੈਣਾ, ਕੱਢ ਕੇ ਦਿਖਾਵਾਂ। ਅੱਜ ਨਿਤਿਸ਼ ਕੁਮਾਰ ਕਹਿੰਦੇ ਆ ਕਿ ਨਾ ਭੋਰਾ ਨਹੀਂ, ਮੈਂ ਪ੍ਰਧਾਨ ਮੰਤਰੀ ਨਹੀਂ ਬਣਨਾ, ਮੈਂ ਬੀਜੇਪੀ ਨੂੰ ਹਰਾਉਣਾ। ਪਰ ਨਿਤਿਸ਼ ਕੁਮਾਰ ਹੋਰਾਂ ਦਾ ਸਾਰਿਆਂ ਨੂੰ ਪਤਾ ਹੈ ਕਿ ਤੁਹਾਡੇ ਨਾਲ ਚਾਹ ਪੀਂਦੇ ਉਹ ਕਹਿਣਗੇ ਕਿ ਟੈਲੀਫੋਨ ਆਇਆ ਤੇ ਮੈਂ ਟੈਲੀਫੋਨ ਸੁਣਦਾ, ਤੇ ਮੁੜ ਕੇ ਉਹਨਾਂ ਦਾ ਚਾਹ ਦਾ ਕੱਪ ਠੰਡਾ ਹੋ ਜਾਂਦਾ ਹੁੰਦਾ, ਤੇ ਦੂਜੇ ਪਾਸੇ ਜਾ ਕੇ ਕੌਫੀ ਪੀਂਦੇ ਹੁੰਦੇ ਆ, ਉਹ ਵੀ ਝੱਗ ਵਾਲੀ ਫੂਕਾ ਮਾਰ ਕੇ। ਨਿਤਿਸ਼ ਕੁਮਾਰ ਨੂੰ ਕੱਲ੍ਹ ਨੂੰ ਕੋਈ ਕਹੇ ਤੁਹਾਨੂੰ ਪ੍ਰਧਾਨ ਮੰਤਰੀ ਬਣਾਉਣਾ, ਉਹ ਕਹੇ ਚਾਹੇ 5 ਦਿਨ ਬਣਾਓ ਯਾਰ, ਕਰੀ ਬਣਾ ਦਿਓ। ਅਰਵਿੰਦ ਕੇਜਰੀਵਾਲ ਹੋਰੀ, ਉਹ ਤਾਂ ਦੇਸ਼ ਦੀ ਰਾਜਨੀਤੀ ਬਦਲਣੀ ਹੈ, ਤੇ ਦੇਸ਼ ਦੀ ਰਾਜਨੀਤੀ ਦਿੱਲੀ ਦੇ ਮੁੱਖ ਮੰਤਰੀ ਦੇ ਰੂਪ 'ਚ ਬਦਲ ਨਹੀਂ ਸਕਦੀ, ਉਹਨੂੰ ਬਦਲਣ ਲਈ ਤਾਂ ਪ੍ਰਧਾਨ ਮੰਤਰੀ ਬਣਨਾ ਪਊਗਾ। ਤੇ ਬੀਬੀ ਮਮਤਾ ਬੈਨਰਜੀ ਇਸ ਕਰਕੇ ਕਾਂਗਰਸ ਪਾਰਟੀ ਛੱਡ ਕੇ ਤ੍ਰਿਣਮੂਲ ਕਾਂਗਰਸ ਬਣਾ ਕੇ ਤੇ ਉਧਰਲੇ ਪਾਸੇ ਥੋੜ੍ਹੇ ਆਏ ਸੀ ਕਿ ਮੈਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬਣੂ। ਉਹ ਬੀਬੀ ਤਾਂ ਰੇਲ ਮੰਤਰੀ ਰਹਿ ਚੁੱਕੀ ਸੀ ਭਾਰਤ ਦੀ, ਉਹ ਇਸ ਕਰਕੇ ਥੋੜ੍ਹੀ ਜਗਮੀਤ ਸਿੰਘ ਬਰਾੜ ਹੋਰਾਂ ਨੂੰ ਉਹਨਾਂ ਨੇ ਪੰਜਾਬ ਦਾ ਪ੍ਰਧਾਨ ਇੱਕ ਵਾਰੀ ਬਣਾਤਾ ਸੀ, ਇਸ ਕਰਕੇ ਥੋੜ੍ਹੀ ਉਹ ਉੱਤਰ ਪ੍ਰਦੇਸ਼ ਦੇ ਵਿੱਚ ਜਾ ਕੇ ਅਖਿਲੇਸ਼ ਯਾਦਵ ਦੇ ਨਾਲ ਕਈ ਮੁਲਾਕਾਤਾਂ ਕਰਕੇ ਆਏ ਆ, ਇਸੇ ਕਰਕੇ ਥੋੜ੍ਹਾ ਨਿਤਿਸ਼ ਕੁਮਾਰ ਹੋਰਾਂ ਨੂੰ ਕਹਿੰਦੇ ਹੁੰਦੇ ਪਟਨੇ ਸਾਰਿਆਂ ਦੀ ਮੀਟਿੰਗ ਸੱਦੋ, ਮੈਂ ਜ਼ਰੂਰ ਆਊਂਗੀ। ਜੀ ਤਾਂ ਉਹਨਾਂ ਦਾ ਵੀ ਕਰਦਾ ਹੈ ਕਿ ਭਾਈ ਸੂਤੀ ਸਾੜੀ ਪਾਈ ਹੋਵੇ ਤੇ ਹਵਾਈ ਚੱਪਲ ਪਾਈ ਹੋਵੇ ਸਸਤੀ, ਤੇ ਲੋਕ ਕਹਿਣ ਕਿ ਭਾਈ ਭਾਰਤ ਦੀ ਪ੍ਰਧਾਨ ਮੰਤਰੀ ਇੱਕ ਐਸੀ ਔਰਤ ਬਣੀ ਹੈ ਜਿਹਦਾ ਆਪਦਾ ਖਰਚਾ ਬਹੁਤ ਘੱਟ ਹੈ। ਇਹ ਗੱਲਾਂ ਹੀ ਨੇ ਨਾ, ਕੋਈ ਜਦੋਂ ਆਪਾਂ ਇਹਨੂੰ ਪੇਸ਼ ਕਰਦੇ ਹਾਂ ਇੱਕ ਸਟੇਟਮੈਂਟ ਦੇ ਤੌਰ ਤੇ, ਫਿਰ ਸੁਣਨ ਨੂੰ ਵਧੀਆ ਲੱਗਦੀ ਜੀ। ਪਰ ਕਾਰਨ ਇਹ ਵੀ ਜਿਨ੍ਹਾਂ ਦੀਆਂ ਕੁਰਸੀਆਂ ਗਿਣ ਕੇ ਜਾਂ ਹਿਸਾਬ ਕਿਤਾਬ ਲਾ ਕੇ ਤੇ ਉਦੋਂ ਬਾਅਦ ਅਗਲਾ ਨੇ ਕਹਿਣਾ ਵੀ ਯਾਰ ਤੁਸੀਂ ਸਾਰੇ ਜਣੇ ਪਾਸੇ ਹੋ ਜੇ ਤੇ ਹੁਣ ਭੈਣ ਜੀ ਨੂੰ ਦੀਦੀ ਨੂੰ ਆਪਾਂ ਬਣਾ ਦਈਏ ਪ੍ਰਧਾਨ ਮੰਤਰੀ, ਉਦੋਂ ਕਈਆਂ ਨੂੰ ਅੱਧਾ ਛੋਟਾ ਹਾਰਟ ਅਟੈਕ ਹੋਣਾ ਗੱਲ ਸੁਣਦੇ ਸਾਰੇ। ਆਹੋ, ਤੇ ਦੂਜੀ ਗੱਲ ਇਹ ਆ, ਹੁਣ ਚਲੋ ਆਪਾਂ ਬੀਜੇਪੀ ਦੀ ਗੱਲ ਤੇ ਕਲੀਅਰ ਕਰ ਲਈ ਵੀ ਅੱਜ ਦੀ ਡੇਟ ਜਦੋਂ ਆਪਾਂ ਜੁਲਾਈ 2023 ਦੇ ਹਿਸਾਬ ਨਾਲ ਗੱਲ ਕਰ ਰਹੇ ਹਾਂ ਵੀ ਨਾ ਤਾਂ ਚਿਹਰਾ ਹੈ ਵਿਰੋਧੀਆਂ ਕੋਲੇ, ਚਿਹਰੇ ਦੇ ਹਿਸਾਬ ਨਾਲ ਵੀ ਬੀਜੇਪੀ ਦੇ ਨੰਬਰ ਪੂਰੇ ਨੇ। ਜੇ ਆਪਾਂ ਉਹਨਾਂ ਦੀ ਆਪਣੀ ਇਕੱਲੀ ਪਾਰਟੀ ਦੀ ਗੱਲ ਕਰੀਏ ਤਾਂ ਮੌਜੂਦਾ ਟਾਈਮ 'ਤੇ ਵੀ ਉਹਨਾਂ ਦੀ ਇਕੱਲੀ ਪਾਰਟੀ ਵੱਲੇ ਵੀ MP ਬਹੁਤ ਜ਼ਿਆਦਾ ਨੇ, ਵੀ ਚਾਹੇ ਵਿਰੋਧੀ ਸਾਰੇ ਭੱਜ ਵੀ ਜਾਣ ਤਾਂ ਵੀ ਉਹਨਾਂ ਨੂੰ ਫਰਕ ਕੋਈ ਨਹੀਂ। ਤੀਸਰੀ ਗੱਲ ਇਹ ਕਿ ਜਿਹੜੀ ਉਹ ਛੜਯੰਤਰ ਵਾਲਾ ਕੰਮ ਹੈ ਜਾਂ ਜਿਹੜੀ ਅਸਲ ਰਾਜਨੀਤੀ ਹੁੰਦੀ ਹੈ ਸਾਮ ਦਾਮ ਦੰਡ ਭੇਦ ਵਾਲੀ,
ਉਹ ਵੀ ਉਹਨਾਂ ਨੇ ਪੂਰੇ ਦੇਸ਼ ਜਿੱਥੇ ਜਿੱਥੇ ਚਾਹੀਦੀ ਸੀ ਕਰ ਲਈ। ਤੇ ਤੀਸਰੀ ਚੀਜ਼ ਉਸ ਤੋਂ ਬਾਅਦ ਜੇ ਅਗਲੀ ਕਰ ਲਈਏ ਤੇ ਉਹ ਇਹ ਹੈ ਕਿ ਜਿਹੜੀ ਫਿਊਚਰ ਦੀ ਪਲੈਨਿੰਗ ਹੈ ਵੀ ਬਾਕੀ ਤਾਂ ਜੇ ਲੱਭਦੇ ਫਿਰਦੇ ਵੀ ਕਿੱਦਾਂ ਤੁਰਨਾ, ਅਗਲਿਆਂ ਨੇ ਪ੍ਰੋਪਰ ਪਲਾਨ ਬਣਾ ਲਿਆ ਵੀ ਕਿਹੜੇ ਥਾਂ ਤੇ ਕਿੱਥੇ ਰੈਲੀ ਹੋਊਗੀ, ਕਿਹੜਾ ਕਿੱਥੋਂ ਦਾ ਇੰਚਾਰਜ ਹੋਊਗਾ। ਸੋ 2024 ਦਾ ਉਹਨਾਂ ਦੇ ਆਪਣੇ ਵੱਲੋਂ ਤਿਆਰੀ ਹੈ। ਪਰ ਜੇ ਉਹ ਗੱਲ ਕਰੀਏ ਵੀ ਵਿਰੋਧੀਆਂ 'ਚ, ਤੇ ਮੈਨੂੰ ਲੱਗਦਾ ਸਭ ਤੋਂ ਵੱਧ ਸਮਾਂ ਰਾਜ ਕਰਨ ਵਾਲੀ ਜਾਂ ਸਭ ਤੋਂ ਵੱਧ ਪੁਰਾਣੀ ਪਾਰਟੀ ਕਾਂਗਰਸ ਪਾਰਟੀ, ਉਹਦੇ ਮੈਨੂੰ ਲੱਗਦਾ ਵੀ 2024 ਇਲੈਕਸ਼ਨ ਜੇ ਸੇਮ ਸਟੇਟਸ ਰਹਿੰਦਾ, ਕੱਲ੍ਹ ਨੂੰ ਸੁਪਰੀਮ ਕੋਰਟ ਤੋਂ ਰਾਹੁਲ ਗਾਂਧੀ ਨੂੰ ਰਾਹਤ ਮਿਲਦੀ, ਉਹ ਇਲੈਕਸ਼ਨ ਲੜ ਸਕਣ, ਉਹ ਗੱਲ ਵੱਖਰੀ ਹੈ। ਪਰ ਅੱਜ ਦੇ ਹਿਸਾਬ ਨਾਲ ਉਹ ਤਾਂ ਬਿਲਕੁਲ ਹੀ ਕੱਲ੍ਹ ਕੋਈ ਵੀ ਪ੍ਰਧਾਨਹੀਣਵੀਂ ਕੰਮ ਚੱਲੀ ਜਾਂਦਾ ਤੇ ਸਾਹਮਣੇ ਪਾਸੇ ਡਰਾਈਵਰ ਹੀ ਕੋਈ ਨਹੀਂ ਹੈਗਾ ਬੱਸ ਦਾ, ਤੇ ਉਸ ਬੱਸ ਦੇ ਵਿੱਚ ਚੜ੍ਹ ਕੇ ਤੇ ਬੰਦੇ ਕਰਨਗੇ ਕੀ ਤੇ ਪਹੁੰਚਣਗੇ ਕਿੱਥੇ, ਇਹ ਸਮਝੋ ਬਾਹਰਲੀ ਕਹਾਣੀ। ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੇ ਜੇ ਬਿਆਨ ਸੰਧਾਲੀਆ ਸਾਹਿਬ ਦੇਖੀਏ ਤਾਂ ਉਹ ਕਹਿੰਦੇ ਜੀ ਮੋਦੀ ਸਾਹਿਬ ਤੋਂ ਭਾਰਤ ਦੇ ਲੋਕ ਖੁਸ਼ ਨਹੀਂ, ਬੀਜੇਪੀ ਦੀ ਸਰਕਾਰ ਤੋਂ। ਉਹਨਾਂ ਦੀ ਗੱਲ ਠੀਕ ਹੋ ਸਕਦੀ ਹੈ, ਪਰ ਜੇ ਉਹਨਾਂ ਤੋਂ ਖੁਸ਼ ਨਹੀਂ ਤਾਂ ਤੁਹਾਨੂੰ ਕਿਹੜਾ ਉਹ ਮਿੱਠੇ ਚੌਲ ਬਣਾਉਣ ਦਿੰਦੇ ਆ। ਤੇ ਜਾਣੀ ਅਲਟਰਨੇਟਿਵ ਤੇ ਇਸ ਕੁਰਸੀ ਤੇ ਤੁਸੀਂ ਨਹੀਂ ਬੈਠੋਗੇ, ਕੌਣ ਬੈਠੂਗਾ? ਜੇ ਕੋਈ ਵੀ ਨਹੀਂ ਬੈਠੂਗਾ ਤਾਂ ਤੁਸੀਂ ਬੈਠੇ ਰਹੋਗੇ। ਮੈਂ ਇਹ ਨਹੀਂ ਕਹਿੰਦਾ ਕਿ ਕਾਂਗਰਸ ਨੇ ਯਤਨ ਨਹੀਂ ਕੀਤਾ। ਸੰਧਾਲੀਆ ਸਾਹਿਬ, ਮੈਂ ਜੇ ਤੁਹਾਨੂੰ 3-4 ਚੀਜ਼ਾਂ ਗਿਣਾਵਾਂ ਤਾਂ ਕਾਂਗਰਸ ਪਾਰਟੀ ਜੋ ਸਿਆਸੀ ਤੌਰ ਤੇ ਕਰ ਸਕਦੀ ਸੀ ਉਹਨਾਂ ਨੇ ਕੀਤਾ। ਗੈਰ ਗਾਂਧੀ ਕਾਂਗਰਸ ਦਾ ਪ੍ਰਧਾਨ ਬਣਾਇਆ ਉਹਨਾਂ ਨੇ। ਗਾਂਧੀ ਪਰਿਵਾਰ ਦੇ ਵਿੱਚੋਂ ਨਹੀਂ ਹੈ ਇਸ ਵੇਲੇ। ਪ੍ਰਿਯੰਕਾ ਗਾਂਧੀ ਦਾ ਕਿੰਨਾ ਚਰਚਾ ਹੁੰਦਾ ਸੀ, ਰਾਹੁਲ ਗਾਂਧੀ ਕਿਹੜਾ ਬਣ ਨਹੀਂ ਸੀ ਸਕਦੇ। ਜੇ 83 ਸਾਲਾਂ ਦਾ ਸ਼ਰਦ ਪਵਾਰ ਕਹੀ ਜਾਂਦਾ ਕਿ ਨਾ ਤਾਂ ਮੈਂ ਅਜੇ ਤੱਕ ਟਾਇਰਡ ਹਾਂ ਤੇ ਨਾ ਰਿਟਾਇਰਡ ਹਾਂ, ਮੈਂ ਸੂਬੇ ਦੇ ਵਿੱਚ ਜਾ ਕੇ ਆਪਣਾ ਇਹ ਕਰੂੰਗਾ ਉਹ ਕਰੂੰਗਾ। ਤੇ ਬੀਬੀ ਸੋਨੀਆ ਗਾਂਧੀ ਵੀ ਕਿਹੜਾ 19 ਉਮਰ ਦੇ ਨੇ। ਇਹ ਤਿੰਨੋਂ ਜਿਹੜੇ ਪ੍ਰਧਾਨ ਨਹੀਂ ਹੈਗੇ। ਪ੍ਰਧਾਨ ਮਲਿਕ ਅਰਜੁਨ ਖੜਗੇ ਆ ਤੇ ਉਹਨਾਂ ਨੂੰ ਬਣਾਉਣ ਦਾ ਕਾਰਨ ਇਹ ਸੀ ਕਿ ਦੇਸ਼ ਦੇ ਲੋਕਾਂ ਨੂੰ ਅਸੀਂ ਕਹੀਏ ਕਿ ਟੱਬਰਵਾਦ ਦੀ ਪਾਰਟੀ ਨਹੀਂ ਹੈ, ਕਿਉਂਕਿ ਬੀਜੇਪੀ ਜਦੋਂ ਅਟੈਕ ਕਰਦੀ ਸੀ ਕਿ ਭਾਈ ਇਹ ਪਰਿਵਾਰਵਾਦ ਕਰਦੇ ਆ। ਇੱਕ ਤਾਂ ਉਸ ਪੋਚੇ ਨੂੰ ਥੋੜ੍ਹਾ ਜਿਹਾ ਗੋਲੂ ਜਿਹਾ ਫੇਰਿਆ ਉਹਦੇ ਤੇ ਉਹਨੇ। ਦੂਸਰਾ ਇਹਦੇ ਮਤਲਬ ਇੱਕ ਗੱਲ ਮੈਂ ਕਲੀਅਰ ਕਰਦਾ ਵੀ ਇਹਦਾ ਅਸਰ ਕੋਈ ਨਹੀਂ ਪਿਆ। ਇਹ ਕੁੱਲ ਮਿਲਾ ਕੇ ਮਲਿਕ ਅਰਜੁਨ ਖੜਗੇ ਸਾਹਿਬ ਦਾ ਨਾਂ ਆਮ ਤੌਰ ਤੇ ਵਿਆਹ ਦੇ ਕਾਰਡ ਤੇ ਸਭ ਤੋਂ ਉੱਤੇ ਜਿਹਦਾ ਦਾਦੇ ਦਾ ਨਾਂ ਲਿਖਿਆ ਹੁੰਦਾ ਨਾ, ਇਹ ਉੱਦਾਂ ਹੀ ਆ। ਪਤਾ ਉਹਨਾਂ ਨੂੰ ਹੁੰਦਾ ਵੀ ਅੱਛਾ ਯਾਰ ਦਾਦੇ ਇਹਨਾਂ ਦੇ ਨਾਂ ਆਇਆ ਯਾਰ, ਅਸਲ 'ਚ ਅੱਜ ਹੀ ਪੜ੍ਹਿਆ ਕਿਤੇ। ਉਹ ਕਹਿੰਦਾ ਫਲਾਨਾ ਉਹਦੇ ਮੁੰਡੇ ਦਾ ਵਿਆਹ। ਉਹ ਜਿਹੜੀ ਤੇ ਅਸਲ 'ਚ ਵਿਆਹ ਕਰਨ ਵਾਲੀ ਪਰਿਵਾਰ ਹੁੰਦਾ ਉਹਨਾਂ ਦਾ ਜਾਂ ਗਾ ਮੁੰਡੇ ਦਾ, ਉਹਨਾਂ ਤੱਕ ਲੈਣਾ ਦੇਣਾ ਹੁੰਦਾ। ਉਹ ਨਾਂ ਉੱਤੇ ਜ਼ਰੂਰ ਸਤਿਕਾਰ ਵਜੋਂ ਲਿਖਿਆ। ਸੋ ਸਤਿਕਾਰ ਉਹਨਾਂ ਨੇ ਪਹਿਲਾਂ 10 ਸਾਲ ਟੈਲੀਫੋਨ ਨੰਬਰ ਦਾਦੇ ਦਾ ਨਹੀਂ ਹੁੰਦਾ ਤਾਂ ਹੀ ਕਿਹਾ ਨਾ, ਸਤਿਕਾਰ ਵਜੋਂ 10 ਸਾਲ ਪਹਿਲਾਂ ਸਰਦਾਰ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਛੱਡਿਆ। ਉਦੋਂ ਵੀ ਲੋਕਾਂ ਨੂੰ ਪਤਾ ਹੈ ਵੀ ਕਿੰਨਾ ਕੁ ਪ੍ਰਧਾਨ ਮੰਤਰੀ ਬਣਾ ਕੇ ਰੱਖਿਆ। ਤੇ ਹੁਣ ਵੀ ਪ੍ਰਧਾਨ ਉਹਨਾਂ ਨੇ ਬਣਾਇਆ, ਮੰਤਰੀ ਭਾਵੇਂ ਜੇ ਉਹਨਾਂ ਨੇ ਹਟਾ ਲਿਆ ਨਾਲੋਂ ਜੀ, ਉਹ ਵੀ ਸਤਿਕਾਰ ਵਜੋਂ ਹੀ ਆ। ਇਹ ਗੱਲ ਠੀਕ ਹੈ ਸੰਧਾਲੀਆ ਸਾਹਿਬ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ ਜਿਹੜੇ ਮੈਨੂੰ ਗੱਲ ਲੱਗਦੀ ਕਿ ਪੁਖਤਾ ਕਦਮ ਚੁੱਕੇ ਕਾਂਗਰਸ ਨੇ, ਹਾਲਾਂਕਿ ਉਹਨਾਂ ਦਾ ਬੈਨੀਫਿਟ ਹੁੰਦਾ ਨਜ਼ਰ ਨਹੀਂ ਆਉਂਦਾ ਬਹੁਤਾ। ਰਾਹੁਲ ਗਾਂਧੀ ਨੇ ਜਿਹੜੀ ਯਾਤਰਾ ਕੀਤੀ ਸੀ ਉਹਦੀ ਦੂਸਰੀ ਯਾਤਰਾ ਉਹ ਕਰਨਗੇ। ਹੁਣ ਥੋੜ੍ਹੀ ਜਿਹੀ ਗਰਮੀ ਘੱਟ ਲੈਣ ਦਿਓ, ਮੈਨੂੰ ਲੱਗਦਾ ਮਹੀਨਾ ਖੰਡ ਹੋਰ ਆ ਝੋਨਾ ਲਾ ਲੈਣ। ਹਾਂ ਝੋਨਾ ਲਾ ਲੈਣ। ਹੁਣ ਰਾਹੁਲ ਗਾਂਧੀ ਸਾਹਿਬ ਜਿਹੜੇ ਆ ਉਹ ਜਦੋਂ ਪੈਦਲ ਯਾਤਰਾ ਕਰਦੇ ਆ ਦੱਖਣ ਭਾਰਤ ਤੋਂ ਲੈ ਕੇ ਉੱਤਰ ਭਾਰਤ ਤੱਕ, ਉਹ ਸ਼੍ਰੀਨਗਰ ਦੇ ਲਾਲ ਚੌਂਕ ਤੱਕ ਜਾਂਦੇ ਆ। ਇਹਦੇ ਨਾਲ ਰਾਹੁਲ ਗਾਂਧੀ ਦਾ ਅਕਸ ਸੁਧਰਿਆ, ਪਰ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਕੱਦ ਬੁੱਤ ਜਿਹੜਾ ਮੋਦੀ ਸਾਹਿਬ ਦੇ ਬਰਾਬਰ ਹੋ ਗਿਆ। ਕਾਂਗਰਸ ਪਾਰਟੀ IT ਸੈੱਲ ਦੇ ਵਿੱਚ ਵੀ ਬੀਜੇਪੀ ਤੋਂ ਢਿੱਲੀ ਹੈ। ਕਾਂਗਰਸ ਪਾਰਟੀ ਆਪਣੇ ਵਰਕਰਾਂ ਦੇ ਰੂਪ ਦੇ ਵਿੱਚ ਵੀ ਬੀਜੇਪੀ ਤੋਂ ਢਿੱਲੀ ਹੈ। ਕਾਂਗਰਸ ਪਾਰਟੀ ਦੇ ਕੋਲੇ ਅੱਗੇ ਕੁਝ ਬਹੁਤ ਹੁੰਦਾ ਸੀ, ਕਾਂਗਰਸ ਸੇਵਾ ਦਲ ਇਹ ਉਹ ਬਹੁਤ ਕੁਛ, ਪਰ ਬੀਜੇਪੀ ਦੇ ਕੋਲ ਜਿਸ ਤਰੀਕੇ ਅੱਜ RSS ਹੈ, ਕਾਂਗਰਸ ਦੇ ਕੋਲ ਇੱਦਾਂ ਰੀੜ੍ਹ ਦੀ ਹੱਡੀ ਦੇ ਰੂਪ ਦੇ ਵਿੱਚ ਕੁਛ ਨਹੀਂ ਬਾਕੀ ਬਚਿਆ। ਹੁਣ ਰਾਹੁਲ ਗਾਂਧੀ ਸਾਹਿਬ ਨੇ ਕਸਰ ਕੋਈ ਨਹੀਂ ਛੱਡੀ। ਅੱਗੇ ਉਹਨਾਂ ਦੇ ਉੱਤੇ ਇਲਜ਼ਾਮ ਲੱਗਦਾ ਹੁੰਦਾ ਸੀ ਕਿ ਰਾਹੁਲ ਗਾਂਧੀ ਸਾਹਿਬ ਚੋਣ ਪ੍ਰਚਾਰ ਵੱਖ-ਵੱਖ ਸੂਬਿਆਂ ਦਾ ਵਿੱਚ ਹੀ ਛੱਡ ਕੇ ਵਿਦੇਸ਼ ਘੁੰਮਣ ਚਲੇ ਜਾਂਦੇ ਆ। ਹੁਣ ਰਾਹੁਲ ਗਾਂਧੀ ਸਾਹਿਬ ਝੋਨਾ ਲਾਉਂਦੇ ਆ। ਹੁਣ ਰਾਹੁਲ ਗਾਂਧੀ ਸਾਹਿਬ ਟਰੈਕਟਰ ਲੈ ਕੇ ਕੱਦੂ ਕਰਦੇ ਆ। ਹੁਣ ਰਾਹੁਲ ਗਾਂਧੀ ਸਾਹਿਬ ਪਾਨਾ ਫੜ ਕੇ ਮੋਟਰਸਾਈਕਲ ਠੀਕ ਕਰਦੇ ਆ। ਹੁਣ ਰਾਹੁਲ ਗਾਂਧੀ ਸਾਹਿਬ ਡਿਲੀਵਰੀ ਬੁਆਏ ਦੇ ਪਿੱਛੇ ਬੈਠ ਕੇ ਦੱਖਣ ਭਾਰਤ ਦੇ ਵਿੱਚ ਚੱਕਰ ਕੱਢਦੇ ਆ, ਬੰਗਲੌਰ ਦੇ ਵਿੱਚ। ਹੁਣ ਰਾਹੁਲ ਗਾਂਧੀ ਸਾਹਿਬ ਟਰੱਕ ਦੇ ਵਿੱਚ ਬੈਠ ਕੇ ਬਹੁਤ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਟਰੱਕ ਡਰਾਈਵਰਾਂ ਦੀਆਂ ਕਰਦੇ ਆ, ਢਾਬੇ ਤੇ ਬੈਠ ਕੇ ਰੋਟੀ ਖਾਂਦੇ ਆ। ਯਾਨੀ ਭਾਰਤ ਦੇ ਵਿੱਚ ਆਮ ਲੋਕਾਂ 'ਚ ਚਰਚਾ ਬਣਨ ਦੇ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੀਡਰ ਜਿਹੜਾ ਜੁਗਾੜ ਕਰਦੇ ਹੁੰਦੇ ਆ, ਉਹ ਜੁਗਾੜ ਕਰਨ ਦੇ ਵਿੱਚ ਰਾਹੁਲ ਗਾਂਧੀ ਨੇ ਕਸਰ ਕੋਈ ਨਹੀਂ ਛੱਡੀ ਤੇ ਸਫਲ ਜੁਗਾੜ ਕੀਤੇ ਆ। ਪਰ ਇਹਦੇ ਬਾਵਜੂਦ ਵੀ ਸੰਧਾਲੀਆ ਸਾਹਿਬ ਕਾਂਗਰਸ ਪਾਰਟੀ, ਕਿਉਂਕਿ ਇਸ ਵੇਲੇ 50-55 ਸੀਟਾਂ ਤੇ ਆ, 543 'ਚੋਂ 272 ਚਾਹੀਦੀਆਂ। ਮੈਂ ਕਹਿੰਦਾ ਕਿ ਕਾਂਗਰਸ ਪਾਰਟੀ, ਹਾਲਾਂਕਿ ਕਾਂਗਰਸੀ ਗੁੱਸੇ ਨਾ ਹੋਵੇ, ਤੁਹਾਡੇ ਕੋਲੇ ਸਾਲ ਇੱਕ ਆ, ਤੁਸੀਂ ਮਿਹਨਤ ਕਰੋ। ਮੈਂ ਕਹਿੰਦਾ ਕਿ ਕਾਂਗਰਸ ਪਾਰਟੀ ਲਈ ਬਹੁਤ ਵੱਡੀ ਛਾਲ ਹੋਏਗੀ ਜੇ ਉਹ 110 ਸੀਟਾਂ ਲੈ ਜਾਣ। ਜੀ ਡਬਲ ਕਰਤੀਆਂ ਤੁਸੀਂ ਮਹਾਰਾਜ ਫਿਰ ਗੱਲ ਪੈਣਗੇ। ਨਹੀਂ ਹੱਦ ਹੋ ਗਈ, ਮਤਲਬ ਉਹ ਗੱਲ ਨਾ ਪੈਣੇ ਇਸ ਕਰਕੇ ਤੁਸੀਂ ਉਹਨਾਂ ਨੂੰ ਕਮਜ਼ੋਰੀ ਨਹੀਂ ਦੱਸੀ ਉਹਨਾਂ ਦੀ। ਨਹੀਂ ਮੈਂ ਪਤਾ ਇਹ ਉਹ ਗੱਲ ਹੋ ਗਈ ਨਾ, ਨਿੱਕਾ ਤੂੰ ਪਾਸ ਹੋ ਜਾਣਾ ਹੈ, ਕੋਈ ਨਹੀਂ ਟਿਊਸ਼ਨ ਰੱਖ ਲਾ, ਅਜੇ ਤੇਰੇ ਕੋਲ ਟਾਈਮ ਹੈਗਾ। ਇਹਦੇ ਵੇਖਣਾ ਵੀ ਨਿੱਕੇ ਦੇ ਹਾਲਾਤ ਕੀ ਆ, ਵੀ ਨਿੱਕੇ ਨੇ ਹੁਣ ਸਾਰਾ ਦਿਨ ਬਾਹਰ ਇੱਧਰ ਬਰੰਟੇ ਖੇਡਣੇ ਆ, ਢਹਿਣੇ ਖੇਡਣੇ ਆ, ਤੇ ਉਦੋਂ ਨਿੱਕੇ ਨਾਲ ਤੂੰ ਹੁਣ ਪਾਸ ਹੋ ਜਾ, ਇਦਾਂ ਨਹੀਂ ਨਾ ਗੱਲ ਬਣਦੀ। ਜੇ ਕੋਈ ਕਾਂਗਰਸੀ ਕਹੇ ਇਦਾਂ ਥੋੜ੍ਹੀ ਜਿਹੀ ਅਸੀਂ ਤਾਂ ਐਤਕੀ ਸਰਕਾਰ ਦੇ ਵਿੱਚ ਆਉਣਾ ਅਸੀਂ ਸਭ ਤੋਂ ਵੱਡੇ। ਦੇਖੋ ਕਾਂਗਰਸ ਪਾਰਟੀ ਦੇ ਕੋਲੇ ਯੂਪੀ 'ਚ ਕੁਛ ਨਹੀਂ ਹੈਗਾ,
ਕਾਂਗਰਸ ਪਾਰਟੀ ਉੱਤਰ ਪ੍ਰਦੇਸ਼ ਦੀਆਂ 80 ਸੀਟਾਂ 'ਚੋਂ ਖਾਤਾ ਹੀ ਖੋਲ੍ਹਵੇ ਤਾਂ ਵੱਡੀ ਗੱਲ ਹੈ। ਕਾਂਗਰਸ ਪਾਰਟੀ ਬਿਹਾਰ ਦੇ ਵਿੱਚੋਂ ਇੱਕ ਸੀਟ ਵੀ ਜਿੱਤ ਜਾਵੇ ਵੱਡੀ ਗੱਲ ਹੈ। ਕਾਂਗਰਸ ਪਾਰਟੀ ਨੂੰ ਪੱਛਮੀ ਬੰਗਾਲ ਦੇ ਵਿੱਚੋਂ ਕੱਖ ਨਹੀਂ ਜੇ ਲੱਭਣਾ। ਕਾਂਗਰਸ ਪਾਰਟੀ ਉੜੀਸਾ ਦੇ ਵਿੱਚੋਂ 2 ਸੀਟਾਂ 'ਤੇ ਵੀ ਚੱਲ ਜਾਵੇ ਤਾਂ ਵੱਡੀ ਗੱਲ ਹੈ। ਨਹੀਂ ਆ ਜਿਹੜੀ 100-150 ਸੀਟ ਹੈ ਫਿਰ ਉਹ ਕਿੱਥੋਂ ਮੰਗਲ ਗ੍ਰਹਿ ਤੋਂ ਲਿਆਉਣੀ ਇਹਨਾਂ ਨੇ? ਉਹ ਨਹੀਂ, ਮੈਂ ਦੱਸਾਂ ਮੋਟੇ-ਮੋਟੇ ਸਾਰੇ ਰਾਜ ਤੇ ਗਿਣਦੇ, ਜਦੋਂ ਕਿਤੇ 25 ਕਿਤੇ 80 ਸੀ। ਉਹ ਨਹੀਂ, ਮੈਂ ਕਿਹਾ ਚਲੋ ਦੇਖੋ, ਕਾਂਗਰਸ ਪਾਰਟੀ ਪੰਜਾਬ 'ਚੋਂ ਖਾਤਾ ਖੋਲ੍ਹ ਸਕਦੀ ਹੈ। ਕਾਂਗਰਸ ਦੇ ਹਰਿਆਣੇ 'ਚੋਂ ਬੰਦੇ ਆਉਣਗੇ, ਕਾਂਗਰਸ ਦੇ ਰਾਜਸਥਾਨ 'ਚੋਂ ਬੰਦੇ ਆਉਣਗੇ, ਕਾਂਗਰਸ ਪਾਰਟੀ ਨੂੰ ਮੱਧ ਪ੍ਰਦੇਸ਼ ਦੇ ਵਿੱਚੋਂ ਬੰਦੇ ਆਉਣੇ ਆ, ਕਾਂਗਰਸ ਪਾਰਟੀ ਨੂੰ ਹੋ ਸਕਦਾ ਮਹਾਰਾਸ਼ਟਰ ਦੇ ਵਿੱਚੋਂ ਵੀ 4 ਸੀਟਾਂ ਮਿਲਣ, ਕਾਂਗਰਸ ਪਾਰਟੀ ਕਰਨਾਟਕ ਦੇ ਵਿੱਚੋਂ ਵੀ ਸੀਟਾਂ ਲਿਆਊਗੀ, ਕਾਂਗਰਸ ਕੇਰਲਾ ਦੇ ਵਿੱਚੋਂ ਵੀ ਸੀਟਾਂ ਲਿਆਊਗੀ, ਕਾਂਗਰਸ ਨੂੰ ਹੋ ਸਕਦਾ ਜੰਮੂ ਕਸ਼ਮੀਰ 'ਚੋਂ ਵੀ ਇੱਕ ਅੱਧੀ ਸੀਟ ਮਿਲ ਜਾਏ। ਜਾਣੀ ਇੱਕ ਅੱਧੀ ਨਾਲ ਸ਼ਬਦ ਵਰਤਦੇ ਆ ਹਾਂ, ਜਿਸ ਹਿਸਾਬ ਤੋਂ ਇਹ ਗਿਣੀਆਂ ਸੀ ਮੈਨੂੰ ਲੱਗਦਾ ਵੀ ਉਹ ਯਾਰ ਅੱਛਾ ਵੀ ਆਪਾਂ ਤਾਂ ਜਿੱਤ ਗਏ। ਸੋ ਮਤਲਬ ਨਹੀਂ, ਗੱਲ ਠੀਕ ਹੈ ਤੁਹਾਡੀ ਵੀ ਜੇ ਕਾਂਗਰਸ ਪਾਰਟੀ ਕੰਮ ਕਰ ਲਵੇ, ਅਜੇ ਕੁਝ ਦੁੱਲੇ ਬੇਰਾਂ ਦਾ ਨਹੀਂ ਵਿਗੜਿਆ। ਦੂਜੀ ਗੱਲ ਇਹ ਆ ਵੀ ਜਿਹੜਾ ਜਿਸ ਹਿਸਾਬ ਨਾਲ ਰਾਹੁਲ ਗਾਂਧੀ ਸਾਹਿਬ ਲੱਗੇ ਉਹ ਬਿਲਕੁਲ ਸਹੀ ਹੈ। ਉਸ ਬੰਦੇ ਨੂੰ ਜਿਹੜਾ ਕੰਮ ਉਹਨੇ ਹੁਣ ਸ਼ੁਰੂ ਕੀਤਾ ਜਾਂ ਇਸ ਤੋਂ ਪਿਛਲੇ ਸਾਲ ਸ਼ੁਰੂ ਕੀਤਾ, ਉਹ ਸ਼ਾਇਦ ਅੱਜ ਤੋਂ 5, 7, 10 ਸਾਲ ਪਹਿਲਾਂ ਕਰਨਾ ਚਾਹੀਦਾ ਹੈ। ਉਹ ਘੱਟੋ ਘੱਟ 10 ਸਾਲ ਲੇਟ ਹੈ ਬੰਦਾ। ਪਰ ਚਲੋ ਆਪਾਂ ਨੇ ਵੀ ਹੁਣ ਤੋਂ ਵੀ ਜੇ ਸ਼ੁਰੂ ਹੋ ਗਿਆ ਤੇ ਉਹ ਜਾਣੇ ਉਹਦਾ ਕੋਈ 2, 4, 5 ਸਾਲਾਂ ਤੱਕ ਕੋਈ ਨਾ ਕੋਈ ਅਸਰ ਨਜ਼ਰ ਆਉਣ ਲੱਗ ਪਊਗਾ, ਕੋਈ ਪ੍ਰਭਾਵ ਨਜ਼ਰ ਆਉਣ ਲੱਗ ਪਊਗਾ। ਕਿਉਂਕਿ ਜਿਹੜਾ ਇੱਕ ਲੋਕਾਂ ਦੇ ਨਾਲ ਸਿੱਧਾ ਕਨੈਕਸ਼ਨ ਦਾ ਹੋਣਾ ਤੇ ਸਿੱਧੇ ਕਨੈਕਸ਼ਨ ਦਾ ਨਾ ਹੋਣਾ, ਉਹਦਾ ਸਭ ਤੋਂ ਵੱਡਾ ਲਾਹਾ। ਹੁਣ ਤੁਸੀਂ ਦੇਖੋ ਪ੍ਰਧਾਨ ਮੰਤਰੀ ਮੋਦੀ ਸਾਹਿਬ ਅੱਜ ਕੱਲ੍ਹ ਤਾਂ ਵੈਸੇ ਉਹ ਘੱਟ ਜ਼ਿਕਰ ਕਰਦੇ ਨੇ, ਸ਼ੁਰੂ ਜਦੋਂ ਉਹ ਪ੍ਰਧਾਨ ਮੰਤਰੀ ਬਣੇ ਸੀ, ਜਦੋਂ ਵੀ ਉਹ ਭਾਰਤ ਦੇ ਕਿਸੇ ਵੀ ਖੇਤਰ 'ਚ ਜਾਂਦੇ ਸੀ ਤੇ ਉੱਥੋਂ ਦੀ ਉਹ ਗੱਲ ਸੁਣਾਉਂਦੇ ਵੀ ਮੈਂ ਇੱਥੇ ਇਸ ਕੰਮ ਦੇ ਲਈ ਰਿਹਾ ਤੇ ਮੈਨੂੰ ਇਸ ਚੀਜ਼ ਬਾਰੇ ਪਤਾ। ਹਾਲਾਂਕਿ ਉਹਦੇ 'ਚ ਬਾਅਦ 'ਚ ਵਿਰੋਧੀ ਧਿਰਾਂ ਨੇ ਆਖਿਆ ਲੈ ਇਹਦੇ ਨਾਲ ਇੱਦਾਂ ਥੋੜ੍ਹਾ ਜੋੜ ਤੋੜ ਜੁੜਦਾ, ਇਹਦਾ ਕੋਈ ਜੋੜ ਤੋੜ ਥੋੜ੍ਹਾ ਜੁੜਦਾ। ਪਰ ਜਦੋਂ ਬੰਦਾ ਇਹ ਤਾਂ ਗੱਲ ਪੱਕੀ ਹੈ ਵੀ ਜਦੋਂ ਬੰਦਾ RSS ਦੀ ਆਪਾਂ ਗੱਲ ਕਰਦੇ ਹਾਂ ਵੀ ਉਹਦੇ ਅੰਡਰ ਜਿਹੜਾ ਬੰਦਾ ਵੀ ਕੰਮ ਕਰਦਾ ਹੋਵੇ ਉਹ ਸੰਗਠਨਾਂ ਦੇ ਵਿੱਚ, ਉਹ ਜਿੱਥੇ ਡਿਊਟੀ ਲੱਗਦੀ ਅਗਲੇ ਨੂੰ ਨਿਭਾਉਣੀ ਪੈਂਦੀ। ਤੇ ਹੋ ਸਕਦਾ ਵੀ ਜੇ ਦਹਾਕਿਆਂ ਬੱਧੀ ਤੁਸੀਂ ਉਹ ਡਿਊਟੀਆਂ ਨਿਭਾਈਆਂ ਹੋਣ ਤੇ ਤੁਹਾਨੂੰ ਆਮ ਲੋਕਾਂ ਦੇ ਰਹਿਣ ਸਹਿਣ ਦਾ ਪਤਾ ਹੁੰਦਾ। ਉਹੀ ਰਹਿਣ ਸਹਿਣ ਦਾ ਪਤਾ ਹੁਣ ਰਾਹੁਲ ਗਾਂਧੀ ਸਾਹਿਬ ਇਸ ਉਮਰ 'ਚ ਆ ਕੇ ਲਾ ਰਹੇ ਨੇ ਤੇ ਨਾਲ ਦੀ ਨਾਲ ਉਹ ਜਿਵੇਂ ਵੀ ਪਤਾ ਲਾਉਂਦੇ ਨੇ ਉਹ ਫਿਰ ਸਾਰਾ ਕੁਝ ਸੋਸ਼ਲ ਮੀਡੀਆ 'ਤੇ ਵੀ ਪਾ ਰਹੇ ਨੇ ਵੀ ਲੋਕਾਂ ਨੂੰ ਪਤਾ ਲੱਗ ਜਾਵੇ ਮੈਨੂੰ ਹੁਣ ਪਤਾ ਲੱਗ ਗਿਆ ਜੀ। ਪਰ ਇਹਦਾ ਅਸਲ ਦੇ ਵਿੱਚ ਵੋਟਾਂ ਤੱਕ ਕਨਵਰਟ ਹੋਣ 'ਚ ਮੈਨੂੰ ਲੱਗਦਾ ਵੀ ਸਮਾਂ ਲੱਗਣਾ। ਇਹ ਉੱਦਾਂ ਹੀ ਜਿੱਦਾਂ ਵੀ ਉਹ ਕਹਿੰਦੇ ਵੀ ਯਾਰ ਪ੍ਰਾਹੁਣੇ ਤੇ ਆ ਗਏ ਤੇ ਹੁਣ ਕਹਿੰਦਾ ਵੀ ਦਾਲ ਧਰੀ, ਅਜੇ ਦਾਲ ਧਰੀ, ਅਜੇ ਸੀਟੀਆਂ ਵੱਜਣਗੀਆਂ ਫਿਰ ਉਹ ਬਣੂਗੀ। ਨਹੀਂ ਫਿਰ ਤੁੜਕਾ ਜਿਹਾ ਰਹਿ ਗਿਆ। ਨਹੀਂ ਉਹ ਤਾਂ ਫਿਰ ਐਂਡ ਤੇ ਲੱਗਣਾ, ਉਹ ਤਾਂ ਲੋਕਾਂ ਲਾਉਣਾ। ਅੱਛਾ ਸੰਧਾਲੀਆ ਸਾਹਿਬ, ਚਲੋ ਅਸੀਂ ਇੱਕ ਗੱਲ ਤਾਂ ਕਲੀਅਰ ਹੈ, ਇਸ ਵੇਲੇ ਬੀਜੇਪੀ ਵਾਲੇ ਕੁਝ ਵੀ ਆਖਣ ਉਹਦੇ ਹੱਕ 'ਚ ਕੋਈ ਲਹਿਰ ਨਹੀਂ। ਤੇ ਦੂਸਰੀ ਗੱਲ ਜਿਹੜੀ ਉਹਨਾਂ ਲਈ ਬਹੁਤ ਚੰਗੀ ਹੈ ਬੀਜੇਪੀ ਲਈ, ਕਾਂਗਰਸ ਪਾਰਟੀ ਜਾਂ ਕੋਈ ਹੋਰ ਵੀ ਗੱਠਜੋੜ ਬੀਜੇਪੀ ਦੇ ਖਿਲਾਫ ਵੀ ਪੂਰਾ ਵੀ ਮਾਹੌਲ ਨਹੀਂ ਉਸਾਰ ਸਕੇ। ਜਾਣੀ ਕਿ ਆਪਾਂ ਜੇ ਕਹੀਏ ਨਾ ਕਿ ਦੇਸ਼ ਦੀ ਰਾਜਨੀਤੀ ਦੇ ਵਿੱਚ ਕਿਸੇ ਦੇ ਪੱਖ ਜਾਂ ਕਿਸੇ ਦੇ ਵਿਰੋਧ ਦੇ ਵਿੱਚ ਲਹਿਰ ਚੱਲਦੀ, ਇੱਦਾਂ ਦਾ ਕੱਖ ਨਹੀਂ। ਹਰ ਸੂਬੇ ਦੇ ਵਿੱਚ ਸੂਬਾ ਪੱਧਰੀ ਮੁੱਦਿਆਂ ਦੇ ਉੱਤੇ ਵੋਟਾਂ ਪੈਣ ਦੀ ਆਸ ਹੈ। ਹਾਂ, ਉਹਦੇ ਤੋਂ ਪਹਿਲਾਂ ਕੋਈ ਹੋਰ ਬੁੱਕਲ ਦੇ ਵਿੱਚੋਂ ਕੁਝ ਕੱਢ ਲਿਆਵੇ ਉਹ ਇੱਕ ਵੱਖਰੀ ਗੱਲ ਹੈ। ਪਰ ਇਸ ਵੇਲੇ ਤਾਂ ਨਾ ਕੋਈ ਲੀਡਰ ਇੱਦਾਂ ਦਾ ਜਿਹਦੇ ਚਿਹਰੇ ਦੇ ਉੱਤੇ ਤੁਸੀਂ ਇਹ ਦੇਖੋ, ਜੇ ਆਪਾਂ ਕਹੀਏ ਰਾਹੁਲ ਗਾਂਧੀ ਦੇ ਸਿਰ ਦੇ ਉੱਤੇ ਜਾਂ ਮਲਿਕ ਅਰਜੁਨ ਖੜਗੇ ਦਾ ਚਿਹਰਾ ਦਿਖਾ ਕੇ ਕਾਂਗਰਸ ਪਾਰਟੀ ਨੇ ਜਿੱਤ ਪ੍ਰਾਪਤ ਕਰ ਲੈਣੀ ਹੈ, ਜੇ ਇੱਦਾਂ ਹੁੰਦੀ ਤਾਂ ਉਹ ਪੰਜਾਬ ਤਾਂ ਗੁਜਰਾਤ ਦੇ ਵਿੱਚ ਕਿਉਂ ਹਰਦੇ? ਜੇ ਕੋਈ ਕਹੇ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਚਿਹਰਾ ਜਿਹੜੇ ਪੋਸਟਰ ਦੇ ਉੱਤੇ ਆ ਜਾਂਦਾ ਹੈ ਉੱਥੇ ਫਿਰ ਭਾਰਤੀ ਜਨਤਾ ਪਾਰਟੀ ਹਰਦੀ ਨਹੀਂ। ਜੇ ਇੱਦਾਂ ਹੁੰਦੀ ਤਾਂ ਹਿਮਾਚਲ ਪ੍ਰਦੇਸ਼ ਤੇ ਕਰਨਾਟਕ ਦੇ ਵਿੱਚੋਂ ਸਰਕਾਰਾਂ ਕਿਉਂ ਜਾਂਦੀਆਂ? ਹੁਣ ਚਿਹਰਾ ਇੰਪੋਰਟੈਂਟ ਨਹੀਂ ਹੈ, ਹਰ ਸੂਬੇ ਦੀਆਂ ਆਪਣੀਆਂ ਵੱਖਰੀਆਂ ਸਥਿਤੀਆਂ ਹੋਣਗੀਆਂ ਸੰਧਾਲੀਆ ਸਾਹਿਬ। ਹਾਂ, ਆਪਾਂ ਚੇਤਾ ਨਾ ਭੁਲਾਈਏ, ਇੱਥੇ 6 ਲੀਡਰ ਜਿਹੜੇ ਆ, 6 ਖੇਤਰੀ ਪਾਰਟੀਆਂ ਦੇ ਲੀਡਰ, ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ, ਗੁੱਸਾ ਨਾ ਕਰ ਜਾਣ ਕਿ ਖੇਤਰੀ ਪਾਰਟੀਆਂ ਕਹਿ ਤਾਂ ਰਾਸ਼ਟਰੀ ਪਾਰਟੀ ਦਾ ਦਰਜਾ ਮਿਲ ਗਿਆ। ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ, ਇਹਦੇ ਤੋਂ ਬਿਨਾਂ ਇੱਕ ਨਵੀਨ ਪਟਨਾਇਕ ਨੇ, ਨਵੀਨ ਪਟਨਾਇਕ। ਇਹਨਾਂ ਤੋਂ ਇਲਾਵਾ ਇੱਕ ਕਾਮਰੇਡਾਂ ਦੀ ਧਿਰ ਦੇ ਕੋਈ ਲੀਡਰ ਆਪਾਂ ਵਿੱਚ ਰੱਖ ਲੈਂਦੇ ਹਾਂ। ਇਹ 4 ਲੀਡਰ ਤੇ ਹੋ ਗਏ। ਇੱਕ 5ਵਾਂ ਲੀਡਰ ਜਿਹਦਾ ਨਾਮ ਨਿਤਿਸ਼ ਕੁਮਾਰ ਹੈ। ਜੇ ਨਿਤਿਸ਼ ਕੁਮਾਰ ਵਿਰੋਧੀ ਧਿਰਾਂ ਦੇ ਨਾਲ ਜੁੜਿਆ ਰਹਿੰਦਾ ਉਹ 4 ਸਰੀਰ ਹੋਰ ਇਕੱਠੇ ਕਰ ਸਕਦਾ ਹੈ, ਪਰ ਉਹਦਾ ਆਪ ਦਾ ਕੋਈ ਪਤਾ ਨਹੀਂ ਕਿ ਉਹਨੇ ਜਾਣਾ ਕਿੱਧਰਲੇ ਪਾਸੇ ਨੂੰ ਹੈ। ਜਾਣੀ ਇਹ 5-6 ਲੀਡਰ ਜੇ ਤਾਂ ਇਹ ਕਹਿਣਗੇ ਕਿ ਨਹੀਂ ਜੀ ਅਸੀਂ ਵੱਖਰੇ ਚਲਾਣਾ, ਕਿਉਂਕਿ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਪਤਾ ਹੈ ਕਿ ਜੇ ਉਹ ਭਾਜਪਾ ਤੇ ਕਾਂਗਰਸ ਤੋਂ ਬਰਾਬਰ ਦਾ ਇੱਕ ਦੂਰੀ ਵਾਲਾ ਮਾਹੌਲ ਬਣਾ ਕੇ ਚੱਲਦੇ ਆ, ਉਹਨਾਂ ਦੀ ਰਾਜਨੀਤੀ ਅੱਗੇ ਵੱਧਦੀ ਹੈ। ਜੇ ਉਹ ਅੱਜ ਕਹਿਣ ਕਿ ਅਸੀਂ ਬੀਜੇਪੀ ਨੂੰ ਹਰਾਉਣ ਦੇ ਲਈ ਕਾਂਗਰਸ ਪਾਰਟੀ ਨਾਲ ਬਹਿ ਜਾਣਾ ਤਾਂ ਫਿਰ ਉਹਨਾਂ ਦੀ ਰਾਜਨੀਤੀ ਇੱਕਦਮ ਰੌਕਟ ਵਾਂਗੂ ਐਂ ਤਾਂ ਜਾਊਗੀ, ਪਰ ਮੁੜ ਕੇ ਜਹਾਜ਼ਾਂ ਨੂੰ ਗਾਂਹ ਨਹੀਂ ਜਾ ਸਕਦੀ, ਕਿਉਂਕਿ ਰੌਕਟ ਇੱਧਰ ਉੱਧਰ ਨੂੰ ਨਹੀਂ, ਰੌਕਟ ਆਮ ਤੌਰ 'ਤੇ ਆਪਾਂ ਗਾਂਹ ਨੂੰ ਤਾਂ ਨਹੀਂ ਜਾਂਦਾ ਦੇਖਿਆ। ਹੁਣ ਆਮ ਆਦਮੀ ਪਾਰਟੀ ਜਾਂਦੀ ਐ, ਬੀਜੇਪੀ ਨੂੰ ਹਰਾਉਣ ਦੇ ਲਈ ਕਾਂਗਰਸ ਨਾਲ ਗੱਠਜੋੜ ਕੇ ਕਰਕੇ ਉਹਨੂੰ ਕਰਨਾ ਪਊਗਾ ਐ। ਇੱਦਾਂ ਕਰਨ ਦੇ ਨਾਲ ਉਹਦੀ ਇੱਧਰ ਵਾਲੀ क्षमता ਜਿਹੜੀ ਹੈ, ਸਮਰੱਥਾ ਜਿਹੜੀ ਹੈ ਉਹ ਖਤਮ ਹੋ ਜਾਣੀ ਹੈ। ਸੋ ਇਹ 5-6 ਲੀਡਰ ਕਰਨਗੇ ਕੀ, ਜਾਣਗੇ ਕਿੱਧਰ? ਜੇ ਤਾਂ ਇਹ ਆਪਸ ਵਿੱਚ ਠੋਕਵਾਂ ਗੱਠਜੋੜ ਕਰਦੇ ਆ, ਕਾਂਗਰਸ ਪਾਰਟੀ ਨੂੰ ਪਾਸੇ ਰੱਖ ਲੈਣ, 150 ਸੀਟ ਲੈ ਆਉਂਦੇ ਆ, ਫਿਰ ਇੱਕ ਵੱਖਰਾ
ਵਧੀਆ ਧੜਾ ਹੋਏਗਾ ਇਹਨਾਂ ਦਾ। ਪਰ ਇਹਦੇ ਵਿੱਚੋਂ ਵੀ ਸੰਧਾਲੀਆ ਸਾਹਿਬ, ਜੇ ਨਵੀਨ ਪਟਨਾਇਕ ਵੱਖਰੇ ਰਹਿ ਗਏ, ਤੇਲਗੂ ਦੇਸਮ ਪਾਰਟੀ ਵਾਲਿਆਂ ਨੇ ਕਿਹਾ ਕਿ ਅਸੀਂ ਕਿਸੇ ਪਾਸੇ ਨਹੀਂ ਜਾਣਾ, ਜੇ ਮਾਇਆਵਤੀ ਜੀ ਕਹਿੰਦੇ ਆ ਕਿ ਅਸੀਂ ਕਿਸੇ ਪਾਸੇ ਨਹੀਂ ਜਾਂਦੇ, ਜੇ ਅਕਾਲੀ ਕਹਿੰਦੇ ਅਸੀਂ ਬੀਜੇਪੀ ਵੱਲ ਵੀ ਨਹੀਂ, ਅਸੀਂ ਉੱਧਰ ਵੀ ਨਹੀਂ, 60-70 ਸੀਟਾਂ ਇਹਨਾਂ ਦੀਆਂ ਹੋਣੀਆਂ। ਜੇ 60-70 ਸੀਟਾਂ ਪਾਸੇ ਰਹਿ ਗਈਆਂ, ਬਾਕੀ ਭਾਜਪਾ ਵਿਰੋਧੀ ਧਿਰਾਂ ਦਾ ਗੱਠਜੋੜ ਵੀ ਹੋ ਗਿਆ, ਸਰਕਾਰ ਤਾਂ ਵੀ ਬੀਜੇਪੀ ਨੇ ਬਣਾ ਜਾਣੀ ਹੈ। ਇਹ ਸਰਕਾਰ ਬਣਦੀ ਹੈ। ਹੁਣ ਦੇਖੋ, ਕੋਈ ਬੰਦਾ ਆਪਾਂ ਨੂੰ ਇਹ ਗੱਲ ਕਰ ਸਕਦਾ ਵੀ ਯਾਰ ਇਹ ਸਥਿਤੀ ਜੀ ਤੇ ਸਮਝ ਆਉਂਦੀ ਆ ਵੀ ਇਸ ਵਕਤ ਵੀ ਸਾਰਾ ਕੁਝ ਰਲਗੱਡ ਹੋਇਆ ਪਿਆ ਵੀ ਹੋਊ ਕੀ। ਜਿੰਨੀ ਕੁ ਮੈਨੂੰ ਸਮਝ ਆਉਂਦੀ ਵਾਟ ਸਾਹਿਬ ਉਹ ਇਹ ਆ ਕਿ ਜੇ ਕੋਈ ਬੰਦਾ ਇਹ ਆਖੇ ਨਾ ਵੀ 2024 ਦੀਆਂ ਵੋਟਾਂ ਪੈਣੀਆਂ, ਬੀਜੇਪੀ ਨੇ ਟੋਟਲੀ ਹਾਰ ਜਾਣਾ, ਦੂਸਰੀ ਕੋਈ ਧਿਰ ਗੱਠਜੋੜ ਦੇ ਵਿੱਚ ਆ ਜਾਣੀ, ਉਹਨਾਂ ਨੂੰ ਬਹੁਮਤ ਮਿਲ ਜਾਣਾ, ਉਹਨਾਂ ਨੇ ਕੋਈ ਆਪਣਾ ਇੱਕ ਅੱਧਾ ਚਿਹਰਾ ਡਿਸਾਈਡ ਕਰ ਲੈਣਾ ਤੇ ਉਸ ਚਿਹਰੇ ਨੇ ਗਾਂ 2024 ਤੋਂ ਲੈ ਕੇ ਅਗਲੇ 5 ਸਾਲ 29 ਤੱਕ ਕਹਿ ਲਓ ਵੀ ਉਹ ਭਾਰਤ ਦੀ ਰਾਜਨੀਤੀ ਨੂੰ ਗੇੜਾ ਦੇਣਾ। ਇੱਦਾਂ ਹੋਣਾ ਨਹੀਂ। ਮੈਨੂੰ ਲੱਗਦਾ ਵੀ ਇਹਦੇ ਵਿਚਲਾ ਇੱਕ ਫੇਜ਼ ਆ, ਜਿਹੜਾ ਵਿਚਲਾ ਫੇਜ਼ ਆ ਉਹਦੇ ਲਈ ਕੰਮ ਕਰਨ ਦੀ ਲੋੜ ਹੈ ਜੇ ਕਰ ਸਕਣ। ਉਹ ਵਿਚਲਾ ਫੇਜ਼ ਇਹ ਹੋ ਸਕਦਾ ਵੀ ਜਦੋਂ ਆਪਾਂ ਹੁਣ ਇਸ ਵਕਤ ਦੇਖਦੇ ਹਾਂ, ਇਸ ਤੋਂ ਪਹਿਲਾਂ ਵੀ ਬੀਜੇਪੀ ਕੋਲੇ ਨਿਰੋਲ ਬਹੁਮਤ ਸੀਗਾ, ਅੱਜ ਵੀ ਉਹਨਾਂ ਕੋਲੇ ਇੰਡੀਵਿਜੂਅਲੀ ਆਪਣੇ ਤੌਰ ਦੇ ਉੱਪਰ ਬੀਜੇਪੀ ਦੇ ਇੰਨੇ ਐਮਪੀ ਨੇ ਵੀ ਉਹਨਾਂ ਨੂੰ ਕਿਸੇ ਦੀ ਲੋੜ ਹੀ ਨਹੀਂ ਜੀ। ਪਹਿਲਾਂ ਤੇ ਉਹਨਾਂ ਦੀਆਂ ਜੇ ਇਹ ਸਾਰੇ ਆਪੋ ਨਹੀਂ ਇਹਨਾਂ ਨੇ ਗੱਠਜੋੜ ਕਰਨਾ ਨਾ ਕਰਨ, ਥਾਂ ਥਾਈਂ ਆਪਣੇ ਤੌਰ ਤੇ ਮਜ਼ਬੂਤ ਹੋ ਕੇ ਜਿੱਤ ਕੇ ਆਉਣ ਵੀ ਕੋਈ ਆਖੇ ਮੇਰੇ ਕੋਲੇ ਆ ਫਲਾਣੇ ਸੂਬੇ 'ਚ ਹੈਗੇ ਆ, ਕੋਈ ਆਖੇ ਫਲਾਣੇ ਸੂਬੇ 'ਚ ਹੈਗੇ, ਉਹਦੇ ਨਾਲ ਹੋਊਗਾ ਕਿ ਓਵਰਆਲ ਉੱਪਰ ਜਾ ਕੇ ਲੋਕ ਸਭਾ ਦੇ ਵਿੱਚ ਐਮਪੀਜ਼ ਦੀ ਗਿਣਤੀ ਜੇ ਆਪਾਂ ਬੀਜੇਪੀ ਦੀ ਗੱਲ ਕਰਦੇ ਵੀ 272 ਉਹਨਾਂ ਨੂੰ ਸਰਕਾਰ ਬਣਾਉਣ ਲਈ ਚਾਹੀਦੇ ਆ ਵੀ 200 ਉਹਨਾਂ ਦਾ ਆਪਣਾ ਹੋ ਜੇ, 70-72 ਉਹਨਾਂ ਦੇ ਅਲਾਇੰਸ ਵਾਲੇ ਹੋਣ ਤਾਂ ਜੋ ਗੱਠਜੋੜ ਵਾਲਿਆਂ ਦੀ ਵੀ ਗੱਲ ਸੁਣੀ ਜਾਵੇ। ਕਿਸੇ ਵੇਲੇ ਇਹ ਹੁੰਦਾ ਨਾ ਵੀ ਯਾਰ ਉਹ ਤਾਂ ਜਮਾਂ ਹੀ ਨੁਕਰੇ ਲਾ ਰੱਖੇ ਨੇ, 272 ਦੀ ਉਹਨਾਂ ਦੀ ਜੋੜ ਤੋੜ ਵਾਲੀ ਭਾਵੇਂ ਸਰਕਾਰ ਬਣਾ ਵੀ ਲੈਣ, ਪਰ ਜਿਹੜੇ ਬਾਕੀ ਦੇ ਵਿਰੋਧੀ ਧਿਰ ਨੇ ਉਹ ਜਿੱਦਾਂ ਅੱਜ ਦੀ ਡੇਟ 'ਚ ਆਪਾਂ ਵੇਖਦੇ ਵੀ ਕੋਈ ਕਿਤੇ 30 ਕਿਤੇ 40 ਕਿਤੇ 50 ਇੱਦਾਂ ਨਾ ਹੋਣ, ਉਹਨਾਂ ਦੀ ਵੀ ਇੱਕ ਵੱਡੀ ਗਿਣਤੀ ਹੋਵੇ। ਫਿਰ ਇਹੋ ਜਿਹੀ ਕੰਮ ਉਹ ਹੋਊਗਾ ਵੀ ਜਿਹੜਾ ਅੱਜ ਦੀ ਡੇਟ 'ਚ ਕਈ ਵਾਰ ਆਪਾਂ ਦੇਖਦੇ ਹਾਂ ਜੋ ਫਲਾਨਾ ਫੈਸਲਾ ਜੀ ਉਹ ਲੈ ਲਿਆ, ਵਿਰੋਧੀ ਬੋਲੇ ਨਹੀਂ, ਵਿਰੋਧੀ ਬੋਲਣਗੇ ਤੇ ਵਿਰੋਧੀ ਤੇ ਹੈ ਹੀ ਨਹੀਂ ਉਹਦੇ ਵਿੱਚ। ਹੁਣ ਜੇ 350 ਤੋਂ ਉੱਪਰ ਸੀਟਾਂ ਜਿਹੜੀਆਂ ਨੇ ਉਹਨਾਂ ਦੀਆਂ ਨੇ ਉਹਦੇ ਵਿੱਚ, ਤੇ ਇਸ ਲੈਵਲ ਦਾ ਬਹੁਮਤ ਹੋਊਗਾ। ਆਪਾਂ ਕਈ ਵਾਰ ਦੇਖਦੇ ਸੀ ਨਾ ਵੀ ਉਹ ਜੀ ਵੀਡੀਓ ਦਿਖਾਈ ਜਾ ਰਹੀ ਆ ਵੀ ਉਧਰੋਂ ਅਜੇ ਉਹਨਾਂ ਨੇ ਬੋਲਿਆ ਮਗਰੋਂ ਵੀ ਫਲਾਨਾ ਜੀ ਬਿੱਲ, ਇੱਧਰੋਂ ਹਾਂਜੀ ਪਾਸ ਜੀ, ਤੇ ਜਿਹੜਾ ਜਾਂਦਾ ਕਹਿੰਦਾ ਨਹੀਂ ਪਾਸ, ਉਹਦੀ ਕੋਈ ਸੁਣਦੇ ਨਹੀਂ। ਪਹਿਲਾਂ ਤਾਂ ਮੈਨੂੰ ਲੱਗਦਾ ਹੁੰਦਾ ਵੀ ਉਸ ਸਥਿਤੀ ਨੂੰ ਥੋੜ੍ਹਾ ਜਿਹਾ ਸਾਵਾਂ ਕਰਨ ਦੀ ਲੋੜ ਹੈ ਵੀ ਅਗਲਿਆਂ ਨੂੰ ਵੀ ਲੱਗੇ ਵੀ ਨਹੀਂ ਯਾਰ ਸਾਡੇ ਇੰਨੇ ਕੁ ਬੰਦੇ ਨੇ, ਇੰਨੇ ਕੁ ਆਪਣੇ ਨਾਲ ਦੇ ਭਾਈਵਾਲ ਨੇ, ਉਹਨਾਂ ਦੀ ਸੁਣਨੀ ਪੈਣੀ ਆ। ਬਾਕੀ ਵਿਰੋਧੀਆਂ ਦਾ ਧੜਾ ਵੀ ਤਕੜਾ, ਜੇ ਆਪਾਂ ਕੋਈ ਬਿਲਕੁਲ ਹੀ ਜੱਗੋਂ ਤੇਰ ਵੀ ਕਰਾਂਗੇ ਤਾਂ ਵਿਰੋਧ ਹੋਊਗਾ। ਜੇ ਆਪਾਂ ਕੁਛ ਇਹੋ ਜਿਹਾ ਕਰਨਵਾਂਗੇ ਵੀ ਜਿਹੜੀ ਚੀਜ਼ ਅਸੀਂ ਆਪਣੀ ਪਾਰਟੀ ਆਈਡੀਓਲੋਜੀ ਦੇ ਹਿਸਾਬ ਨਾਲ ਤਾਂ ਕਰਨੀ ਚਾਹੁੰਦੇ ਹਾਂ, ਪਰ ਹੋ ਸਕਦਾ ਵੀ ਬਹੁਤੇ ਲੋਕ ਉੱਤੇ ਸਹਿਮਤ ਨਾ ਹੋਣ, ਉੱਤੇ ਵੀ ਵਿਰੋਧੀਆਂ ਨੂੰ ਸਮਰਥਨ ਮਿਲ ਸਕਦਾ। ਸੋ ਹੋ ਸਕਦਾ ਵੀ ਪਹਿਲਾਂ ਜਿਹੜੀ ਇਸ ਵਕਤ ਰਾਕਟਾਂਗ ਸਪੀਡ ਹੈ ਬੀਜੇਪੀ ਦੀ, ਉਹਨੂੰ ਬ੍ਰੇਕ ਲਾਉਣ ਦੇ ਲਈ ਇੱਕ ਅੱਧੀ 5 ਸਾਲ ਦੇ ਵਿੱਚ ਇਹੋ ਜਿਹੀ ਸਰਕਾਰ ਵੀ ਜਾਵੇ ਜਿਹਦੇ 'ਚ ਬੀਜੇਪੀ ਕੋਲੇ ਉਨਾ ਬਹੁਮਤ ਨਾ ਹੋਵੇ ਜਿੰਨਾ ਅੱਜ ਦੀ ਡੇਟ 'ਚ ਹੈਗਾ। ਤੇ ਫਿਰ ਹੋ ਸਕਦਾ ਵੀ ਅਗਲੇ 5 ਸਾਲਾਂ ਦੇ ਵਿੱਚ ਕੁਛ ਨਾ ਕੁਛ ਵਿਰੋਧੀਆਂ ਦੇ ਵੀ ਤੈਅ ਬਹਿ ਜਾਵੇ ਵੀ ਕੋਈ ਨਾ ਕੋਈ ਲੀਡਰ ਜਿਹੜਾ ਉੱਠ ਖੜਾ ਹੋਵੇ। ਤੇ ਜੇ ਕੋਈ ਆਖੇ ਵੀ ਸਵੇਰੇ ਹੀ ਮੰਨ ਲਓ ਕਿਸੇ ਨੇ ਬਿਲਕੁਲ ਹੀ ਲਾਂਭੇ ਕਰ ਦੇਣਾ ਬੀਜੇਪੀ ਨੂੰ, ਇਹਦੇ ਉਹਨਾਂ ਨੂੰ ਵੀ ਕਲੀਅਰ ਕੱਟ ਨਜ਼ਰ ਆਉਣਾ ਵੀ ਐਡੀ ਛੇਤੀ ਨਹੀਂ ਹਰਦੇ। ਨਹੀਂ, ਮੁਸ਼ਕਿਲ ਹੈ ਜੀ। ਬਾਕੀ ਸੰਧਾਲੀਆ ਸਾਹਿਬ ਇਸ ਸਾਰੀ ਪ੍ਰਕਿਰਿਆ ਦੇ ਵਿੱਚੋਂ ਨਾ ਇੱਕ ਚੀਜ਼ ਜਿਹੜੀ ਹੈ ਉਹ ਮਨਫੀ ਹੈ, ਬਿਲਕੁਲ ਮਾਈਨਸ ਨਜ਼ਰ ਨਹੀਂ ਆਉਂਦੀ, ਉਹ ਹੈਗੇ ਭਾਰਤ ਦੇ ਲੋਕ। ਜੇ ਰਾਹੁਲ ਗਾਂਧੀ ਸਾਹਿਬ ਵੀ ਝੋਨਾ ਲਾ ਰਹੇ ਹੈ, ਜੇ ਪ੍ਰਧਾਨ ਮੰਤਰੀ ਸਾਹਿਬ ਵੀ 1 ਕਿਲੋਮੀਟਰ ਤੁਰ ਕੇ ਇੱਕ ਸ਼ਹਿਰ ਦੇ ਵਿੱਚ ਆਪਣੇ ਮੰਤਰੀ ਦੇ ਘਰ ਜਾ ਰਹੇ ਹੈ, ਉਹਦੇ ਵਿੱਚ ਲੋਕ ਜਿਹੜੇ ਆ ਬਿਲਕੁਲ ਲਾਂਭੇ ਨੇ। ਹੁਣ ਤੁਸੀਂ ਦੇਖੋ ਕਿ ਜੇ ਆਪਾਂ ਭਾਰਤ ਦੀ ਗੱਲ ਕਰੀਏ, ਅਜੇ ਵੀ ਅਮੀਰ ਤੇ ਗਰੀਬ ਦਾ ਪਾੜਾ ਜਿਹੜਾ ਹੈ ਉਹ ਹੋਰ ਪਾਸੇ ਨੂੰ ਹੈ। ਅਜੇ ਵੀ ਜਦੋਂ ਇੱਕ ਸਾਂਝੀ ਰਿਪੋਰਟ ਆਉਂਦੀ ਹੁੰਦੀ ਨਾ ਕਿ ਦੇਸ਼ ਭਰ ਦੇ ਵਿੱਚ ਇੰਨੇ ਲੱਖ ਅਧਿਆਪਕਾਂ ਦੀ ਕਮੀ ਹੈ, ਉਹ ਪੰਜਾਬ 'ਚ ਕਮੀ ਨਹੀਂ ਹੁੰਦੀ, ਹਰਿਆਣੇ 'ਚ ਕਮੀ ਨਹੀਂ ਹੁੰਦੀ, ਦੇਸ਼ ਦੇ ਕੋਈ ਸੂਬਾ ਐਸਾ ਨਹੀਂ ਜਿੱਥੇ ਅਧਿਆਪਕਾਂ ਦੀ ਕਮੀ ਨਹੀਂ। ਇਹ ਕਿੱਡਾ ਕੁ ਜ਼ਬਰੇ ਦਾ ਸਵਾਲ ਹੈ ਕਿ ਸਾਡੀ ਭਾਵੇਂ ਕੇਂਦਰ ਦੀ ਸਰਕਾਰ ਹੈ ਤੇ ਸਾਡੀਆਂ ਭਾਵੇਂ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ, ਭਾਰਤ ਦੇ ਵਿੱਚ ਪੜ੍ਹੇ ਲਿਖੇ ਲੋਕ ਵੀ ਹੈਗੇ ਆ, BEd MEd ETT ਸਾਰਾ ਕੁਛ ਕੀਤਾ ਉਹਨਾਂ ਨੇ, ਉਹ ਪੜ੍ਹਾਉਣਾ ਚਾਹੁੰਦੇ ਆ, ਬੱਚੇ ਸਕੂਲਾਂ 'ਚ ਨੇ ਉਹ ਪੜ੍ਹਨਾ ਚਾਹੁੰਦੇ ਆ, ਪਰ ਉਹ ਜਿਹੜੇ ਲੋਕ ਪੜ੍ਹਾਉਣਾ ਚਾਹੁੰਦੇ ਤੇ ਯੋਗਤਾ ਪ੍ਰਾਪਤ ਉਹ ਸਕੂਲਾਂ 'ਚ ਨਹੀਂ ਹੈਗੇ। ਯਾਨੀ ਜੇ ਤੁਸੀਂ ਇੱਕ ਟੈਂਕੀ ਰੱਖ ਦਿੱਤੀ ਉੱਪਰ ਪਾਣੀ ਵਾਲੀ, ਥੱਲੇ ਟੂਟੀ ਵੀ ਲਾਤੀ ਹੈ, ਪਾਈਪਾਂ ਵੀ ਕੰਧ ਦੇ ਵਿੱਚ ਦੀ ਪਾਤੀਆਂ ਹੈ, ਗੇਟ ਵੱਲ ਬੰਦ ਕਰਦਾ ਤੁਸੀਂ, ਇੱਦਾਂ ਹੀ ਆ ਨਾ, ਪਾਣੀ ਆਉਣਾ ਹੀ ਨਹੀਂ ਜਿੰਨੀ ਦੇਰ ਗੇਟ ਵੱਲ ਬੰਦ ਕੀਤਾ। ਉਹ ਗੇਟ ਵੱਲ ਖੋਲ੍ਹਣ ਦੀ ਤਾਂ ਗੱਲ ਕਿਤੇ ਹੈ ਹੀ ਨਹੀਂ। ਸਾਰੇ ਪਾਸੇ ਜੋੜ ਤੋੜ ਹੀ ਇਹ ਹੈ ਕਿ ਭਾਈ ਕਿਸੇ ਨਾ ਕਿਸੇ ਤਰੀਕੇ ਆਪਾਂ ਦੇਸ਼ ਦੀ ਸੱਤਾ ਦੇ ਉੱਤੇ ਕਬਜ਼ਾ ਕਰ ਲਈਏ। ਜੇ ਅੱਜ ਵਿਰੋਧੀ ਧਿਰਾਂ ਵੀ ਕਹਿੰਦੀਆਂ ਇਕੱਠੀਆਂ ਹੋ ਜਾਈਏ, ED ਦੀ ਰੇਡ ਪੈਂਦੀ ਆ, ਭੱਜ ਭੁੱਜ ਜਾਂਦੇ ਉੱਤੇ। ਯਾਨੀ ਕਿੱਡੀ ਗੱਲ ਹੈ ਯਾਰ, ਜੇ ਤੁਸੀਂ ਦੁੱਧ ਧੋਤੇ ਹੋ ਤਾਂ ਕਰੋ ਮੁਕਾਬਲਾ। ਬਿਲਕੁਲ ਸਹੀ। ਮੈਨੂੰ ਇਹ ਲੱਗਦਾ ਕਿ ਇਹ ਕੰਮ ਕਰਨ ਦੇ ਲਈ ਨਾ ਪਹਿਲਾਂ ਤਾਂ ਜਿਹੜੀ ਸਿਆਸਤ ਆ ਉਹਦਾ ਦਾਇਰਾ ਵਧਾਉਣਾ ਪਊ। ਹੁਣ ਤੁਸੀਂ ਦੇਖੋ ਵੀ ਭਾਰਤ ਦੇ ਵਿੱਚ ਸਿਆਸਤ ਕਿਸ ਲੈਵਲ ਦੀ ਹੁੰਦੀ। ਜੇ ਮੰਨ ਲਓ ਪਿੰਡ ਪੱਧਰ ਦੀ ਹੈ ਤਾਂ ਉਹ ਵੱਧ ਤੋਂ ਵੱਧ ਪਿੰਡ ਪੱਧਰ 'ਤੇ ਸਰਪੰਚੀ ਵਾਲੀ ਇਲੈਕਸ਼ਨ ਹੋਣੀ। ਉਹਨੂੰ ਜੇ ਕੋਈ ਇਹ ਆਖੇ ਨਾ ਵੀ ਸਰਪੰਚ ਸਾਹਿਬ ਬਾਕੀ ਠੀਕ ਆ, ਆਪਾਂ ਇੱਦਾਂ ਕਰੀਏ ਸਾਂਝੇ ਮਿੰਜੇ ਜਿਹੇ ਹੋ ਕੇ ਨਾ ਕਿਸੇ ਤਰ੍ਹਾਂ ਸ਼ਹਿਰੋਂ ਇੱਧਰਲੀ ਸੜਕ ਦੇ ਉੱਪਰ ਕੰਮ ਕਰੀਏ ਵੀ 10 ਪਿੰਡ ਪੈਂਦੇ ਆ, ਸਾਰਿਆਂ ਨੂੰ ਫਾਇਦਾ ਹੋ ਜੂ।
ਲੈ ਮੈਂ 10 ਪਿੰਡਾਂ ਤੋਂ ਕੀ ਲੈਣਾ, ਮੈਂ ਵੋਟਾਂ ਆਪਣਿਆਂ ਤੋਂ ਲੈਣੀਆਂ, ਮੈਨੂੰ ਤੁਹਾਡੇ ਪਿੰਡਾਂ ਨਾਲ ਕੀ ਲੈਣਾ ਦੇਣਾ, ਸੜਕ ਬਣਦੀ ਨਹੀਂ ਬਣਦੀ ਨਾ ਬਣੇ। ਜਿਹੜਾ ਕੋਈ ਥੋੜ੍ਹਾ ਜਿਹਾ ਉਤੋਂ ਵੱਡੇ ਲੈਵਲ 'ਤੇ ਚੱਲ ਜੂ, ਮੰਨ ਲਓ ਕੋਈ ਬਲਾਕ ਲੈਵਲ ਦੀ ਰਾਜਨੀਤੀ, ਨਹੀਂ ਯਾਰ ਅੱਛਾ ਫਿਰ ਸੋਚਦੇ ਹਾਂ ਉਹਨੂੰ, ਜੇ ਕੋਈ ਇਹ ਸਲਾਹ ਦੇਵੇ ਨਾ ਵੀ ਯਾਰ ਆਪਾਂ ਪੂਰੇ ਹਲਕੇ ਦਾ ਸੋਚਦੇ ਹਾਂ ਵੀ MLA ਸਾਹਿਬ ਕੀ ਪਤਾ ਪਾਸੇ ਆਸੇ ਹੋ ਜਾਣਗਾ, ਤੁਹਾਡੇ ਬਾਰੇ ਸੋਚਣਾ, ਮੈਂ MLA ਤੋਂ ਲੈਣਾ, ਮੈਂ ਤਾਂ ਆਪਣਾ ਸੋਚਣਾ। ਇਸੇ ਤਰ੍ਹਾਂ MLA ਦਾ ਆਪਣਾ ਦਾਇਰਾ, MP ਦਾ ਆਪਣਾ ਦਾਇਰਾ, ਉਸ ਤੋਂ ਬਾਅਦ ਜੇ ਕੋਈ ਸਟੇਟ ਹੈ ਸਟੇਟ 'ਚ ਮੁੱਖ ਮੰਤਰੀ ਦਾ ਆਪਣਾ ਦਾਇਰਾ, ਅਤੇ ਉਸ ਤੋਂ ਬਾਅਦ ਵੱਖ-ਵੱਖ ਪੋਲੀਟੀਕਲ ਪਾਰਟੀਆਂ ਵੱਖ-ਵੱਖ ਸਟੇਟਾਂ ਦੇ ਦਾਇਰਿਆਂ 'ਚ ਫਸੀਆਂ ਨੇ ਜੀ। ਅਤੇ ਜੇ ਆਪਾਂ ਓਵਰਆਲ ਕੇਂਦਰੀ ਲੀਡਰਸ਼ਿਪ ਦੀ ਗੱਲ ਕਰ ਲਈ ਵੀ ਕੇਂਦਰ 'ਚ ਕਿਸੇ ਦੀ ਸਰਕਾਰ ਬਣ ਜਾਂਦੀ, ਅਤੇ ਉਹ ਵੀ ਮੋਸਟਲੀ ਪਾਰਟੀ ਸੈਂਟਰਿਕ ਹੋ ਜਾਂਦਾ ਕੰਮ ਜੀ। ਵੀ ਅਸੀਂ ਦੇਸ਼ 'ਚ ਜੇ ਕੰਮ ਕਰਨਾ, ਕਿੱਦਾਂ 5 ਸਾਲ ਲੰਘਾਈਏ ਵੀ ਅਗਲੇ 5 ਸਾਲ ਬਾਅਦ ਫਿਰ ਸਾਡੀ ਪਾਰਟੀ ਦੀ ਸਰਕਾਰ ਆ ਜੇ, ਬਸ ਹੈ ਨਾ। ਉਹ ਜਿਹੜਾ ਪਾਰਟੀ ਪੱਧਰ ਆ ਜਾਂ ਹਲਕਾ ਪੱਧਰ ਆ ਜਾਂ ਸਿਰਫ ਸੱਤਾ ਦੇ ਉੱਪਰ ਕਬਜ਼ੇ ਵਾਲੀ ਸੋਚ ਹੈ ਨਾ, ਮੈਨੂੰ ਲੱਗਦਾ ਹੁੰਦਾ ਵੀ ਇਹ ਤੋਂ ਇੱਕ ਸਟੈਪ ਉੱਪਰ ਜੇ ਚਲੇ ਜਾਣ ਕਿਤੇ ਆਪਣੇ ਲੀਡਰ, ਤੇ ਕਮਾਲ ਹੋ ਸਕਦੀ। ਅਤੇ ਉੱਪਰਲਾ ਸਟੈਪ ਇਹ ਆ ਵੀ ਦੁਨੀਆ ਦਾ ਵਪਾਰ ਕਿੱਧਰ ਨੂੰ ਜਾਂਦਾ, ਅਸੀਂ ਕਿਹੜਾ ਵਪਾਰ ਕਿੱਦਾਂ ਕੈਪਚਰ ਕਰ ਸਕਦੇ ਹਾਂ, ਕਿਹੜੇ ਐਸੇ ਦੇਸ਼ ਨੇ ਜਿਨ੍ਹਾਂ ਦੇ ਉੱਪਰ ਆਪਣਾ ਪ੍ਰਭਾਵ ਹੋ ਸਕਦਾ, ਸਾਡਾ ਜੇ ਰੁਪਈਆ ਉਹਦਾ ਅੱਜ ਦੀ ਡੇਟ 'ਚ ਰੇਟ ਡਿੱਗਦਾ ਜਾਂਦਾ, ਇਹਨੂੰ ਅਸੀਂ ਤਾਂ ਕਿੱਦਾਂ ਲਿਆ ਸਕਦੇ ਹਾਂ। ਬਹੁਤੇ ਕੋਈ ਮੰਨ ਲਓ ਦੁਨੀਆ 'ਚ ਨਾਢੂ ਖਾਂ 5-4 ਮੁਲਕ ਨੇ, ਉਹਨਾਂ ਦੀ ਅੱਖ 'ਚ ਅੱਖ ਪਾ ਕੇ ਗੱਲ ਕਿੱਦਾਂ ਕਰਨੀ ਵੀ ਕੱਲ੍ਹ ਨੂੰ ਉਹਨਾਂ ਨੂੰ ਸਾਨੂੰ ਲੋੜ ਪਵੇ, ਨਹੀਂ ਯਾਰ ਉਹਨਾਂ ਨੂੰ ਪੁੱਛ ਲਓ ਯਾਰ, ਐਵੇਂ ਨਾ ਕਰ ਲਿਓ ਕਿਤੇ, ਉਹਨਾਂ ਦੀ ਸਲਾਹ ਲੈ ਲਓ। ਜੇ ਤੇ ਮੈਨੂੰ ਲੱਗਦਾ ਹੁੰਦਾ ਸਿਆਸਤ ਉਸ ਹਿਸਾਬ ਨਾਲ ਕਿਤੇ ਦੇਸ਼ ਦੀ ਸ਼ੁਰੂ ਹੋ ਜਾਵੇ, ਅਤੇ ਫਿਰ ਉਹ ਦਿਨ ਦੂਰ ਨਹੀਂ ਹੈਗਾ ਵੀ ਮਤਲਬ ਜਿਹੜਾ ਦੇਸ਼ ਆ ਉਹ ਆਪਣੇ ਤੌਰ ਦੇ ਉੱਪਰ ਹੀ ਸਾਰਾ ਕੁਝ ਸਹੀ ਹੋ ਜਾਣਾ, ਕਿਉਂਕਿ ਦੁਨੀਆ 'ਚ ਮਜ਼ਬੂਤੀ ਦਿਖਾਉਣ ਦੇ ਲਈ ਉਹ ਸਾਰੇ ਦੇਸ਼ ਨੂੰ ਇਕਜੁੱਟ ਕਰਨਾ ਇੱਕ ਲੋੜ ਬਣ ਜਾਣੀ ਹੈ। ਇੱਕ ਸੰਧਾਲੀਆ ਸਾਹਿਬ ਇੱਕ ਧਿਰ ਹੋ ਸਕਦਾ ਕਿ ਕਹੇ ਯਾਰ ਸਾਡੀ ਗੱਲ ਹੀ ਨਹੀਂ ਕੀਤੀ, ਉਹ ਹੈ ਕਿ ਆਮ ਆਦਮੀ ਪਾਰਟੀ, ਉਹਨਾਂ ਨੂੰ ਐ ਲੱਗ ਸਕਦਾ ਕਿ ਅਸੀਂ 10 ਸਾਲ ਦੇ ਵਿੱਚ 2 ਸੂਬਿਆਂ 'ਚ ਸਰਕਾਰ ਬਣਾ ਲਈ, ਅਸੀਂ ਨੈਸ਼ਨਲ ਪਾਰਟੀ ਬਣ ਗਏ। ਉਹਨਾਂ ਦੇ ਦਿੱਲੀ ਵਾਲੇ ਤੇ ਪੰਜਾਬ ਵਾਲੇ ਵੀ ਕਈ ਮੰਤਰੀ ਕਹਿ ਚੁੱਕੇ ਆ ਕਿ ਪ੍ਰਧਾਨ ਮੰਤਰੀ ਤਾਂ ਕੇਜਰੀਵਾਲ ਸਾਹਿਬ ਨੇ ਬਣਨਾ ਹੈ। ਤੁਸੀਂ ਕਹਿ ਸਕਦੇ ਹੋ, ਕਾਂਗਰਸੀ ਰਾਹੁਲ ਗਾਂਧੀ ਸਾਹਿਬ ਨੂੰ ਬਣਾ ਸਕਦੇ ਆ, ਖੜਗੇ ਸਾਹਿਬ ਨੂੰ ਬਣਾ ਸਕਦੇ, ਗੱਲਾਂ ਦੇ ਵਿੱਚ ਤਾਂ ਮੈਂ ਤੁਹਾਨੂੰ ਵੀ ਬਣਾ ਦਿੰਦਾ। ਹਾਂਜੀ, ਇੱਕ ਤਾਂ ਪ੍ਰਾਈਮ ਦਾ ਵੀ ਚਾਹੀਦਾ। ਠੀਕ ਹੈ। ਹੁਣ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਇਹ ਗੱਲ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਕਿਸੇ ਦੌੜ 'ਚ ਨਹੀਂ, ਉਹ ਆਪਣੇ ਵੱਲੋਂ ਦੌੜ 'ਚ ਹੀ ਨੇ, ਪਰ ਉਹ ਕਿਸੇ ਦੌੜ 'ਚ ਨਹੀਂ, ਉਹ ਕਿਸੇ ਪਾਸੇ ਹੀ ਨਹੀਂ ਹੈਗੇ ਜੀ। ਪੰਜਾਬ ਦੀਆਂ 13 ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਇਸ ਸਥਿਤੀ ਦੇ ਵਿੱਚ ਹੈ ਕਿ ਉਹ ਕੁਛ ਵੀ ਕਰ ਸਕਦੀ ਹੈ। ਦਿੱਲੀ ਦੀਆਂ 7 ਸੀਟਾਂ 'ਚੋਂ ਅੱਜ ਤੱਕ ਕਦੇ ਆਮ ਆਦਮੀ ਪਾਰਟੀ ਦਾ ਖਾਤਾ ਨਹੀਂ ਖੁੱਲ੍ਹਾ, ਪਰ ਨਿਗਮ ਚੋਣਾਂ ਵੀ ਉਹਨਾਂ ਨੇ ਕਦੇ ਨਹੀਂ ਸੀ ਜਿੱਤੀਆਂ। ਮੈਂ ਕਹਿੰਦਾ ਕਿ 13 ਤੇ 7 20 ਦਿੱਲੀ ਵਾਲੀਆਂ, ਟੋਟਲ ਹੋ ਗਈਆਂ 20 ਸੀਟਾਂ। ਇਹਨਾਂ 20 ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਕੋਈ ਵੀ ਕਹਿਰ ਕਰ ਸਕਦੀ ਹੈ, ਜਿੱਤ ਦਾ ਵੀ ਕਿਸੇ ਵੀ ਤਰੀਕੇ ਦਾ ਵੀ। ਇੱਕ ਚੰਡੀਗੜ੍ਹ ਵਾਲੀ ਵੀ ਰੱਖਤੀ ਲਾ ਕੇ 21 ਹੋ ਗਈਆਂ। ਇਹਨਾਂ 21 ਸੀਟਾਂ ਤੋਂ ਬਿਨਾਂ ਸੰਧਾਲੀਆ ਸਾਹਿਬ ਦੇਸ਼ ਦੇ ਵਿੱਚ, ਚਾਹੇ ਉਹਨਾਂ ਦੇ ਕੋਲੇ 2 MLA ਗੋਆ ਦੇ ਵਿੱਚ ਨੇ, ਚਾਹੇ ਉਹਨਾਂ ਦੇ ਕੋਲੇ 5 MLA ਜਿਹੜੇ ਆ ਉਹ ਗੁਜਰਾਤ ਦੇ ਵਿੱਚ ਨੇ, ਉਹ ਕਿਸੇ ਵੀ ਥਾਂ ਦੇ ਉੱਤੇ ਜਾ ਕੇ ਇਹ ਨਹੀਂ ਕਹਿ ਸਕਦੇ ਕਿ ਇਸ ਸੀਟ ਦੇ ਉੱਤੇ ਅਸੀਂ ਮੁੱਖ ਮੁਕਾਬਲੇ 'ਚ, ਹੋ ਸਕਦਾ ਕਿ ਉਹ ਗੁੱਸਾ ਹੀ ਕਰਨ। ਜਾਣੀ ਕਿ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਜੇ ਗੱਠਜੋੜ ਨਹੀਂ ਹੁੰਦਾ ਤੇ ਇਹਨਾਂ 21 ਸੀਟਾਂ, ਚਲੋ ਆਪਾਂ ਲੈ ਦੇ ਕੇ 4 ਸੀਟਾਂ ਹੋਰ ਦਿੱਤੀਆਂ, 25 ਸੀਟਾਂ ਤੋਂ ਵੱਧ ਆਮ ਆਦਮੀ ਪਾਰਟੀ ਕਿਤੇ ਮੁਕਾਬਲੇ 'ਚ ਨਹੀਂ। ਇਹਨਾਂ 25 ਦੇ ਵਿੱਚੋਂ 25 ਜਿੱਤ ਲੈਣ, 15 ਜਿੱਤ ਲੈਣ, ਉਹ 5 ਜਿੱਤ ਲੈਣ, ਇਹਨਾਂ ਦੀ ਹਿੰਮਤ ਹੈ। ਜੇ ਕੋਈ ਕਹੇ ਨਹੀਂ ਜੀ ਅਸੀਂ ਬਹੁਤ ਹੁਣ ਵਧੀਆ, ਇਹਨਾਂ ਨੇ ਉੱਤਰਾਖੰਡ ਦੇ ਵਿੱਚ ਚੋਣ ਲੜੀ, ਇੱਕ ਵੀ ਕੈਂਡੀਡੇਟ ਜ਼ਮਾਨਤ ਨਹੀਂ ਬਚਾ ਸਕਿਆ। ਇਹਨਾਂ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ 33 ਚੋਣ ਲੜੀ, ਅਜੇ ਪਤੀਲਾ ਲਾ ਕੇ ਥੱਲੇ ਰੱਖਣਾ ਹੋਵੇ ਉਸ ਇਲੈਕਸ਼ਨ ਨਾਲ ਤਾਂ ਕੱਪੜੇ ਨਾਲ ਲਾਉਣਾ ਪਊਗਾ, ਤੇ ਅਗਰ ਉਹ ਬੀਬੀ ਕਹੂਗੀ ਕਿ ਮਾੜਾ ਜਿਹਾ ਬਚ ਕੇ ਦੇਖ ਕੇ ਹੌਲੀ ਦੇਣੀ। ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਕਿਸੇ ਇਹਨਾਂ ਦੀ ਉਮੀਦਵਾਰ ਦੀ ਜ਼ਮਾਨਤ ਬਚੀ ਨਹੀਂ ਬਚੀ। ਗੁਜਰਾਤ ਦੇ ਵਿੱਚ 5 MLA ਬਣੇ ਆ, ਪਰ ਬਾਕੀ ਬੰਦਿਆਂ ਦੇ ਹਾਲਾਤ ਕੀ ਬਣੇ ਆ। ਇਹਦੇ ਤੋਂ ਇਲਾਵਾ ਵੀ ਬਹੁਤ ਸਾਰੇ ਥਾਵਾਂ ਤੇ ਖੁਦ ਅਰਵਿੰਦ ਕੇਜਰੀਵਾਲ ਸਾਹਿਬ ਜਿਸ ਸੂਬੇ ਹਰਿਆਣੇ ਦੇ ਨਾਲ ਸੰਬੰਧਿਤ ਨੇ, ਉਸ ਹਰਿਆਣੇ ਸੂਬੇ ਦੇ ਵਿੱਚ ਜਿੰਨੀ ਕੁ ਵਾਰ ਵੀ ਇਹਨਾਂ ਨੇ ਚੋਣ ਲੜੀ ਆ, ਜਿਹੜੀ ਸੀਟ ਤੋਂ ਕੁਲਦੀਪ ਬਿਸ਼ਨੋਈ ਹੋਰਾਂ ਨੂੰ ਕਾਂਗਰਸ ਪਾਰਟੀ ਛਡਾ ਕੇ ਭਾਜਪਾ ਦੇ ਵਿੱਚ ਲਿਆ ਕੇ ਭਾਜਪਾ ਤੋਂ ਉਮੀਦਵਾਰ ਬਣਾ ਕੇ ਫਿਰ ਚੋਣ ਲੜਾਈ ਤੇ ਭਾਜਪਾ ਨੇ ਆਪਣਾ ਬੰਦਾ ਜਿਤਾ ਲਿਆ, ਉਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਸਭ ਵੀ ਤਾਂ ਖੜੇ ਸੀ ਨਾ। ਉਸ ਉਮੀਦਵਾਰ ਦੇ ਪੱਲੇ ਕੀ ਰਿਹਾ ਆਪਾਂ ਸਾਰਿਆਂ ਨੂੰ ਪਤਾ ਹੈ। ਸੋ ਕੁੱਲ ਮਿਲਾ ਕੇ ਠੀਕ ਹੈ, ਹਰ ਇੱਕ ਧਿਰ ਨੇ ਪ੍ਰਚਾਰ ਕਰਨਾ ਹੁੰਦਾ। ਆਮ ਆਦਮੀ ਪਾਰਟੀ ਵੈਸੇ ਵੀ ਹੁੰਦੀ ਇੱਥੇ ਤਾਂ ਪ੍ਰਚਾਰ ਇੱਥੇ ਰੱਖ ਕੇ ਕਰਦੀ, ਕਈ ਵਾਰੀ ਪਹੁੰਚ ਵੀ ਜਾਂਦੀ ਹੈ, ਪਰ ਇਹ ਦੇਸ਼ ਦੀ ਰਾਜਨੀਤੀ ਹੈ। ਇੱਥੇ ਇਸ ਵਾਰ 2024 ਦੇ ਵਿੱਚ ਆਮ ਆਦਮੀ ਪਾਰਟੀ ਦਾ ਗੁੜ ਬਹੁਤਾ ਮਿੱਠਾ ਹੁੰਦਾ ਨਹੀਂ ਜਾਪਦਾ। ਇਹ ਤਾਂ ਕਲੀਅਰ ਹੀ ਆ ਜੀ। ਤੁਸੀਂ ਮੈਨੂੰ ਲੱਗਦਾ ਵੀ 21 ਬਹੁ ਵੀ 25 ਗਿਣ-ਗੁਣ ਦਿੱਤੇ ਮੈਨੂੰ, ਨਹੀਂ ਮੁਕਾਬਲੇ 'ਚ ਹੀ ਦੱਸੀਆਂ। ਮੁਕਾਬਲੇ 'ਚ ਮੈਂ ਤਾਂ ਦਿੱਲੀ ਵਾਲਿਆਂ ਨੂੰ ਮੈਂ ਤਾਂ ਨਹੀਂ ਗਿਣਦਾ ਵੀ ਇਹ ਤੀਜੀ ਵਾਰ ਮੁੱਖ ਮੰਤਰੀ ਬਣ ਕੇ, ਹੁਣ ਤੀਜੀ ਵਾਰ ਇੱਕ ਨਾਲ ਇਲੈਕਸ਼ਨ ਦੇਖਣੀ ਹੈ ਲੋਕ ਸਭਾ ਦੀ, ਵੀ ਜੇ ਪਹਿਲੀਆਂ ਉਹਨਾਂ ਦੀ ਸਰਕਾਰ ਹੁੰਦਿਆਂ ਸਾਰੇ ਯਾਰ ਇੱਕ ਤਾਂ ਜਿੱਤੇ। ਤੁਸੀਂ ਦੇਖੋ ਹੰਸਰਾਜ ਹੰਸੋਰਾਂ ਦੀ ਆਪਾਂ ਐਗਜ਼ਾਮਪਲ ਦਿੰਦੇ ਹੁੰਦੇ ਹਾਂ, ਪੰਜਾਬ 'ਚ ਉਹਨਾਂ ਨੇ ਸਿਆਸਤ ਕੀਤੀ, ਇੱਕ ਪਾਰਟੀ 'ਚ ਗਏ, ਦੂਜੀ 'ਚ ਗਏ, ਕਿਤੇ ਗੱਲ ਨਹੀਂ ਬਣੀ, ਲੋਕ ਸਭਾ ਦੀ ਚੋਣ ਵੀ ਲੜ ਕੇ ਦੇਖ ਲਈ, ਬਾਕੀ ਵੀ ਹੋ ਗਿਆ ਕੰਮ। ਉਹਨਾਂ ਨੂੰ BJP ਦਿੱਲੀ ਲੈ ਕੇ ਜਾਂਦੀ ਹੈ,
ਦੇਸ਼ ਦੇ ਵਿੱਚ ਜੇ ਕੋਈ ਸਭ ਤੋਂ ਵੱਧ ਵੋਟਾਂ ਨਾਲ ਜਿੱਤਿਆ ਬੰਦਾ ਤੇ ਹੰਸਰਾਜ ਹੰਸ, ਉਹ ਵੀ ਕਿੱਥੋਂ, ਦਿੱਲੀੋਂ, ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ। ਹੁਣ ਜੇ ਤਾਂ ਮੰਨ ਲਓ ਵੀ ਉਹਨਾਂ ਦਾ ਵਾਕਿਆ ਲੋਕ ਸਭਾ ਦੇ ਉੱਪਰ ਕੋਈ ਹੁੰਦਾ ਦਬਦਬਾ, ਤੇ ਹੁਣ ਤੱਕ ਕੋਈ ਨਾ ਕੋਈ ਉਹ ਕੰਮ ਕਰਕੇ ਦਿਖਾਉਂਦੇ। ਹਾਂ, ਪੰਜਾਬੀਆਂ ਨੇ ਜ਼ਰੂਰ ਇੱਕ ਨਾ 4 MP ਉਹਨਾਂ ਦੇ ਜਿਤਾਏ ਸੀ, ਉਹ ਉਦੋਂ ਜਿਤਾਏ ਸੀ ਜਦੋਂ ਆਮ ਆਦਮੀ ਪਾਰਟੀ ਨੂੰ ਜਾਣਦਾ ਕੋਈ ਨਹੀਂ ਜੀ। ਹੁਣ ਤਾਂ ਚਲੋ ਦਿੱਲੀ ਵਾਲੇ ਉਹਨਾਂ ਦਾ ਕੰਮਕਾਰ ਦੇਖਣ ਤੋਂ ਬਾਅਦ ਲੋਕ ਸਭਾ ਦੀ ਵੋਟ ਕਿਉਂ ਨਹੀਂ ਪਾਉਂਦੇ ਉਹਨਾਂ ਨੂੰ, ਇਹ ਦਿੱਲੀ ਵਾਲਿਆਂ ਨੂੰ ਪੁੱਛਣ। ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਸਾਹਿਬ ਦੀ ਆਪਣੀ ਸੀਟ ਜਿਹੜੀ ਸੀ ਸੰਗਰੂਰ ਵਾਲੀ, ਉਹ ਹਾਰ ਗਏ ਨੇ। ਐਤਕੀ ਜਲੰਧਰ ਵਾਲੀ ਜ਼ਿਮਨੀ ਚੋਣ 'ਚੋਂ ਬੰਦਾ ਜਿੱਤ ਗਿਆ, ਉਹ ਵੀ ਚਲੋ ਕਾਂਗਰਸ ਪਾਰਟੀ ਤੋਂ ਲਿਆ ਕੇ ਜਿਤਾਇਆ ਉਹਨਾਂ ਨੇ। ਪਰ ਹੁਣ ਅਗਲੇ 5-7 ਮਹੀਨਿਆਂ ਦੇ ਵਿੱਚ ਉਹ ਜੇ ਤਾਂ ਚੰਗਾ ਕੰਮ ਕਰਨ 'ਚ ਕਾਮਯਾਬ ਹੋ ਗਏ ਤੇ 13 ਚੋਂ ਕਿਸੇ ਨਾ ਕਿਸੇ ਦੇ ਉੱਪਰ ਸੀਟ ਦੇ ਉੱਪਰ ਕੋਈ 2-4 ਸੀਟਾਂ ਦੇ ਟੱਕਰ ਦੇ ਲੈਣਗੇ। ਤੇ ਜੇ ਕੋਈ ਇਹ ਆਖੇ ਵੀ ਹਾਂ ਵੀ 13 ਦੀਆਂ 13 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤ ਜਾਣੀਆਂ, ਤੇ ਉਹ ਮੁੰਗੇਰੀ ਲਾਲ ਕੇ ਹੁਸੈਨ ਸੁਪਨੇ ਵਾਲੀ ਕਿਤਾਬ ਵਾਲਾ ਲੇਖ ਹੀ ਹੈ। ਮੈਂ ਤਾਂ ਸੰਧਾਲੀਆ ਸਾਹਿਬ ਫਿਰ ਇੱਕ ਵਾਰੀ ਦੱਸਦਾ ਕਿ 543 ਕੁੱਲ 272 ਤੇ ਬਹੁਮਤ ਹੈ। ਭਾਜਪਾ ਪਹਿਲੇ ਨੰਬਰ ਤੇ ਆਊਗੀ। ਮੈਂ ਨਹੀਂ ਕਹਿੰਦਾ ਬਹੁਮਤ ਮਿਲ ਜਾਣਾ ਜਾਂ ਨਹੀਂ ਮਿਲ ਜਾਣਾ, ਕਾਂਗਰਸ ਦਾ ਦੂਸਰਾ ਨੰਬਰ ਹੋਣਾ। ਇਹਦੇ ਤੋਂ ਇਲਾਵਾ ਇੱਕ ਤੀਸਰੇ, ਚੌਥੇ, 5ਵੇਂ ਤੇ 6ਵੇਂ ਨੰਬਰ ਦੇ ਲਈ ਮੁਕਾਬਲਾ ਹੋਣਾ ਹੈ। ਆਮ ਆਦਮੀ ਪਾਰਟੀ ਵਾਲੇ ਇਹ ਵੀ ਮਤ ਸਮਝਣਾ ਤੀਸਰੇ ਤੇ ਆ ਜਾਣਾ ਨਾ। ਹੋ ਸਕਦਾ ਕਿ ਮਮਤਾ ਬੈਨਰਜੀ ਜਿਹੜੇ ਸੂਬੇ 'ਚ ਬੈਠੀ ਹੈ, ਕਿਉਂਕਿ 18 ਤੋਂ ਪਿਛਲੇ ਵਾਰ ਜਿੱਤ ਗਈ ਸੀ, ਐਤਕੀ ਕੀ ਪਤਾ ਕਿਹੜੇ ਹਾਲਾਤ ਬਣਨੇ ਆ। ਅਖਿਲੇਸ਼ ਯਾਦਵ, ਜੇ ਭਾਰਤੀ ਜਨਤਾ ਪਾਰਟੀ ਯੂਪੀ 'ਚੋਂ ਥੱਲੇ ਰਹਿੰਦੀ, ਕਾਂਗਰਸ ਨਹੀਂ ਉੱਪਰ ਜਾਣੀ, ਫਿਰ ਅਖਿਲੇਸ਼ ਯਾਦਵ ਜਾਂ ਮਾਇਆਵਤੀ ਉੱਪਰ ਜਾਣੀ ਹੈ। ਤੇ ਉੱਥੇ ਤਾਂ 80 ਦੇ ਵਿੱਚੋਂ 33% ਸੀਟਾਂ ਵੀ ਬਥੇਰੀਆਂ ਹੁੰਦੀਆਂ। ਇਹਦੇ ਤੋਂ ਇਲਾਵਾ ਨਿਤਿਸ਼, ਜਿਹੜਾ ਨਵੀਨ ਪਟਨਾਇਕ ਆ, ਉਹ ਪਤਾ ਨਹੀਂ ਕਿੱਥੇ ਤੱਕ ਜਾਣਾ। ਯਾਨੀ ਕੁੱਲ ਮਿਲਾ ਕੇ ਤੀਸਰੀ ਥਾਂ ਦੇ ਉੱਤੇ ਆਉਣ ਦੇ ਲਈ ਵੀ ਅਰਵਿੰਦ ਕੇਜਰੀਵਾਲ, ਇੱਕ ਕਾਮਰੇਡਾਂ ਦੀ ਧਿਰ, ਮਮਤਾ ਬੈਨਰਜੀ, ਅਖਿਲੇਸ਼ ਯਾਦਵ ਤੇ ਨਵੀਨ ਪਟਨਾਇਕ, ਇਹ 5 ਪਾਰਟੀਆਂ ਦੇ ਵਿੱਚ ਮੁਕਾਬਲਾ ਹੋਏਗਾ। ਉੱਪਰਲੀਆਂ 2 ਵੱਖਰੀਆਂ ਨੇ, ਇਹਨਾਂ ਦੇ ਵਿੱਚੋਂ ਕੋਈ ਬੰਦਾ ਤੀਜੇ ਤੇ ਵੀ ਆ ਸਕਦਾ, 7ਵੇਂ ਤੇ ਵੀ ਆ ਸਕਦਾ। ਹਾਂ, ਨਹੀਂ ਮਤਲਬ ਕਹਿਣ ਤੋਂ ਇਹ ਹੋ ਗਿਆ ਵੀ ਬਾਅਦ ਦੇ ਵਿੱਚ ਤੇ ਪਰਚੂਨ ਇਕੱਠੀ ਕਰਨ ਵਾਲੀ ਗੱਲ ਹੈ ਵੀ ਕਿਸੇ ਦੀ 1, ਕਿਸੇ ਦੀਆਂ 2, 4, 5, 7। ਉਹ ਹੁਣ ਜਦੋਂ 2, 4, 5, 7 ਵਾਲੇ ਹੋਣਗੇ, ਤੇ ਪਿਛਲਾ ਮੇਰਾ ਖਿਆਲ ਹੁਣ 10 ਸਾਲਾਂ ਦਾ ਬੀਜੇਪੀ ਦਾ ਰਿਕਾਰਡ ਬਹੁਤ ਕਲੀਅਰ ਕੱਟ, ਹਰੇਕ ਲੀਡਰ ਨੂੰ, ਭਾਵੇਂ ਕੋਈ ਛੋਟਾ ਭਾਵੇਂ ਵੱਡਾ, ਭਾਵੇਂ ਪੋਲੀਟੀਕਲ ਪਾਰਟੀ ਨੂੰ ਪਤਾ ਲੱਗ ਗਿਆ ਵੀ ਜੇ ਬੰਦਾ ਇੱਦਾਂ ਇੱਕ ਅੱਧਾ ਰਹਿ ਜਾਵੇ ਨਾ, ਜਿੱਦਾਂ ਕਈ ਵਾਰ ਨਹੀਂ ਹੁੰਦਾ, ਮਤਲਬ ਵਗ ਚਾਰਨ ਵਾਲੇ ਦੀ ਉਦਾਹਰਨ ਦੇਣ ਲੱਗਾ ਵੀ ਭੇਡਾਂ ਜਾਂ ਬੱਕਰੀਆਂ ਚਾਰਨ ਵਾਲੇ ਹੁੰਦੇ ਨੇ, ਆਮ ਤੌਰ 'ਤੇ ਜੇ ਕਿਤੇ ਉਹਨਾਂ ਦਾ ਕੋਈ ਪਠੋਰਾ, ਕੋਈ ਲੇਲਾ ਮਗਰ ਰਹਿ ਜੇ ਨਾ, ਉਹਨੇ ਵੀ ਯਾਰ ਉਹਨੂੰ ਲੱਭ ਕੇ ਲੈ, ਮੈਂ ਕੁੱਤਾ ਨਾ ਚੁੱਕ ਕੇ ਲੈ ਜਿਹਨੂੰ ਮਗਰਲੇ ਪਾਸੇ। ਕਹਿਣ ਤੋਂ ਪਾਏ ਹੁੰਦਾ ਵੀ ਉਹਨਾਂ ਨੂੰ ਇਹ ਹੁੰਦਾ ਵੀ ਜੇ ਤੇ ਉਹ ਧਿਰ ਇਕੱਠੀ ਹੋਈ ਫਿਰ ਤੇ ਹੋ ਸਕਦਾ ਵੀ ਉਹ ਤੁਰੇ ਜਾਣ, ਇੱਕ ਅੱਧਾ ਜੇ ਕੋਈ ਪਿੱਛੇ ਰਹਿ ਗਿਆ ਤਾਂ ਉਹ ਸ਼ਿਕਾਰੀ ਨੇ ਚੁੱਕ ਲੈਣਾ। ਉਹ ਗੱਲ ਨਹੀਂ, ਜੇ ਬਾਕੀਆਂ 'ਚੋਂ ਕਿਸੇ ਦਾ 1-2 ਬਚਿਆ ਤੇ ਉਹ ਪੋਲੀਟੀਕਲ ਪਾਰਟੀ ਵਾਲੇ ਜ਼ਰੂਰ ਸੋਚਣ ਵੀ ਹਾਂ ਵੀਰ ਮੇਰਾ, ਵੀ ਇਹ ਸਾਡਾ ਰਹੂਗਾ ਉੱਥੇ ਜਾ ਕੇ ਕਿ ਨਹੀਂ ਰਹੂਗਾ। ਇਹ ਗੱਲ ਸੰਧਾਲੀਆ ਸਭ ਤੁਹਾਡੀ ਠੀਕ ਹੈ। ਬਾਕੀ ਚਲੋ ਪ੍ਰਾਈਮ ਏਸ਼ੀਆ TV ਦੇ ਪਰਿਵਾਰ ਦੇ ਮੈਂਬਰ ਨੇ, ਉਹ ਆਪਣੇ ਵਿਚਾਰ ਦੇ ਸਕਦੇ, ਸੁਝਾਅ ਦੇ ਸਕਦੇ ਆ, ਕਿਉਂਕਿ ਕੱਲ੍ਹ ਨੂੰ ਜਦੋਂ ਇਲੈਕਸ਼ਨ ਦੇ ਬਹੁਤ ਨੇੜੇ ਚਲੇ ਗਏ, ਅਜੇ ਕਿਉਂਕਿ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਦੇ ਵਿੱਚ ਵੋਟਾਂ ਪੈਣੀਆਂ, ਤੇਲੰਗਾਨਾ ਦੇ ਵਿੱਚ ਵੋਟਾਂ ਪੈਣੀਆਂ, ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੈਣੀਆਂ ਹੈ। ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਜੇ ਉਹ ਕਾਂਗਰਸ ਸਰਕਾਰ ਬਰਕਰਾਰ ਰੱਖਦੀ ਹੈ ਉਹਨਾਂ ਲਈ ਬੈਨੀਫਿਟ ਹੈ। ਮੱਧ ਪ੍ਰਦੇਸ਼ ਦੇ ਵਿੱਚ BJP ਦੀ ਸਰਕਾਰ ਹੈ, ਜੇ ਉਹ ਬਰਕਰਾਰ ਰੱਖਦੇ ਆ ਬੈਨੀਫਿਟ ਹੈ। ਪਰ ਜੇ ਦੋਵੇਂ ਸਰਕਾਰਾਂ ਇੱਥੇ ਉਲਟ ਜਾਂਦੀਆਂ ਤਾਂ ਬਹੁਤ ਕੁਝ ਉਲਟ ਜਾਊਗਾ। ਯਾਨੀ ਇਹਨਾਂ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ, ED ਦੀਆਂ ਰੇਡਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਟੁੱਟਣ ਤੇ ਹੋਣ ਵਾਲੇ ਗੱਠਜੋੜ, ਇਹਨਾਂ ਨੇ ਵੀ ਅਜੇ ਕਾਫੀ ਪ੍ਰਭਾਵ ਪਾਉਣਾ ਹੈ। ਬਿਲਕੁਲ ਸਹੀ ਗੱਲ। ਸੋ ਚਲੀਏ ਹੁਣ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜ ਰਹੇ ਨੇ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।